ਵੀ ਸਾਨੂੰ ਬੋਲਣੀ ਚਾਹੀਦੀ ਹੈ। ਆਮ ਤੌਰ ਤੇ ਹੀ ਆਪਾਂ ਇਹ ਦੇਖਿਆ ਗਿਆ ਹੈ ਕਿ ਕਿਸੇ ਦੀ ਗੱਲਬਾਤ ਦੇ ਵਿੱਚ ਆਪਣੀ ਹੀ ਗੱਲਬਾਤ ਦੇ ਵਿੱਚ ਕੁਝ ਸ਼ਬਦ, ਕੁਝ ਲਫ਼ਜ਼ ਅੰਗਰੇਜ਼ੀ ਦੇ ਆ ਜਾਂਦੇ ਆ ਤੇ ਪਰ ਫਿਰ ਵੀ ਸਾਨੂੰ ਕਈ ਵਾਰੀ ਮਹਿਸੂਸ ਹੁੰਦੀ ਹੈ ਇਹ ਗੱਲ, ਕਈ ਵਾਰੀ ਆਪਾਂ ਆਪਣੇ ਆਪ ਹੀ ਮਹਿਸੂਸ ਕਰਦੇ ਹਾਂ ਕਿ ਜੇਕਰ ਬਚਿਆ ਜਾਵੇ ਤਾਂ। ਇੱਕ ਆਮ ਤੌਰ ਤੇ ਬਹਿਸ ਚੱਲਦੀ ਰਹਿੰਦੀ ਹੈ ਕਿ ਪੰਜਾਬੀ ਭਾਸ਼ਾ ਦੇ ਸ਼ਬਦ ਹਿੰਦੀ ਵੀ ਖਾ ਰਹੀ ਹੈ। ਅਕਸਰ ਹੀ ਅਸੀਂ ਐਂਕਰਾਂ ਨੂੰ ਨਿਊਜ਼ ਜਿਹੜੇ ਪੇਸ਼ ਕਰਦੇ ਹੁੰਦੇ ਆ, ਉਹਨਾਂ ਨੂੰ ਖਬਰਾਂ ਪੇਸ਼ ਕਰਨ ਵਾਲਿਆਂ ਨੂੰ ਉਹ 2-3 ਲਫ਼ਜ਼ ਬੜਾ ਬੋਲਦੇ ਆ, ਅਗਰ ਇੱਕ ਤੇ ਇੱਕ ਹੋਰ ਲਫ਼ਜ਼ ਹੈ, 3-4 ਲਫ਼ਜ਼ ਐਸੇ ਆ ਜਿਹੜੇ ਉਹ ਬੋਲਦੇ ਰਹਿੰਦੇ ਆ, ਪਰ ਉਹ ਅਸਲ ਦੇ ਵਿੱਚ ਸਾਡੇ ਸ਼ਬਦ ਨਹੀਂ ਹੈ, ਸਾਡੀ ਮਾਂ ਬੋਲੀ ਦੇ ਸ਼ਬਦ ਨਹੀਂ ਹੈ। ਪੰਜਾਬੀ ਭਾਸ਼ਾ ਦੀ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਲੰਘੇ ਦਿਨੀ ਪੰਜਾਬ ਦੇ ਵਿੱਚ ਇੱਕ ਸਕੂਲ ਹੈ, ਸਰਵ ਹਿਤਕਾਰੀ ਵਿੱਦਿਆ ਮੰਦਿਰ। ਉੱਥੇ ਲੱਖਾਂ ਸਧਾਣਾ ਜਾਂਦੇ ਆ ਤੇ ਉੱਥੇ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਕਿ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ, ਵਰਜਿਆ ਜਾਂਦਾ। ਇਹ ਕਿਉਂ ਆ? ਸਾਡੇ ਖਿੱਤੇ ਦੇ ਵਿੱਚ ਹੀ ਸਾਡੀ ਮਾਂ ਬੋਲੀ ਦੇ ਨਾਲ ਇੰਨਾ ਧਰੋਹ ਕਿਉਂ? ਉਹਦੇ ਤੇ ਇੰਨਾ ਇਤਰਾਜ਼ ਕਿਉਂ? ਗੱਲਬਾਤ ਕਰਾਂਗੇ, ਚਰਚਾ ਨੂੰ ਅੱਗੇ ਤੋਰਾਂਗੇ। ਨਾਲ ਜੁੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ। ਰਾਜਕਰਮਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਸਰੋਤੇ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਚਰਚਾ ਜਿਹੜੀ ਪੰਜਾਬੀ ਬੋਲੀ ਭਾਸ਼ਾ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ, ਹਾਂਜੀ। ਜਿਹੜਾ ਨਾਂ ਸਕੂਲ ਦੇ ਵਿੱਚ ਬੋਲਣ ਦੇਣਾ, ਹੂੰ। ਇਹ ਨਵੀਂ ਗੱਲ ਤਾਂ ਨਹੀਂ, ਹੁਣ ਨਹੀਂ ਉੱਥੇ ਹੈਗੀ। ਰਹਿ ਗਈ। ਹਾਂਜੀ। ਇਹ ਤਾਂ ਹੁਣ ਚਿਰ ਤੋਂ ਹੀ ਇਹ ਨਵਾਂ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਉੱਥੇ, ਹਾਂਜੀ। ਵੀ ਹਾਂ ਵੀ ਜੁਰਮਾਨਾ ਲਾ ਦਿਓ, ਫਾਈਨ ਕਰ ਦਿਓ, ਹੂੰ। ਬੋਲਣ ਨਹੀਂ ਦੇਣਾ। ਹੁਣ ਪਿੱਛੇ ਜੇ ਜਦੋਂ ਮੈਂ ਪੰਜਾਬ ਵੀ ਜਾ ਕੇ ਆਇਆ, ਉੱਥੋਂ ਦੇ ਜਿਹੜੇ ਵਿਦਿਆਰਥੀ ਪੜ੍ਹਦੇ ਆ ਵੱਖ-ਵੱਖ ਸਕੂਲਾਂ 'ਚ, ਚਾਹੇ ਉਹ ਕਾਨਵੈਂਟ ਆ ਚਾਹੇ ਦੂਜੇ ਵੱਖਰੇ ਆ, ਹਾਂਜੀ, ਉਹ ਉੱਥੋਂ ਵੀ ਇਹ ਗੱਲ ਦੀ ਜਿਹੜੀ ਭਾਫ ਆ ਉਹ ਨਿਕਲਦੀ ਸੀਗੀ, ਹੂੰ। ਵੀ ਇਹੀ ਭਾਵ ਨਿਕਲ ਰਿਹਾ ਸੀਗਾ ਵੀ ਭਾਈ ਹੈ ਆ ਹਾਂਜੀ। ਉੱਥੇ ਮਸਲਾ ਚਿਰ ਤੋਂ ਹੀ ਜਿਹੜਾ ਉਹ ਬਣਿਆ ਪਿਆ। ਹੂੰ। ਤੇ ਜੇ ਕੋਈ ਗੱਲ ਕਰਦਾ ਹੂੰ। ਤਾਂ ਉਹਦੇ ਨਾਲ ਕਿੱਦਾਂ ਹੁੰਦਾ, ਕੋਈ ਕਿਸੇ ਨੂੰ ਕੁਛ ਕਹਿੰਦਾ, ਕੋਈ ਕਿਸੇ ਨੂੰ ਕੁਛ ਕਹਿੰਦਾ। ਹਾਂਜੀ। ਹਰ ਇੱਕ ਜਣਾ ਆਪੋ ਆਪਣੇ ਹਿਸਾਬ ਦੇ ਨਾਲ ਗੱਲ ਕਰੀ ਜਾ ਰਿਹਾ, ਪਰ ਇਸ ਮੁੱਦੇ ਨੂੰ ਚੁੱਕਣਾ, ਇਸ ਮੁੱਦੇ ਨੂੰ ਛੋਹਣਾ, ਇਹ ਉਸ ਦੀ ਚੰਗੀ ਗੱਲ ਸੀਗੀ। ਹਾਂਜੀ। ਚਿਰ ਤੋਂ ਹੀ ਉੱਦਾਂ ਤਾਂ ਵੇਖਿਆ ਜਾਵੇ ਤਾਂ ਕਰ ਰਹੇ ਆ ਕਈ ਜਣੇ ਸਰਗਰਮੀ ਦੇ ਨਾਲ ਇਸ ਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਆ ਚਰਚਾ ਨੂੰ ਕਰ ਰਹੇ ਆ। ਤੁਸੀਂ ਵੀ ਉਹਨਾਂ ਚੋਂ ਇੱਕ ਸੀਗੇ ਹਾਂਜੀ। ਜਦੋਂ ਕਾਲੀ ਜਿਹੜੀ ਹਾਂਜੀ, ਕਾਲਖ ਫੇਰੀ ਗਈ। ਕਾਲਕ ਫੇਰਨ ਵਾਲਾ ਜਿਹੜੀ ਚਰਚਾ ਸ਼ੁਰੂ ਸੀ ਹਾਈਵੇਜ਼ ਦੇ ਉੱਤੇ ਨਾਵਾਂ ਨੂੰ ਲੈ ਕੇ ਬੋਰਡਸ ਦੇ ਉੱਤੇ ਜਿਹੜੀ ਸੀਗੀ, ਹਾਂਜੀ, ਵੀ ਉਹ ਸਾਰੀਆਂ ਚੀਜ਼ਾਂ ਆ। ਸੋ ਚੰਗਾ ਉਹਦਾ ਆਪਣਾ ਉਪਰਾਲਾ ਸੀ, ਪਰ ਜਿੱਦਾਂ ਦਾ ਰਵੱਈਆ ਓਵਰਆਲ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਦਾ ਤੇ ਸਾਰੀਆਂ ਚੀਜ਼ਾਂ ਦਾ, ਤੇ ਜਿੱਦਾਂ ਉਹ ਅੱਗੋਂ ਵੀ ਉਹਨਾਂ ਨੂੰ ਜਵਾਬ ਉੱਥੇ ਮਿਲ ਰਹੇ ਸੀਗੇ, ਜਾਂ ਉੱਥੋਂ ਚਿੰਤਾ ਤਾਂ ਇਹ ਬਈ ਬਣਦੀ ਹੈ, ਸਾਰਿਆਂ ਨੂੰ ਚਿੰਤਾ ਕਰਨੀ ਜਿਹੜੀ ਉਹ ਬਣਦੀ ਆ, ਵੀ ਏਦਾਂ ਆ। ਬਹੁਤ ਸਾਰੇ ਪ੍ਰਵੀਨ ਜੀ ਲੋਕ ਨੇ ਜਿਹੜੇ ਇਹ ਕਹਿਣਗੇ ਨਹੀਂ ਵੀ ਇਕੱਲੀ ਪੰਜਾਬੀ ਬੋਲ ਕੇ ਤਾਂ ਗੱਲ ਨਹੀਂ ਬਣਦਾ। ਹੁਣ ਤੁਸੀਂ ਪੰਜਾਬੀ ਬੋਲਦੇ, ਮੈਂ ਪੰਜਾਬੀ ਬੋਲਦਾ, ਆਪਣੇ ਸਾਰੇ ਅਦਾਰੇ ਵਾਲੇ ਪੰਜਾਬੀ ਵਾਲੇ ਆ। ਹੁਣ ਜੇ ਕੋਈ ਕਵੇ ਵੀ ਬਾਹਰ ਆ ਕੇ ਭਾਈ ਪੰਜਾਬੀ ਦੇ ਕਰਕੇ ਕੁਛ ਹੋ ਨਹੀਂ ਸਕਦਾ, ਜਾਂ ਉੱਥੇ ਰਹਿ ਕੇ ਕੁਛ ਹੋ ਨਹੀਂ ਸਕਦਾ, ਤੇ ਉਹ ਤਾਂ ਹੁਣ ਸ਼ਰੇਆਮ ਵੀ ਝੂਠ ਹੋ ਗਿਆ। ਸਾਡੀ ਤਾਂ ਰੋਜੀ ਰੋਟੀ, ਸਾਡੇ ਤਾਂ ਪਰਿਵਾਰ ਹੀ ਪੰਜਾਬੀ ਕਰਕੇ ਪਲ ਰਹੇ ਆ, ਸਾਰਿਆਂ ਦੇ। ਜਿਹੜੇ ਸੁਣਨ ਵਾਲੇ ਆ ਉਹ ਵੀ, ਜਿਹੜੇ ਕੰਮ ਕਰਨ ਵਾਲੇ ਆ ਉਹ ਵੀ। ਸੋ ਮਾਂ ਬੋਲੀ ਤੇ 7 ਸਮੁੰਦਰਾਂ ਪਾਰ ਵੀ, ਮਾਂ ਬੋਲੀ ਤਾਂ ਮਾਂ ਬੋਲੀ ਆ, ਉਹਦਾ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਵੀ ਤੁਸੀਂ ਕਿੱਥੇ ਹੈਗੇ ਆ। ਜੇ ਕੋਈ ਇਹ ਚੀਜ਼ ਕਵੇ ਵੀ ਉਹਦੇ ਨਾਲ ਏਦਾਂ ਨਹੀਂ ਹੋ ਸਕਦਾ, ਵੀ ਨਹੀਂ ਜਾਂ ਕੱਲੀ ਅੰਗਰੇਜ਼ੀ ਦੇ ਨਾਲ ਜਾਂ ਕੱਲੀ ਹਿੰਦੀ ਦੇ ਨਾਲ ਹੀ ਇਹ ਸਾਰਾ ਕੁਛ ਆ, ਇਹ ਸਰਾਸਰ ਝੂਠ ਆ। ਤੁਸੀਂ ਇੱਕ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਣਦੇ ਆ, ਬਹੁਤ ਵਧੀਆ ਗੱਲ ਆ, ਬਿਲਕੁਲ ਬਹੁਤ ਚੰਗੀ ਗੱਲ ਆ। ਅੱਜ ਦੀ ਦੁਨੀਆ ਦੇ ਵਿੱਚ ਜਿੰਨੀਆਂ ਜ਼ਿਆਦਾ ਤੁਹਾਨੂੰ ਭਾਸ਼ਾਵਾਂ ਬੋਲੀਆਂ ਆਉਂਦੀਆਂ ਆ, ਉਹ ਹਮੇਸ਼ਾ ਹੀ ਤੁਹਾਡੇ ਲਈ ਗੁਣਕਾਰੀ ਆ। ਉਹਨੇ ਫਾਇਦਾ ਹੀ ਜਿਹੜਾ ਉਹ ਤੁਹਾਨੂੰ ਦੇਣਾ ਹੀ ਦੇਣਾ ਆ ਫਾਇਦਾ। ਪਰ ਇੱਕ ਭਾਸ਼ਾ ਦੂਜੇ ਦੇ ਉੱਤੇ ਜਾਣ ਬੁੱਝ ਕੇ ਥੋਪੀ ਜਾਵੇ, ਉਹ ਇੱਕ ਜਿਹੜੀ ਉੱਥੇ ਦੀ ਮਾਂ ਬੋਲੀ ਆ, ਮਾਂ ਭਾਸ਼ਾ ਆ, ਜਾਂ ਲੋਕਲ ਲੈਂਗੁਏਜ ਜਿਹਨੂੰ ਕਹਿ ਦਿੰਦੇ ਆ, ਵੀ ਜੇ ਉਹਨੂੰ ਤੁਸੀਂ ਦਰੜ ਕੇ ਉਹਦੇ ਉੱਤੋਂ ਦੀ ਕੋਈ ਲਿਆਉਣ ਦੀ ਕੋਸ਼ਿਸ਼ ਕਰੋ ਤਾਂ ਫਿਰ ਇਹ ਕੰਮ ਖਰਾਬ ਆ। ਤੇ ਜੇ ਇਦਾਂ ਹੁੰਦਾ ਆ ਤਾਂ ਕਹਿੰਦੇ ਵੀ ਜੇ ਇਦਾਂ ਲੱਗਦਾ ਹੈ ਨਾ ਵੀ ਭਾਈ ਵੀ ਸਾਡੀ ਥਾਂ ਦੇ ਉੱਤੇ ਜੇ ਕਿਸੇ ਨੇ ਇਸ ਤਰੀਕੇ ਦੇ ਨਾਲ ਕੀਤਾ ਹੈ, ਵੀ ਜੇ ਕੋਈ ਮਾਂ ਬੋਲੀ ਬੋਲਦਾ ਆ ਤੇ ਉੱਤੋਂ ਉਹਨਾਂ ਨੂੰ ਡਰ ਆਉਂਦਾ, ਭੈ ਆਉਂਦਾ, ਤੇ ਉਸ ਚੀਜ਼ ਨੂੰ ਗਲਤ ਕਹਿੰਦੇ ਆ, ਤਾਂ ਸਮਝੋ ਭਾਈ ਕਿਸੇ ਬਾਹਰਲਿਆਂ ਨੇ ਆ ਕੇ ਉੱਥੇ ਕਬਜ਼ਾ ਕੀਤਾ, ਜਾਂ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਵਿੱਚ ਆ, ਜਾਂ ਉਸ ਫਿਰਾਕ ਦੇ ਵਿੱਚ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ। ਹੁਣ ਜਿਸ ਕਾਊਂਟੀ 'ਚ ਆਪਾਂ ਆ, ਤੀਜੀ ਚੌਥੀ ਭਾਸ਼ਾ ਹੋਣੀ ਹੈ ਇੱਥੇ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ
ਪੰਜਾਬੀ। ਹਾਂਜੀ, ਹਾਂਜੀ, ਬਿਲਕੁਲ। ਠੀਕ ਹੈ ਨਾ। ਸੋ ਹੁਣੇ ਰੀਸੈਂਟਲੀ ਆਪਾਂ ਦੇਖਿਆ, ਹੁਣੇ ਥੋੜੇ ਦਿਨ ਪਹਿਲਾਂ ਹੀ, ਹਾਂਜੀ, 2 ਤਰੀਕ ਨੂੰ ਇੱਥੋਂ ਦੀ ਸਿਟੀ ਨੇ ਜਿਹੜਾ ਉਹ ਸਿੱਖਾਂ ਦੀ ਅਵੇਅਰਨੈਸ ਮੰਥ, ਹੈਰੀਟੇਜ ਮੰਥ ਦੇ ਨਾਲ ਜਿਹੜਾ ਉਹ ਨਵੰਬਰ ਮਹੀਨੇ ਨੂੰ ਕੀਤਾ। ਤੇ ਹੁਣ ਜਿੱਥੋਂ ਆਏ ਆ ਆਪਾਂ, ਉੱਥੇ ਤਾਂ ਜਿਹੜੀ ਉਹ ਪੰਜਾਬੀ ਨਾਲ ਹੀ ਆ ਨਾ। ਬਿਲਕੁਲ ਉਹ ਸਾਰਾ ਕੁਛ ਆ। ਸੋ ਇਹ ਉੱਥੇ ਜੋ ਹੋ ਰਿਹਾ, ਜਿਸ ਘਰ 'ਚ ਉੱਥੇ ਜਿਹੜਾ ਉਹ ਹੋ ਰਿਹਾ, ਜਿਸ ਨਾਂ ਦੇ ਉੱਤੇ, ਜਿਸ ਬੋਲੀ ਦੇ ਨਾਂ ਦੇ ਉੱਤੇ ਜਾਂ ਉਸ ਚੀਜ਼ਾਂ ਦੇ ਨਾਲ ਜੁੜਿਆ, ਉੱਥੇ ਹੀ ਜੇ ਪੰਜਾਬੀ ਦੀ ਏਦਾਂ ਦੁਰਦਸ਼ਾ ਹੋਊਗੀ ਜਾਂ ਉਸ ਨੂੰ ਨਕਾਰਿਆ ਜਾਊਗਾ, ਉਹ ਮਾੜੀ ਗੱਲ ਆ। ਹਾਂਜੀ, ਜੀ, ਬਿਲਕੁਲ। ਬੋਲੀਆਂ ਕਿਸੇ ਵੀ ਖਿੱਤੇ ਦੇ ਲੋਕਾਂ ਦਾ ਮਾਣ ਹੁੰਦੀਆਂ। ਬੋਲੀਆਂ ਇਸ ਕਰਕੇ ਅਸੀਂ ਪੰਜਾਬੀ ਨੂੰ ਅਹਿਮੀਅਤ ਨਹੀਂ ਦਿੰਦੇ ਕਿ ਅਸੀਂ ਪੰਜਾਬੀ ਬੋਲਦੇ ਹਾਂ, ਬਲਕਿ ਪੰਜਾਬੀ ਸਾਡੀ ਮਾਂ ਬੋਲੀ ਆ। ਅਸੀਂ ਜਿਹੜੇ ਖਿੱਤੇ 'ਚ ਜਨਮੇ ਆ, ਉਸ ਖਿੱਤੇ ਦੀ ਬੋਲੀ ਪੰਜਾਬੀ ਆ। ਇਸ ਕਰਕੇ ਸਾਨੂੰ ਸਾਰਿਆਂ ਨੂੰ ਪੰਜਾਬੀ ਦਾ ਮਾਣ ਸਤਿਕਾਰ ਹੀ ਨਹੀਂ, ਪੰਜਾਬੀ ਨੂੰ ਅਹਿਮੀਅਤ ਦੇਣੀ ਬਣਦੀ ਹੈ। ਇਹ ਨਹੀਂ ਗਾ ਕਿ ਜੇ ਉਹਦੀ ਥਾਂ ਤੇ ਕੋਈ ਹੋਰ ਭਾਸ਼ਾ ਵਾੜੀ ਜਾ ਰਹੀ ਹੈ ਤੇ ਅਸੀਂ ਸਿਰ ਸੁੱਟ ਕੇ ਜੇ ਬੈਠੇ ਰਹੀਏ। ਨਹੀਂ, ਖਿੱਤਿਆਂ ਦੀ ਜਿਹੜੀ ਸ਼ਾਨੋ ਸ਼ੌਕਤ ਹੈ, ਖਿੱਤਿਆਂ ਦੀ ਜਿਹੜੀ ਆਪਣੀ ਪ੍ਰਸਿੱਧੀ ਹੈ, ਜਾਂ ਖਿੱਤਿਆਂ ਦੀ ਜਿਹੜੀ ਆਪਣੀ ਇੱਕ ਆਜ਼ਾਦੀ ਹੈ ਬੋਲਣ ਦੀ, ਉਹਨਾਂ ਦੀ ਭਾਸ਼ਾ ਨਾਲ ਵੀ ਹੁੰਦੀ ਹੈ। ਉਹ ਖਿੱਤਿਆਂ ਦੀ ਅਹਿਮੀਅਤ, ਹਾਂਜੀ, ਦੁਨੀਆ ਦੇ ਵਿੱਚ ਉਸਦਾ ਰੁਤਬਾ ਤੇ ਉਸਦਾ ਜਿਹੜਾ ਨਾਮ ਆ, ਉਹਦੀਆਂ ਜਿਹੜੀਆਂ ਉੱਥੇ ਦੀਆਂ ਚੀਜ਼ਾਂ ਆ, ਚਾਹੇ ਉਹਨਾਂ ਦਾ ਉਹ ਸੱਭਿਆਚਾਰ ਆ, ਰਹਿਣ ਸਹਿਣ ਦਾ ਢੰਗ ਆ, ਉਹਨਾਂ ਦੀਆਂ ਬੋਲੀਆਂ, ਉਹਨਾਂ ਦੀਆਂ ਵੱਖ-ਵੱਖ ਭਾਸ਼ਾਵਾਂ ਆ, ਉਹਦੇ ਕਰਕੇ ਜੇ ਤੁਸੀਂ ਉਹ ਸਾਰਿਆਂ ਨੂੰ ਇੱਕੋ 'ਚ ਰਲ-ਗੱਡ ਕਰ ਦੋਗੇ, ਤਾਂ ਫਿਰ ਉਹਦੀ ਜਿਹੜੀ ਵਿਲੱਖਣਤਾ ਆ, ਵਜੂਦ ਆ ਜਿਹੜਾ ਆ, ਉਸ ਦੇ ਉੱਤੇ ਉਹ ਖਤਰੇ 'ਚ ਆ, ਉਹ ਖਤਮ ਹੋਣ ਦੇ ਵੱਲ ਨੂੰ ਜਿਹੜਾ ਉਹ ਵੱਧ ਜਾਂਦਾ। ਜੀ, ਕੁਝ ਕਾਲਰ ਵੀ ਆਪਣੇ ਨਾਲ ਜੁੜ ਰਹੇ ਆ, ਤੁਸੀਂ ਵੀ ਸੋਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। ਨੰਬਰ 408272 ਦੇ ਉੱਤੇ। ਪ੍ਰਵੀਨ ਜੀ ਜੁੜੇ ਨੇ ਆਪਣੇ ਨਾਲ, ਹਰਦਿਆਲ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਭਾਈ, ਦੋਵਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਅਜੀ ਇਹ ਪੰਜਾਬ ਦੇ ਵਿੱਚ ਹੀ ਇਹ ਵਿਤਕਰਾ ਹੋ ਰਿਹਾ ਪੰਜਾਬੀ ਦੇ ਨਾਲ, ਬਾਕੀ ਹੋਰ ਕਿਸੇ ਸਟੇਟ ਦੇ ਅੰਦਰ ਕਿਸੇ ਭਾਸ਼ਾ ਦੇ ਨਾਲ ਨਹੀਂ ਹੋ ਰਿਹਾ। ਇਹ ਕੀ ਹੈ, ਜਿਹੜੇ ਖਾਕੀ ਨਿਕਰਾਂ ਵਾਲੇ ਆ, ਇਹ ਸਮਝ ਬੈਠੇ ਕਿ ਸਿੱਖਾਂ ਦੀ ਭਾਸ਼ਾ ਹੈਗੀ ਆ ਜੀ, ਕਿਉਂਕਿ ਆਪਣੀ ਬਾਣੀ ਗੁਰਾਂ ਨੇ ਲਿਖੀ ਹੈ, ਗੁਰਮੁਖੀ ਵਿੱਚ ਲਿਖੀ ਆ ਨਾ, ਤੇ ਇਸ ਕਰਕੇ ਇਹਨੂੰ ਹੀ ਦੱਬ ਰਹੇ ਆ। ਅਸੀਂ ਬੰਬੇ ਰਹੇ 20 ਸਾਲ, ਉੱਥੇ ਮਹਾਰਾਸ਼ਟਰ ਦੇ ਅੰਦਰ ਕੋਈ ਕਿਸੇ ਦੀ ਹਿੰਮਤ ਨਹੀਂ ਹੈ ਇੰਨੀ ਗੱਲ ਕਹਿਣ ਦੀ, ਤੁਸੀਂ ਮਰਾਠੀ ਨਹੀਂ ਬੋਲ ਸਕਦੇ। ਕਹਿ ਕੇ ਦਿਖਾ ਦੇ ਕੋਈ RSS ਵਾਲਾ, ਕੋਈ ਵੀ ਸਾਊਥ ਵਿੱਚ ਕਹਿ ਕੇ ਦਿਖਾ ਦੇਣਾ, ਨਹੀਂ ਬੋਲਣੀ ਉਹਨਾਂ ਨੂੰ। ਇਸ ਪੰਜਾਬ ਦੇ ਨਾਲ ਹੋ ਰਿਹਾ, ਕਿਉਂ ਸਿੱਖਾਂ ਦੀ ਬਸੋਂ ਜ਼ਿਆਦੀ ਇੱਥੇ ਕਰਕੇ, ਇਸ ਕਰਕੇ ਸਮਝੇ ਸਿੱਖਾਂ ਦੀ ਭਾਸ਼ਾ ਹੈ ਪੰਜਾਬੀ, ਬਾਕੀ ਪੰਜਾਬੀ ਦੀ ਭਾਸ਼ਾ ਨਹੀਂ ਆ। ਉਹਦਾ ਸਾਥ ਦਿੱਤਾ ਜਿਹੜੇ ਕੱਟੜ ਹੈਗੇ ਆ RSS ਵਾਲੇ, ਉਹ ਨਹੀਂ ਜੀ, ਇਸ ਕਰਕੇ ਵਿਤਕਰਾ ਹੋ ਰਿਹਾ, ਨਹੀਂ ਤਾਂ ਹੋਰ ਕੋਈ ਗੱਲ ਨਹੀਂ ਹੈਗੀ ਪੰਜਾਬੀ ਨਾਲ। ਪਾਕਿਸਤਾਨ ਦੇ ਵਿੱਚ ਬੜੀ ਸੋਹਣੀ ਪੰਜਾਬੀ ਬੋਲਦੇ ਆ, ਹੁਣ ਆਪਣੇ ਭਰਾ ਪੰਜਾਬੀ ਜਿਹੜੇ ਹੈਗੇ। ਹਾਂਜੀ, ਬਿਲਕੁਲ ਬਿਲਕੁਲ। ਹਾਂਜੀ, ਉਹਨਾਂ ਨੂੰ ਕੋਈ ਐਲਰਜੀ ਨਹੀਂ ਹੈਗੀ ਪੰਜਾਬੀ ਤੋਂ, ਇਹਨਾਂ ਨੂੰ ਜ਼ਿਆਦਾ ਹੈਗੀ ਆਪਣੇ ਲੋਕਾਂ ਨੂੰ। ਧੰਨਵਾਦ ਜੀ, ਧੰਨਵਾਦ ਹਰਦਿਆਲ ਸਿੰਘ ਜੀ, ਧੰਨਵਾਦ ਜੀ। ਸੋ ਬਿਲਕੁਲ ਜੀ, ਇਹ ਭਾਸ਼ਾ ਜਿਹੜੀ ਹੈ, ਇਹ ਸਾਨੂੰ ਆਪਣੀ ਭਾਸ਼ਾ ਜਿਉਂਦੀ ਰੱਖਣ ਦੇ ਲਈ ਸਾਨੂੰ ਕਿਸੇ ਤਰ੍ਹਾਂ ਦਾ ਵੀ ਜਿਹੜਾ ਸੰਘਰਸ਼ ਹੈ, ਚਾਹੇ ਇਹਨੂੰ ਪ੍ਰਫੁੱਲਤ ਕਰਨ ਦੇ ਲਈ ਤੇ ਚਾਹੇ ਇਹਦੀ ਹੋਂਦ ਬਚਾਉਣ ਦੇ ਲਈ, ਉਹ ਸਾਨੂੰ ਕਰਨਾ ਚਾਹੀਦਾ। ਹੁਣ ਦੇਖੋ, ਆਪਾਂ ਨਾ ਹੁਣੇ ਪੰਜਾਬ ਦਾ ਦਿਹਾੜਾ ਲੋਕੀ ਮਨਾ ਕੇ ਹਟੇ, ਨਵੰਬਰ ਦੀ 1 ਤਰੀਕ ਨੂੰ, ਹਨਾ। ਉਹ ਕਿਸ ਆਧਾਰ ਤੇ ਬਣਾਇਆ ਗਿਆ ਸੀ? ਭਾਸ਼ਾ ਦੇ ਆਧਾਰ। ਪਹਿਲੋਂ ਪੰਜਾਬ ਨੂੰ ਵੰਡਿਆ 2 ਹਿੱਸਿਆਂ 'ਚ, ਲਹਿੰਦਾ ਚੜ੍ਹਦਾ ਕਰਤਾ, ਫਿਰ ਉਹਦੇ ਵਿੱਚੋਂ 2-3 ਟੁਕੜੀਆਂ ਹੋਰ ਕੱਢਤੀਆਂ, ਉਹ ਹੋਰ ਛੋਟਾ ਕਰਤਾ, ਤੇ ਜਿਹੜਾ ਉਹ ਅਖੀਰ ਦੇ ਵਿੱਚ ਹੁਣ ਜਿਹੜਾ ਮੌਜੂਦਾ ਪੰਜਾਬ ਆ, ਉਹ ਬੋਲੀ ਭਾਸ਼ਾ ਦੇ ਆਧਾਰ ਤੇ ਸੀ। ਹਾਂਜੀ, ਸੋ ਬਿਲਕੁਲ ਆਪਣੇ ਜਿੰਨੇ ਵੀ ਕਾਲਰਸ ਨੇ, ਤੁਸੀਂ ਨਾਲ ਜੁੜ ਸਕਦੇ ਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਨਾਲ ਜੁੜਨ ਦੇ ਲਈ ਜਿਹੜੀ ਸਟੂਡੀਓ ਦਾ ਨੰਬਰ ਹੈ 408272 5200 ਨੰਬਰ ਹੈ ਜੀ। ਬਲਵਿੰਦਰ ਕੌਰ ਜੀ ਆਪਣੇ ਨਾਲ ਜੁੜਨੇ। ਹਾਂਜੀ, ਜੀ ਆਇਆਂ ਨੂੰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਬਹੁਤ ਵਧੀਆ ਤੁਸੀਂ ਜਿਹੜਾ ਮੁੱਦਾ ਚੱਕਿਆ ਪੰਜਾਬੀ ਬੋਲੀ ਦਾ, ਆਪਾਂ ਮੁੱਦਾ ਚੱਕਿਆ, ਸਾਰਿਆਂ ਨੇ ਜ਼ਰੂਰੀ ਆ ਆਪਾਂ ਸਾਰੇ ਬੋਲੀਏ, ਆ ਵੀ ਮੂਕ ਦਰਸ਼ਕ ਹੋ ਕੇ ਬੈਠੇ ਨਾ ਰਹੀਏ। ਜੇ ਸਾਡੀ ਭਾਸ਼ਾ ਨਾ ਰਹੀ ਤੇ ਕੁਛ ਨਹੀਂ ਰਹਿਣਾ ਜੀ। ਪਰ ਬਹੁਤੀ ਗੱਲ ਗੁੱਸਾ ਰੋਸਾ ਉੱਥੇ ਆ ਜਾਂਦਾ। ਗੁੱਸਾ ਤੇ ਚਲੋ ਹੁਣ ਕਿਹਦੇ ਤੇ ਕਰਨਾ ਆ ਕਿ ਅਸੀਂ ਬਾਹਰ ਵੀ ਬਹੁਤ ਐਕਟਿਵ ਆ ਇਸ ਚੀਜ਼ ਦੇ ਲਈ। ਕਿਤਾਬਾਂ ਦੀਆਂ, ਪੰਜਾਬੀ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਲੱਗਦੀਆਂ, ਪੰਜਾਬੀ ਸਾਹਿਤ ਸਭਾਵਾਂ ਆ, ਬਹੁਤ ਕੁਛ ਆ ਪੰਜਾਬ ਦੇ ਵਿੱਚ ਵੀ। ਸਾਹਿਤ ਸਭਾਵਾਂ ਬਹੁਤ ਆ, ਉੱਥੇ ਕੁਰਸੀ ਲੈਣ ਲਈ ਮੈਂ ਲੜਾਈਆਂ ਵੀ ਹੁੰਦੀਆਂ ਵੇਖੀਆਂ, ਬਹੁਤ ਕੁਛ ਆ। ਆਪਣੇ ਆਪ ਨੂੰ ਬਹੁਤ ਉੱਚਾ ਕਰਕੇ ਵੀ ਲਿਖਦੇ ਹੈਗੇ ਆ ਕਿ ਅਸੀਂ ਸ਼ਾਇਦ ਬਹੁਤ ਜ਼ਿਆਦਾ ਅਲੰਬਰਦਾਰ ਆ, ਪਰ ਪ੍ਰੋਬਲਮ ਉੱਥੇ ਹੁੰਦੀ ਆ ਕਿ ਅਸੀਂ ਬੋਲਦੇ ਨਹੀਂ ਗੇ। ਜੇ ਅਸੀਂ ਇੱਕ ਸਮੂਹਿਕ ਤੌਰ ਤੇ ਆਪਣੀ ਸੰਸਥਾ ਦੇ ਤੌਰ ਦੇ ਉੱਤੇ ਬੋਲੀਏ ਕਿ ਹਾਂ ਭਾਈ ਇਹ ਗੱਲ ਏਦਾਂ ਹੋਣੀ ਨਹੀਂ ਚਾਹੀਦੀ, ਥੋਪੀ ਨਹੀਂ ਜਾਣੀ ਚਾਹੀਦੀ ਦੂਜੀ ਭਾਸ਼ਾ, ਜਾਂ ਜੇ ਕਿਸੇ ਦੀ ਜਿਹੜੀ ਸਟੇਟ ਦੇ ਵਿੱਚ ਹਿੰਦੀ ਉਹਨਾਂ ਦੀ ਭਾਸ਼ਾ ਉਹ ਪੜ੍ਹਾਈ ਜਾਵੇ, ਸਾਡੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ, ਉਹਦੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ?
ਕੁਛ ਕੁ ਤਾਂ ਲੋਕ ਆ ਜਿਹੜੇ ਲੋਕਾਂ ਦਾ ਕਸੂਰ ਆ ਜੀ ਕਿਉਂਕਿ ਲੋਕ ਜਿਹੜੇ ਉਹ ਬੋਲਦੇ ਨਹੀਂ। ਲੋਕਾਂ ਨੂੰ ਇਹ ਨਹੀਂ ਸਮਝ ਲੱਗਦੀ ਵੀ ਜੇ ਸਾਡੀ ਭਾਸ਼ਾ ਹੀ ਚਲੇਗੀ ਤਾਂ ਸਾਡਾ ਸਾਰਾ ਕੁਝ ਚਲਾ ਗਿਆ। ਬਿਲਕੁਲ ਜਿਹੜੀ ਵੀ ਭਾਸ਼ਾ ਸਾਡੀ ਮਾਤ ਭਾਸ਼ਾ ਜੇ ਉਹਦੇ ਵਿੱਚ ਅਸੀਂ ਪੜਾਂਗੇ ਤਾਂ ਅਸੀਂ ਜ਼ਿਆਦਾ ਤਰੱਕੀ ਕਰਾਂਗੇ। ਸ਼ਾਇਦ ਇਹ ਗੱਲ ਨਹੀਂ ਸਮਝ ਆਉਂਦੀ, ਲੋਕੀ ਇੰਗਲਿਸ਼ ਵੱਲ ਨੂੰ ਬਹੁਤ ਹੋਏ ਵਾ। ਉਹ ਇੰਗਲਿਸ਼ ਵਾਲੇ ਸਾਡੀ ਪੰਜਾਬੀ ਸਿੱਖੀ ਫਿਰਦੇ ਆ। ਉਹ ਸਾਡੀ ਇੱਥੇ ਇੰਗਲਿਸ਼ ਵਾਲਿਆਂ ਦੇ ਜਿਨ੍ਹਾਂ ਦੇ ਪਿੱਛੇ ਚੱਲਦੇ ਆ, ਅਮਰੀਕਾ ਦੇ ਸਕੂਲਾਂ ਦੇ ਵਿੱਚ ਬਹੁਤਿਆਂ ਜਿੱਥੇ ਪੰਜਾਬੀਆਂ ਦੀ ਗਿਣਤੀ ਆ ਉੱਥੇ ਪੰਜਾਬੀ ਦੀ ਕਲਾਸ ਆ। ਕੈਨੇਡਾ ਦੇ ਵਿੱਚ ਪੰਜਾਬੀ ਦੀ ਕਲਾਸ ਆ। ਇੰਗਲੈਂਡ ਦੇ ਵਿੱਚ ਜਿੱਥੇ ਜਿੱਥੇ ਪੰਜਾਬੀਆਂ ਦੀ ਗਿਣਤੀ ਉੱਥੇ ਪੰਜਾਬੀ ਦੀਆਂ ਕਲਾਸਾਂ। ਇੱਥੇ ਪੰਜਾਬ ਦੇ ਵਿੱਚ ਹੀ ਕੀ ਗੱਲ ਆ, ਹੁਣ ਬਹੁਤਾ ਰੋਸਾ ਤੇ ਬਾਹਰੋਂ ਵੀ ਹੈਗਾ ਨਾ ਵੀ ਅਸੀਂ ਬਹੁਤ ਵੱਡੀਆਂ ਵੱਡੀਆਂ ਗੋਸ਼ਟੀਆਂ ਵੀ ਕਰਦੇ ਹਾਂ, ਪਰ ਬੋਲਦੇ ਕਿਉਂ ਨਹੀਂ ਗੇ? ਜੀ ਸਿਰਫ ਇੱਕ ਕੁਰਸੀ ਲੈਣ ਦੀ ਖਾਤਰ ਵੀ ਹਾਂ ਅਸੀਂ ਇੱਥੇ ਗਏ ਸੀ ਫੋਟੋ ਲੱਗ ਗਈ ਹੈ, ਸਾਰਾ ਕੁਝ ਉਹ ਨਹੀਂ। ਜੇ ਤੁਸੀਂ ਉਸ ਭਾਸ਼ਾ ਦੇ ਲਈ ਜਿਹਨੂੰ ਮਾਤ ਭਾਸ਼ਾ ਕਹਿੰਦੇ ਆ, ਜੇ ਉਹਦੇ ਲਈ ਚਿੱਠੀ ਨਹੀਂ ਲਿਖਦੇ, ਉਹਦੇ ਲਈ ਨਹੀਂ ਖੜਦੇ, ਉਹਦੇ ਲਈ ਨਹੀਂ ਬੋਲਦੇ ਤੇ ਫਿਰ ਫਾਇਦਾ ਵੀ ਕੀ ਹੋਇਆ ਉਸ ਚੀਜ਼ ਦਾ? ਜੀ ਆਪਾਂ ਲੋਕਾਂ ਨੇ ਪੰਜਾਬ ਤੋਂ ਆਣ ਕੇ ਅੰਗਰੇਜ਼ੀ ਸਿੱਖੀ ਪਹਿਲਾਂ, ਫਿਰ ਅੰਗਰੇਜ਼ੀ ਸਿੱਖੀ ਮੁੜ ਕੇ ਫਿਰ ਪੰਜਾਬੀ ਸਿੱਖੀ, ਅਸੀਂ ਪੰਜਾਬੀ ਦੇ ਵਿੱਚ ਆ ਗਏ ਆ। ਇੱਥੇ ਇੰਨੀਆਂ ਅਖਬਾਰਾਂ ਚਲਾ ਰਹੇ ਆ ਬਾਹਰਲੀਆਂ ਕੰਟਰੀਆਂ ਚ ਆਣ ਕੇ, ਪੰਜਾਬੀ ਦੀਆਂ ਰੇਡੀਓ ਚੱਲ ਰਹੇ, ਟੀਵੀ ਚੱਲ ਰਹੇ ਆ, ਪਰ ਸਾਨੂੰ ਹੀ ਬੋਲਣਾ ਪੈਣਾ ਉੱਥੇ ਲਈ। ਸ਼ਾਇਦ ਉੱਥੇ ਦੇ ਲੋਕਾਂ ਨੂੰ ਇੰਨੀ ਸੋਝੀ ਨਹੀਂ ਹੋਊਗੀ ਮੇਰੇ ਖਿਆਲ ਦੇ ਵਿੱਚ ਵੀ ਇੰਨੇ ਦੇਰ ਦਾ ਰੌਲਾ ਪੈਂਦਾ ਆ ਕਿ ਤੁਹਾਡੀ ਭਾਸ਼ਾ ਗਵਾਚ ਰਹੀ ਆ। ਤੁਸੀਂ ਨਿਆਣਿਆਂ ਨੂੰ ਫਿਰ ਅੰਗਰੇਜ਼ੀ ਸਕੂਲੇ ਕਹਿੰਦੇ ਠੀਕ ਹੈ, ਅੰਗਰੇਜ਼ੀ ਮਾੜੀ ਨਹੀਂ, ਪੜ੍ਹਾਓ ਪੜ੍ਹਾਓ। ਜਿਹੜੀ ਆਮ ਭਾਸ਼ਾ ਤੁਹਾਡੀ ਹੈ ਮਾਤ ਭਾਸ਼ਾ ਕਿਉਂ ਭੁੱਲਦੇ ਜਾਂਦੇ ਸਕੂਲਾਂ ਦੇ ਵਿੱਚ? ਇਹ ਅੱਜ ਦੀ ਨਹੀਂ, ਪਹਿਲੀ ਵਾਰ ਮੈਂ ਜਦੋਂ ਮੈਂ ਮੇਰੇ ਦਿਮਾਗ ਨੂੰ ਲੱਗਾ ਕਿ ਮੈਂ 2004 ਚ ਪੰਜਾਬ ਚ ਗਈ ਸੀ, ਉਦੋਂ ਨਿਆਣੇ ਕੰਪਲੇਨ ਕਰਦੇ ਹੁੰਦੇ ਸੀ ਘਰਾਂ ਚ। ਸ਼ਾਇਦ ਉਹ ਨਿਆਣੇ ਦੇ ਹੁਣ ਵਿਆਹ ਵੀ ਹੋ ਗਿਆ, ਉਹਨਾਂ ਦੇ ਨਿਆਣੇ ਵੀ ਸਕੂਲ ਜਾਂਦੇ ਹੋਣਗੇ ਕਿ ਸਾਨੂੰ ਕੁੱਟਦੇ ਆ। ਪਰ ਉਹ ਜਿਸਲੇ ਨਿਆਣਿਆਂ ਦੇ ਸਾਡੇ ਨਾਲ ਗੱਲ ਕਰਦੇ ਸੀਗੇ, ਮਾਪੇ ਚੁੱਪ ਬੈਠੇ ਸੀ, ਕੋਈ ਨਹੀਂ ਸੀ ਉਹਨਾਂ ਦੇ ਘਰ ਦੇ ਵਿੱਚ ਗੱਲ ਕਰ ਰਿਹਾ ਵੀ ਕੀ ਹੋ ਰਿਹਾ। ਸ਼ਾਇਦ ਅਸੀਂ ਕਦੋਂ ਦੇ ਮੂਕ ਦਰਸ਼ਕ ਬਣ ਗਏ ਆ। ਇੱਥੇ ਵੀ ਆ ਪੜ੍ਹੇ ਲਿਖੇ ਲੋਕ ਵੀ ਆ, ਸਿਰਫ ਇੱਕ ਸਾਨੂੰ ਹੀ ਕਹਿ ਦੇਣਾ ਤੁਸੀਂ ਪੰਜਾਬੀ ਨੂੰ ਐ ਕਰੋ ਉਹ ਕਰੋ, ਉੱਥੇ ਨਹੀਂ, ਸਾਨੂੰ ਆਪ ਪਹਿਰੇਦਾਰ ਬਣਨਾ ਪੈਣਾ। ਬਿਲਕੁਲ ਜੀ ਬਿਲਕੁਲ। ਹਾਂ, ਇਹ ਨਹੀਂ ਵੀ ਉੱਥੇ ਅਸੀਂ ਕਿਸੇ ਨੂੰ ਪੈਸੇ ਭੇਜ ਦਿੱਤੇ ਨਿਆਣੇ ਪੜ੍ਹਾ ਲਏ। ਇਹ ਸਿੱਖਿਆ ਵੀ ਦਿਆ ਕਰੋ ਕਿ ਆਪਣੀ ਭਾਸ਼ਾ ਨੂੰ, ਆਪਣੇ ਕਲਚਰ ਨੂੰ, ਆਪਣੇ ਬੋਲੀ ਨੂੰ ਗਵਾਓ ਨਾ, ਬੱਚਿਆਂ ਨੂੰ ਪੜ੍ਹਾਓ ਜ਼ਰੂਰ। ਸੋ ਮੈਂ ਤੇ ਰਿਕੁਐਸਟ ਕਰਦੀ ਹਾਂ ਵੀ ਜਿੰਨੀਆਂ ਵੀ ਇੱਥੇ ਸਹਿ ਸਭਾਵਾਂ ਆ, ਜਿੰਨੇ ਵੀ ਹੈਗੇ ਆ ਆਪਣੇ ਮੁਸ਼ਾਇਰੇ ਹੁੰਦੇ ਆ, ਆਪਾਂ ਬਹੁਤ ਮੇਲੇ ਵੀ ਕਰਦੇ ਆ, ਤੇ ਪਲੀਜ਼ ਲੈਟਰ ਲਿਖੋ ਉੱਥੇ ਨੂੰ, ਦਹਾਈ ਪਾਓ ਉੱਠ ਕੇ ਖੜੇ ਹੋ ਕੇ ਕਿ ਸਾਡੀ ਭਾਸ਼ਾ ਦੇ ਨਾਲ ਇੰਨਾ ਵਿਤਕਰਾ ਕਿਉਂ ਹੋ ਰਿਹਾ ਹੈ। ਹਾਂਜੀ, ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਜੀ, ਥੈਂਕ ਯੂ, ਬਹੁਤ ਧੰਨਵਾਦ। ਸੋ ਬਿਲਕੁਲ ਵਧੀਆ ਜਿਹੜਾ ਇਹ ਮੁੱਦਾ ਚੱਕਿਆ ਹੈ। ਰੀਜ਼ਨ ਇਹਦੇ ਵਿੱਚ ਪ੍ਰਵੀਨ ਜੀ ਕਾਰਨ ਇਹ ਆ ਕਿਉਂਕਿ ਜਿਹੜੀਆਂ ਸਾਹਿਤ ਸਭਾਵਾਂ ਨੇ ਜਾਂ ਸੰਮੇਲਨ ਹੁੰਦੇ ਆ ਜਾਂ ਕੁਛ ਵੀ ਆ, ਤੁਸੀਂ ਉਸ ਭਾਸ਼ਾ ਉਸ ਬੋਲੀ ਦੇ ਕਰਕੇ ਆਪਣਾ ਨਾਮਣਾ ਖੱਟਿਆ। ਬਿਲਕੁਲ। ਤੇ ਜੇ ਅੱਜ ਉਹਦੀ ਦੁਰਗਤੀ ਹੋ ਰਹੀ ਆ ਤਾਂ ਤੁਹਾਨੂੰ ਝੰਡੇ ਬਰਦਾਰ ਵੀ ਹੋਣਾ ਪੈਣਾ। ਬਿਲਕੁਲ। ਇਹ ਕਈ ਵਾਰੀ ਨਾ ਆਪਾਂ ਦੇਖਦੇ ਕਿ ਸਾਡੇ ਜਿਹੜੇ ਸੱਜਣ ਮਿੱਤਰ ਨੇ ਇੰਟੈਲੈਕਚੁਅਲ ਕਹਿ ਦਿੰਦੇ ਆ, ਉਹ ਤਰੀਕਾਕਾਰ ਤੇ ਉੱਤੇ ਉਂਗਲ ਉਠਾ ਦਿੰਦੇ ਕਿ ਇਹ ਤਰੀਕਾ ਉਹ ਤਰੀਕਾ। ਤੁਸੀਂ ਦੱਸ ਦਿਓ, ਤੁਸੀਂ ਆਪਣਾ ਸ਼ੁਰੂ ਕਰ, ਤੁਸੀਂ ਜਿਹੜਾ ਸਹੀ ਤੁਹਾਨੂੰ ਲੱਗਦਾ ਤੁਸੀਂ ਉਹ ਤਾਂ ਸ਼ੁਰੂ ਕਰ ਲਓ। ਰੋਕ ਤਾਂ ਨਹੀਂ ਕੋਈ, ਅੱਗੇ ਲੱਗਣਾ ਨਹੀਂ। ਜੇ ਕੋਈ ਲੱਗਦਾ ਤਾਂ ਉਹਨੂੰ ਟੋਕਾ ਟਕਾਈ ਜ਼ਿਆਦਾ ਆ। ਤੇ ਆਪਾਂ ਜਿਹੜਾ ਉਹ ਜੇ ਨਹੀਂ ਕਰਨਾ, ਉਹ ਏਦਾਂ ਲੱਗਦਾ ਵੀ ਚਲੋ ਠੀਕ ਆ, ਤੁਸੀਂ ਉਸਦੇ ਇੱਕ ਤਰੀਕੇ ਤੋਂ ਨਹੀਂ ਖੁਸ਼ ਹੋਵੋਗੇ, ਪਰ ਜਿਹੜਾ ਤੁਹਾਡੇ ਹਿਸਾਬ ਨਾਲ ਸਹੀ ਤਰੀਕਾ ਆ ਤੁਸੀਂ ਉਸਦੇ ਵਿੱਚ ਹੀ ਸੰਗਠਿਤ ਹੋ ਕੇ ਅੱਗੇ ਵਧੋ, ਉਹ ਕਰੋ। ਚਾਹੇ ਚਿੱਠੀਆਂ ਲਿਖੋ, ਚਾਹੇ ਨਾਅਰੇ ਲਾਓ, ਚਾਹੇ ਪੋਸਟਰ ਲਵਾਓ, ਚਾਹੇ ਬੈਨਰ ਲਾਓ, ਕੁਛ ਤਾਂ ਕਰੋ। 108 ਸਾਲ ਪਹਿਲਾਂ ਦੀ ਗੱਲ ਹੈ, 1914 ਦੀ ਜਾਂ 12-13 ਦੇ ਇਹ ਆਲੇ ਦੁਆਲੇ ਦੀ ਗੱਲ ਕਰਦੇ ਹਾਂ ਆਪਾਂ। 110 ਸਾਲ ਹੋ ਗਏ। ਕਰਤਾਰ ਸਿੰਘ ਸਰਾਭਾ ਨੇ ਜਿਹੜੀ ਗਦਰ ਮੂਵਮੈਂਟ ਸੀ, ਗਦਰ ਲਹਿਰ ਸੀ, ਉਹਦਾ ਜਿਹੜਾ ਅਖਬਾਰ ਸੀ, ਜਿਹੜਾ ਉਰਦੂ ਦੇ ਵਿੱਚ ਸ਼ਬਦਾਂ ਸੀ, ਉਹਦਾ ਪੰਜਾਬੀ ਤਰਜਮਾ ਕੀਤਾ ਸੀਗਾ। ਪੰਜਾਬੀ ਦੇ ਵਿੱਚ ਉਹਦੀਆਂ ਕਾਪੀਆਂ, ਪੰਜਾਬੀ ਦੇ ਵਿੱਚ ਉਹਨੂੰ ਵੰਡਿਆ, ਲੋਕਾਂ ਤੱਕ ਪਹੁੰਚਾਇਆ, ਯੂਰਪ ਤੱਕ ਪਹੁੰਚਾਇਆ, ਏਸ਼ੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪਹੁੰਚਾਇਆ। ਕਿਉਂ ਪਹੁੰਚਾਇਆ? ਕੀ ਲੋੜ ਪਈ ਸੀਗੀ? ਕਿ ਅਸੀਂ ਉਹਨਾਂ ਨਾਲੋਂ ਜ਼ਿਆਦਾ ਆਪਣੇ ਆਪ ਨੂੰ ਸਮਝਦਾਰ ਸਮਝਦੇ ਹਾਂ ਕਿ ਅਸੀਂ ਬਹੁਤ ਜ਼ਿਆਦਾ ਸਿਆਣੇ ਆ? ਤਾਂ ਕਰਕੇ ਕਿਉਂਕਿ ਬੋਲੀ ਦੇ ਵਿੱਚ, ਭਾਸ਼ਾ ਦੇ ਵਿੱਚ ਜਿਹੜੀ ਗੱਲ ਲਿਖੀ ਹੈ ਜਾਂ ਜਿਹੜੀ ਪੜ੍ਹੀ ਜਾਂਦੀ ਹੈ, ਉਹ ਤੁਹਾਡੇ ਦਿਮਾਗ ਤੇ ਜ਼ਹਿਨੀ ਤੌਰ ਤੇ ਦੂਜੀ ਭਾਸ਼ਾ ਦੇ ਵਿੱਚ ਪੜ੍ਹੀ ਲਿਖੀ ਗੱਲ ਦੇ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਅਸਰਦਾਰ ਹੈ।
ਅਸਰ ਕਰਦੀ ਹੈ। ਜੇਕਰ ਤੁਹਾਨੂੰ ਦੱਸਿਆ ਜਾਵੇ ਕਿ ਪੰਜਾਬ ਦੇ ਵਿੱਚ ਆਹ ਹਾਲਾਤ ਨੇ, ਪਰ ਉਹ ਲਿਖਿਆ ਹੋਵੇ ਫ੍ਰੈਂਚ ਦੇ ਵਿੱਚ, ਬਹੁਤੇ ਲੋਕਾਂ ਨੇ ਪੜ੍ਹ ਹੀ ਨਹੀਂ ਸਕਣਾ, ਜਾਂ ਲਿਖਿਆ ਹੋਵੇ ਉਰਦੂ ਦੇ ਵਿੱਚ, ਕਿਉਂਕਿ ਅਸੀਂ ਪੜ੍ਹਦੇ ਨਹੀਂ ਅੱਜ ਕੱਲ੍ਹ ਉਰਦੂ, ਅਸੀਂ ਕਿਵੇਂ ਪੜ੍ਹ ਲਾਂਗੇ। ਪਰ ਜੇਕਰ ਸਾਡੇ ਪੰਜਾਬ ਬਾਰੇ ਕੋਈ ਗੱਲ ਪੰਜਾਬੀ 'ਚ ਲਿਖੀ ਹੋ ਤਾਂ ਸਾਡੇ ਸਿੱਧੀ ਦਿਲ ਤੇ ਵੱਜੂਗੀ, ਸਾਨੂੰ ਲੱਗੂਗਾ ਕਿ ਇਹ ਸਾਡੇ ਪੰਜਾਬ ਦੀ ਗੱਲ ਹੋ ਰਹੀ ਹੈ। ਪਰ ਅਸਲ ਦੇ ਵਿੱਚ ਸਾਡੇ ਹੀ ਕੁਛ ਲੋਕ ਨੇ ਜਿਹੜੇ ਹੈ ਤਾਂ ਪਤਾ ਨਹੀਂ ਬੁੱਧੀਮਾਨ ਜਾਂ ਬੁੱਧੀਜੀਵੀ ਉਹਨਾਂ ਨੂੰ ਕਹਿ ਦਿੰਦੇ ਆ, ਪਰ ਜਦੋਂ ਇਸ ਤਰ੍ਹਾਂ ਦੇ ਮਸਲੇ ਆਉਂਦੇ ਆ, ਜਦੋਂ ਬੁੱਧੀਜੀਵੀ ਦਾ ਤਾਂ ਮਤਲਬ ਇਹੀ ਹੈ ਨਾ ਕਿ ਉਹ ਮਾਰਗਦਰਸ਼ਨ ਕਰੇ ਜਾਂ ਉਹ ਦੱਸੇ ਕਿ ਕੀ ਤਰੀਕਾਕਾਰ ਹੋ ਸਕਦਾ। ਆਪਣੇ ਨਾਲ ਕੁਝ ਹੋਰ ਕਾਲਰ ਜੁੜ ਰਹੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਤੇ ਕਰਦੇ ਹਾਂ। ਬਖਸ਼ੀਸ਼ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਮੈਂ ਹੋਰ ਗੱਲ ਕਾਫੀ ਦਿਨੋਂ ਬੰਦਾ ਕਰਨੀ ਚਾਹੁੰਦਾ, ਚਲੋ ਸਾਡਾ ਮੁੱਦਾ ਚੱਲਦਾ ਸੀ, ਇੱਕ ਮੈਂ ਕਹਿੰਦਾ ਵੀ ਜਿਹੜੇ ਇੰਗਲਿਸ਼ ਮੀਡੀਅਮ ਸਕੂਲ ਆ ਨਾ ਆਪਣੇ ਪੰਜਾਬ ਦੇ, ਉਹਨਾਂ ਦੇ ਵਿੱਚ ਜਿੱਦਾਂ ਪਹਿਲਾ ਬੱਚਾ ਉਹ ਕੱਚੀ ਪਹਿਲੀ, ਪੱਕੀ ਪਹਿਲੀ, KG ਵਗੈਰਾ 3-4 ਸਾਲ ਇੱਦਾਂ ਲਗਾ ਦਿੰਦੇ ਜੀ। ਹਾਂਜੀ। ਉਹਦੇ ਵਿੱਚ ਬੱਚਾ 3 ਸਾਲ ਦਾ ਲੱਗਦਾ ਆ, 7-8 ਸਾਲ ਦਾ ਹੋ ਜਾਂਦਾ ਆ, ਮਤਲਬ ਕਿ ਜੋ ਪੱਕੀ ਪਹਿਲੀ ਚਾਹੁੰਦਾ ਤਕਰੀਬਨ ਸਮਝੋ ਪਹਿਲੀ ਚਾਹੁੰਦਾ। ਹਾਂਜੀ। ਉਹਦੇ ਚ ਉਹਨੂੰ ਪਹਿਲਾਂ ਤੋਂ ਸ਼ੁਰੂ ਤੋਂ ਨਾ ਹਿੰਦੀ ਔਰ ਅੰਗਰੇਜ਼ੀ ਸਿਖਾਈ ਜਾਂਦੀ ਆ, ਮਗਰ ਪਹਿਲਾਂ ਤੋਂ ਹੀ ਜੋ KG ਚ ਪਾਉਂਦੇ ਜਾਂ ਕੱਚੀ ਪੱਕੀ ਚ ਪਾਉਂਦੇ ਨਾ, ਪਹਿਲਾਂ ਤੋਂ ਹੀ ਪੰਜਾਬੀ ਆਉਣੀ ਚਾਹੀਦੀ ਆ। ਮੰਨ ਲਓ ਉਹ ਬੱਚਾ ਸਾਡੇ ਨਾਲ ਹੋਈ ਆ ਤੇ ਉਹ ਬੱਚੇ 7 ਸਾਲ ਦੇ ਹੋ ਜਾਂਦੇ ਆ ਤੇ ਇੱਥੇ ਬਾਹਰ ਸਾਡੇ ਕੋਲ ਆ ਜਾਂਦੇ ਆ, ਜੋ ਬਾਹਰ ਆ ਜਾਂਦੇ ਉਹਨਾਂ ਨੂੰ ਫਿਰ ਪੰਜਾਬੀ ਨਹੀਂ ਆਉਂਦੀ, ਨਾ ਉਹਨਾਂ ਨੂੰ 1 ਤੋਂ 100 ਤੱਕ ਪੰਜਾਬੀ ਦਾ ਪਤਾ ਹੈ। 55 ਹੁਣ ਇੱਥੇ ਸਾਨੂੰ 55 ਡੇਢ ਕਿੰਨੇ ਹੁੰਦੇ ਆ? ਹਾਂਜੀ ਹਾਂਜੀ, ਘਰਦਿਆਂ ਨੂੰ ਮੈਂ ਕਿਹਾ ਤੂੰ ਉੱਥੇ 4 ਸਾਲ 5 ਸਾਲ ਸਕੂਲੇ ਇੰਗਲਿਸ਼ ਮੀਡੀਅਮ ਪੜ੍ਹਾਏ ਬੱਚੇ, ਇਹਨਾਂ ਨੂੰ ਹਜੇ ਮਤਲਬ ਕਿ ਪੰਜਾਬੀ ਦਾ ਨਹੀਂ ਪਤਾ ਲੱਗਿਆ। ਗਿਣਤੀ 100 ਦਾ 50 ਸਾਲਾਂ ਦੇ ਵਿੱਚ ਉਹਨਾਂ ਨੂੰ ਗਿਣਤੀ ਨਹੀਂ ਆਈ, ਪੂਰਾ ਐੜਾ ਨਹੀਂ ਆਇਆ ਜੀ। ਤੇ ਉਹਦਾ ਮਤਲਬ ਮੀਡੀਅਮ ਜਿਹੜੇ ਚੱਲਦੇ ਨੇ ਇੰਗਲਿਸ਼, ਉਹਨਾਂ ਨੂੰ ਪਹਿਲਾਂ ਤੋਂ ਹੀ ਕੱਚੀ ਪੱਕੀ ਤੋਂ ਪਹਿਲੀ ਤੋਂ ਪੰਜਾਬੀ ਚੱਲਣੀ ਚਾਹੀਦੀ ਹੈ ਹਿੰਦੀ ਦੀ ਬਜਾਏ। ਹਿੰਦੀ ਚੱਲੇ ਮਗਰ ਚੌਥੀ ਪੰਜਵੀਂ ਤੋਂ ਬਾਅਦ, ਜਿੱਦਾਂ ਪਹਿਲਾਂ 6ਵੀਂ ਚੱਲਦੀ ਸੀਗੀ, ਇਦਾਂ ਚੱਲੇ ਇੰਗਲਿਸ਼। ਜੀ ਜੀ, ਧੰਨਵਾਦ ਬਖਸ਼ੀਸ਼ ਜੀ, ਜੀ ਸ਼ੁਕਰੀਆ। ਓਕੇ ਜੀ, ਥੈਂਕ ਯੂ। ਸਾਧੂ ਸਿੰਘ ਸੰਘਾ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਪ੍ਰੋਗਰਾਮ ਤੁਹਾਡਾ ਸੁਣ ਰਿਹਾ ਸੀ, ਬਹੁਤ ਵਧੀਆ ਚੱਲ ਰਿਹਾ। ਤੇ ਗੱਲ ਏਦਾਂ ਕਿ ਮੈਂ ਉਹ ਜਿਹੜੀ ਤੁਸੀਂ ਲੱਖਾਂ ਸਿਧਾਉਣ ਵਾਲੀ ਗੱਲ ਕੀਤੀ ਆ, ਮੈਂ ਵੀ ਉਹਨੂੰ ਵਾਚ ਕੀਤਾ ਸੀ ਟੀਵੀ ਦੇ ਉੱਤੇ ਜੀ। ਉਸ ਦਿਨ ਜਾਣੀ ਉਹ ਕਾਫੀ ਇਕੱਠ ਹੋ ਗਿਆ ਸੀਗਾ ਉੱਥੇ, ਤੇ ਪਰ ਉੱਥੇ ਮਾਪੇ ਵੀ ਆਏ ਹੋਏ ਸੀਗੇ ਬੱਚਿਆਂ ਦੇ। ਹਾਂਜੀ ਹਾਂਜੀ। ਉਸ ਸਕੂਲ ਦੇ ਵਿੱਚ, ਪਰ ਜਦੋਂ ਉਹ ਮਾਪਿਆਂ ਨੂੰ ਪਤਾ ਹੈ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਇੱਥੇ ਪੜ੍ਹਾਉਂਦੇ ਜਾਂ ਪੰਜਾਬੀ ਨਹੀਂ ਸਿਖਾਉਂਦੇ, ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਉੱਥੇ ਜ਼ਿਆਦਾ ਬੱਚਿਆਂ ਨੂੰ ਨਾ ਪੜ੍ਹਾਉਣ, ਫਿਰ ਤਾਂ ਸਕੂਲ ਵਾਲਿਆਂ ਕੋਲ ਵੀ ਚੋਇਸ ਹੀ ਨਹੀਂ ਰਹਿਣੀ। ਉਹ ਸਕੂਲ ਦੇ ਵਿੱਚੋਂ ਬੱਚੇ ਉਹ ਚਲਾਉਣ ਜਿੱਥੇ ਅੰਗਰੇਜ਼ੀ ਵੀ, ਜੇ ਉਹਨਾਂ ਨੇ ਅੰਗਰੇਜ਼ੀ ਪੜ੍ਹਾਉਣੀ ਹੈ ਤਾਂ ਅੰਗਰੇਜ਼ੀ ਵੀ ਜਿੱਥੇ ਪੜ੍ਹਾਉਂਦੇ ਹੋਣ ਤੇ ਪੰਜਾਬੀ ਵੀ ਪੜ੍ਹਾਉਂਦੇ ਹੋਣ। ਸਕੂਲ ਆਪਣੇ ਆਪ ਬੰਦ ਹੋ ਜਾਊਗਾ ਜੀ। ਜੇ ਬੱਚੇ, ਜੇ ਪੇਰੈਂਟਸ ਇਹ ਚਾਹਣ ਕਿ ਅਸੀਂ ਉੱਥੇ ਹੀ ਲਾਉਣਾ ਬੱਚਿਆਂ ਨੂੰ ਜਿੱਥੇ ਨਾਲ ਪੰਜਾਬੀ ਵੀ ਪੜ੍ਹਾਉਂਦੇ ਹੋਣ, ਤੇ ਜਿੱਥੇ ਉਹ ਜਿਸ ਤਰ੍ਹਾਂ ਉਸ ਸਕੂਲ ਦੀ ਸ਼ਿਕਾਇਤ ਹੋਈ ਹੈ ਕਿ ਉਹ ਪੜ੍ਹਾਉਂਦੇ ਨੀ ਗੇ ਪੰਜਾਬੀ ਤੇ ਬੋਲਣ ਵੀ ਨਹੀਂ ਦਿੰਦੇ, ਤਾਂ ਫਿਰ ਉਹਨਾਂ ਨੂੰ ਪੇਰੈਂਟਸ ਨੂੰ ਵੀ ਇਹ ਚਾਹੀਦਾ ਹੈਗਾ ਕਿ ਉਹ ਆਪਣਾ ਜਿਹੜਾ ਬੱਚਿਆਂ ਨੂੰ ਉੱਥੇ ਨਾ ਪੜ੍ਹਾਉਣ, ਉੱਥੋਂ ਉਹਨਾਂ ਦਾ ਦਾਖਲਾ ਕਿਸੇ ਹੋਰ ਸਕੂਲ ਦੇ ਵਿੱਚ ਕਰਾ ਦੇਣ। ਬਾਕੀ ਜਿਵੇਂ ਤੁਸੀਂ ਕਿਹਾ ਵੀ ਸੰਸਥਾਵਾਂ ਨੂੰ ਵੀ ਚਾਹੀਦਾ ਹੈਗਾ ਕਿ ਉਹ ਉੱਥੇ ਇੱਥੋਂ ਵਾਲੀਆਂ ਸੰਸਥਾਵਾਂ ਵੀ ਉੱਥੇ ਚਿੱਠੀਆਂ ਹੀ ਲਿਖ ਸਕਦੀਆਂ, ਪਰ ਉੱਥੇ ਜਿਹੜੀਆਂ ਸੰਸਥਾਵਾਂ ਹੈਗੀਆਂ ਉਹ ਹੋਰ ਵੀ ਕੁਛ ਕਰ ਸਕਦੀਆਂ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਉਹ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਵੀ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੀ ਡਿਊਟੀ ਕੀ ਬਣਦੀ ਹੈ। ਬਿਲਕੁਲ ਜੀ, ਜੀ ਸ਼ੁਕਰੀਆ ਜੀ, ਧੰਨਵਾਦ ਜੀ। ਹੁਣ ਦੇਖੋ, ਜਦੋਂ ਉਹਨਾਂ ਦੀ ਆਪਾਂ ਗੱਲ ਕਰਦੇ ਨਾ, ਹਾਂਜੀ, ਇਹ ਆਪਾਂ ਨਾ ਉੱਥੇ ਜਿਹੜੇ ਪੰਜਾਬੀ ਕਈ ਨਾ ਬੜੇ ਆਪਾਂ ਪ੍ਰਵੀਨ ਜੀ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਦੋਹਰਾ ਜੀਵਨ ਜੀ ਰਹੇ ਆ। ਜਦੋਂ ਤਾਂ ਕਰਦੇ ਆਪਾਂ ਆਪਣੇ ਰਿਸ਼ਤੇਦਾਰਾਂ ਨਾਲ ਗੱਲ, ਜਾਂ ਤਾਂ ਉਹ ਬੱਚਿਆਂ ਦੀ ਜਦੋਂ ਮਾਂ ਆ ਉਹ ਮਾਸੀ ਨਾਲ ਕਰਦੀ ਹੋਵੇ ਗੱਲ ਦੀਆਂ ਹੋਰ ਕਿਸੇ ਨਾਲ, ਫਿਰ ਤਾਂ ਪੰਜਾਬੀ 'ਚ ਬੜੀਆਂ ਸੋਹਣੀਆਂ ਗੱਲਾਂ ਹੁੰਦੀਆਂ। ਜੀ ਜੀ। ਜਦੋਂ ਨਿਆਣੇ ਨਾਲ ਗੱਲ ਕਰਨ ਲੱਗਦੇ ਫਿਰ ਹਿੰਦੀ ਨਿਕਲਣੀ ਸ਼ੁਰੂ ਹੋ ਜਾਂਦੀ। ਹਾਂ ਬਿਲਕੁਲ ਇਦਾਂ ਹੀ ਸ਼ਹਿਰਾਂ ਦੇ ਵਿੱਚ ਤਾਂ ਇਕੱਲੀ ਮਾਂ ਹੀ ਨਹੀਂ, ਪਿਓ ਦੀ ਵੀ ਗੱਲ ਕਰ ਲਈਏ ਨਾਲ। ਇਹ ਨਾ ਕਹੇ ਵੀ ਸਾਡੀਆਂ ਭੈਣਾਂ ਜਿਹੜੀਆਂ ਮਾਵਾਂ ਇਹ ਨਾ ਕਹਿਣ ਵੀ ਸਿਰਫ ਸਾਨੂੰ ਕਹਿੰਦੇ ਆ, ਸਾਰਿਆਂ ਦਾ ਹੀ ਇਹ ਹਾਲ ਹੋਇਆ ਪਿਆ। ਹਾਂਜੀ, ਇਹ ਆਪਣੇ ਆਈ ਥਿੰਕ ਜਿਹੜੇ ਪੰਜਾਬੀ ਆ ਨਾ, ਉਹ ਹੀਣ ਭਾਵਨਾ ਦਾ, ਆਪਣੇ ਆਪ ਦੀ ਹੀਣ ਭਾਵਨਾ ਦਾ ਸ਼ਿਕਾਰ ਹੋਏ ਬੈਠੇ ਆ। ਉਹਨਾਂ ਨੂੰ ਬੋਲੀ ਦਾ ਸ਼ਿੰਗਾਰ ਦਾ ਹੀ ਨਹੀਂ ਪਤਾ, ਸ਼ਿੰਗਾਰ ਦਾ ਹੀ ਨਹੀਂ ਜਿਹੜਾ ਉਹ ਪਤਾ। ਹਾਂਜੀ, ਹੁਣ ਤੁਸੀਂ ਕਿੰਨੇ ਮੁਲਕਾਂ ਜਾਂਦੇ, ਜਿਹੜੇ ਸ਼ੁਰੂਆਤੀ ਕਾਲਰ ਸੀ ਉਹਨਾਂ ਨੇ ਜਿੱਦਾਂ ਗੱਲ ਕੀਤੀ ਸੀ ਕਿ ਵੀ ਜਿਹੜੇ ਦੱਖਣ ਦੇ ਸੂਬੇ ਆ, ਮੈਂ 3 ਸਾਲ ਲਾਏ ਆ ਉੱਥੇ।
ਬੰਗਲੌਰ ਦੇ ਵਿੱਚ, ਉੱਥੇ ਮੈਂ ਕੰਮ ਕੀਤਾ IT ਇੰਡਸਟਰੀ ਦੇ ਵਿੱਚ। ਉੱਥੇ ਉਹ ਜਦੋਂ ਆਪਸ 'ਚ ਗੱਲ ਕਰਦੇ ਮਜਾਲ ਆ ਉਹ ਕਿਤੇ ਜਾਂ ਅੰਗਰੇਜ਼ੀ 'ਚ ਜਾਂ ਹਿੰਦੀ 'ਚ ਵੀ ਕਰਦੇ ਹੋਣ, ਉਹਨਾਂ ਨੇ ਆਪਣੀ ਬੋਲੀ 'ਚ ਕਰਨੀ, ਚਾਹੇ ਉਹ ਕੰਨੜ 'ਚ ਕਰਨ, ਮਲਿਆਲਮ 'ਚ ਕਰਨ, ਤੇਲਗੂ 'ਚ ਕਰਨ, ਜਿਹੜੇ ਇਲਾਕੇ ਦੇ ਆ, ਜਿਹੜੇ ਵੀ ਇਲਾਕੇ ਦੇ ਜਿਹੜੇ ਉਹ ਹੈਗੇ ਆ। ਹਾਂ, ਇੱਕ ਦੂਜੇ ਦੇ ਨਾਲ ਗੱਲ ਕਰਨ ਦੇ ਲਈ ਜੇ ਤੁਸੀਂ ਇੱਕ ਕਾਮਨ ਬੋਲੀ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਹੋ, ਕੋਈ ਸਾਨੂੰ ਕਿਸੇ ਨੂੰ ਕੋਈ ਹਰਜ ਨਹੀਂ। ਚਾਹੇ ਤੁਸੀਂ ਉਹਦੇ ਲਈ ਅੰਗਰੇਜ਼ੀ ਵਰਤ ਰਹੇ ਆ, ਚਾਹੇ ਤੁਸੀਂ ਉਹਦੇ ਲਈ ਹਿੰਦੀ ਵਰਤ ਰਹੇ ਆ, ਪਰ ਇਹ ਕਹਿ ਕੇ ਕਹਿਣਾ ਵੀ ਨਹੀਂ ਜੀ ਕਾਮਨ ਭਾਸ਼ਾ, ਕਾਮਨ ਬੋਲੀ ਹੋਣੀ ਚਾਹੀਦੀ ਹੈ, ਇੱਕ ਸਾਂਝੀ ਹੋਣੀ ਚਾਹੀਦੀ ਆ, ਇਸ ਲਈ ਤੁਸੀਂ ਜਿਹੜੀ ਆਪਣੀ ਉਹਨੂੰ ਛੱਡ ਕੇ ਦੂਜੀ ਜਿਹੜੀ ਆ ਉਹ ਕਰ ਲਓ, ਉਹ ਦੂਜੀਆਂ ਦੀ ਦੇਖ ਕੇ ਆਪਣੀ ਨਹੀਂ ਢਾਈ ਦੀ, ਉਹ ਜਿਹੜੀ ਗੱਲ ਆ। ਪੰਜਾਬੀ ਭਾਸ਼ਾ ਤੋਂ ਬੇਮੁਖ ਹੋ ਕੇ ਤੁਸੀਂ ਸਿਰਫ ਇਹਦੀ ਇੱਕ ਤਰੀਕੇ ਨਾਲ ਇਹਦੀ ਤਰਾਸਦੀ ਵੱਲ ਨਹੀਂ ਜਾ ਰਹੇ, ਇਹਨੂੰ ਦੁਖਾਂਤ ਵੱਲ ਨਹੀਂ ਤੱਕ ਰਹੇ, ਬਲਕਿ ਜਿਹੜਾ ਏਜੰਡਾ ਥੋਪਿਆ ਜਾ ਰਿਹਾ ਉਹਨੂੰ ਖਤਮ ਕਰਨ ਦਾ, ਤੁਸੀਂ ਉਹਦੇ ਏਜੰਡੇ ਦਾ ਪੱਖ ਪੂਰ ਰਹੇ ਹੋ, ਉਹ ਏਜੰਡੇ ਦਾ ਹਿੱਸਾ ਬਣ ਰਹੇ ਹੋ ਤੁਸੀਂ, ਚਾਹੇ ਤੁਹਾਨੂੰ ਪਤਾ ਚਾਹੇ ਨਹੀਂ ਪਤਾ। ਹਾਂਜੀ, ਰਾਜਵੀਰ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਦੋਨਾਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ ਸ਼ਰਮਾ ਜੀ, ਗੱਲ ਇਹ ਆ ਵੀ ਤੁਸੀਂ ਸਾਡਾ ਇਲਾਕਾ ਫਿਰੇ ਹੋ ਜੀ, ਤੇ ਉੱਥੇ ਨਾ ਮੈਂ 25 ਸਾਲ ਜੌਬ ਕੀਤੀ ਹੈ, ਅਬੋਹਰ, ਮਲੋਟ, ਫਾਜ਼ਿਲਕਾ, ਗਿੱਦੜਵਾ, ਹਾਂਜੀ ਤੁਹਾਡੇ ਇੱਧਰ ਮਲੇਰਕੋਟਲਾ, ਕੋਈ ਵੀ ਏਰੀਆ ਪੰਜਾਬ ਦਾ ਨਹੀਂ ਛੱਡਿਆ ਜੀ, ਕਿਉਂਕਿ ਸਾਡੀ ਪੈਸਟੀਸਾਈਡ ਕੰਪਨੀ ਹੁੰਦੀ ਸੀਗੀ, ਫਰਟੀਲਾਈਜ਼ਰ ਹੁੰਦੀ ਸੀਗੀ, ਫਿਰ ਸੀਡਾਂ ਵਾਲੀ ਹੁੰਦੀ ਸੀ, ਸਾਨੂੰ ਭੇਜਦੇ ਸੀਗੇ। ਠੀਕ ਹੈ ਜੀ। ਤੇ ਸਾਡਾ ਇਲਾਕਾ ਅਬੋਹਰ ਹੈ, ਤੁਹਾਨੂੰ ਪਤਾ ਦੱਸਿਆ ਹੈ ਮੈਂ ਤੁਹਾਨੂੰ। ਹਾਂਜੀ, ਤੇ ਉੱਥੇ ਨਾ ਜੀ ਬਾਗੜੀਏ, ਜਿਨ੍ਹਾਂ ਨੂੰ ਚੌਧਰੀ ਕਹਿ ਦਿੰਦੇ ਆ, ਬਾਗੜੀਏ ਜਾਟ, ਹਾਂਜੀ ਉਹਨਾਂ ਦੀ ਬਹੁਤ ਗਿਣਤੀ ਹੈ ਤਕਰੀਬਨ। ਹਾਂਜੀ, ਇਸ ਬੈਲਟ 'ਚ ਹੈਗੀ। ਹਾਂ, ਤੇ ਉਹ ਜਦੋਂ ਅਸੀਂ ਮਤਲਬ ਕਿ ਆਪਦੀਆਂ ਜਿਹੜਾ ਲਿਖ ਲਿਖਾ ਕਰਦੇ ਹੁੰਦੇ ਸੀ, ਉਹ ਕਰਦੇ ਸੀ ਹਿੰਦੀ 'ਚ। ਹਾਂਜੀ, ਜਿਹੜੀਆਂ ਰਿਪੋਰਟਾਂ ਭੇਜਦੇ ਸਾਂ ਅਸੀਂ। ਹਾਂਜੀ, ਤੇ ਅਸੀਂ 5-6 ਮੁੰਡੇ ਸੀਗੇ ਜਿਹੜੇ ਮਤਲਬ ਕਿ ਉਹ ਸਾਨੂੰ ਕਹਿੰਦੇ ਸੀ ਵੀ ਹਿੰਦੀ ਕਰੋ, ਪਰ ਅਸੀਂ ਨਹੀਂ ਸੀ ਕਰਦੇ, ਅਸੀਂ ਕਿ ਸਾਨੂੰ ਆਉਂਦੀ ਨਹੀਂ। ਹਾਲਾਂਕਿ 10ਵੀਂ ਤੱਕ ਅਸੀਂ ਹਿੰਦੀ ਪੜ੍ਹੀ ਸੀ, ਹਾਂਜੀ, ਪਰ ਅਸੀਂ ਕਹਿੰਦੇ ਸਾਨੂੰ ਆਉਂਦੀ ਨਹੀਂ। ਤੇ ਉਦੋਂ ਬਾਅਦ ਇਹਨਾਂ ਨੇ ਇੱਕ, ਫਿਰ ਤੁਸੀਂ ਹੋਰ ਵੇਖੋ, ਮਾਡਲ ਸਕੂਲ ਪੰਜਾਬ ਦੇ ਵਿੱਚ, ਜਦੋਂ ਮੇਰੇ ਬੱਚੇ ਉਸ ਮਾਡਲ ਸਕੂਲ 'ਚ ਪੜ੍ਹਿਆ, ਗਵਰਨਮੈਂਟ ਮਾਡਲ ਸਕੂਲ, ਹਾਂਜੀ, +2 ਤੱਕ ਬਣਾਏ ਸੀਗੇ। ਹਾਂਜੀ ਬਣਾਏ ਸੀ। ਉਹਦੇ ਵਿੱਚ ਜਿਹੜੀ ਫਸਟ ਲੈਂਗੁਏਜ ਉਹ ਹਿੰਦੀ ਰੱਖੀ ਹੋਈ ਸੀ। ਅੱਛਾ, ਠੀਕ ਹੈ ਜੀ। ਹਾਂਜੀ, ਇਹ ਬਾਦਲ ਦੇ ਟਾਈਮ ਤੇ ਬਣੇ ਸੀਗੇ। ਫਿਰ ਹੋਰ ਸੁਣ ਲਓ, ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਵਾਰਤਾ ਲਿਖਾ ਦਿਆ ਜੇ, ਕੋਈ ਬੰਦਾ ਲਿਖਾ ਦੇਵੇ, ਜੇ ਪਹਿਲੀ ਗੱਲ ਤਾਂ ਇਹਨੇ ਮੇਰੇ ਖਿਆਲ ਮੈਟ੍ਰਿਕ ਪੰਜਾਬੀ 'ਚ ਕੀਤੀ ਨਹੀਂ ਉਹਨੇ। ਠੀਕ ਹੈ ਜੀ। ਇਹਨੇ ਮਤਲਬ ਕਿ ਪੰਜਾਬੀ ਦਾ ਰੱਖਿਆ ਹੀ ਨਹੀਂ ਹੋਣਾ ਸਬਜੈਕਟ, ਜਦੋਂ ਮੈਟ੍ਰਿਕ ਕੀਤੀ, ਪੜ੍ਹੇ ਬਾਹਰ ਦਾ ਇਹ ਤਾਂ ਤਕਰੀਬਨ। ਤੇ ਫਿਰ ਜਦੋਂ ਵੀ ਇਹ ਭਾਸ਼ਣ ਦਿੰਦੇ ਨੇ, ਚਾਹੇ ਦੂਜੀ ਹੈਗੀ ਇਸ ਸਿਮਰਤ ਕੌਰ ਬਾਦਲ, ਤੁਸੀਂ ਵੇਖੋ ਕਦੀ ਉਹਨੇ ਠੇਠ ਪੰਜਾਬੀ ਬੋਲੀ ਕੀਤੀ? ਨਹੀਂ, ਬਿਲਕੁਲ। ਤੇ ਫਿਰ ਇਹਨਾਂ ਨੇ ਜਦੋਂ ਸਾਡਾ ਮੋਢੀ ਉਸ ਕੰਮ 'ਚ ਤੁਰਿਆ ਫਿਰਦਾ ਹੈ, ਹਾਂਜੀ, ਲੋਕਾਂ ਨੂੰ ਜਥੇਦਾਰ ਤਕਰੀਬਨ ਜਿੰਨੇ ਜਥੇਦਾਰ ਨੇ, ਮੇਰਾ ਖਿਆਲ ਤੋਂ ਜ਼ਿਆਦਾ ਹਿੰਦੀ ਬੋਲਦੇ ਆ। ਗੁਰਦੁਆਰਿਆਂ ਦੇ ਜਿਹੜੇ ਪ੍ਰਧਾਨ ਫੁਰਦੂ ਵੀ ਬਣਾਏ ਹੋਏ ਇਹਨਾਂ ਨੇ ਜੀ, ਤਕਰੀਬਨ ਅੱਧਿਓਂ ਜ਼ਿਆਦਾ ਹਿੰਦੀ ਬੋਲਦੇ ਆ। ਨਹੀਂ, ਪਟਨਾ ਸਾਹਿਬ ਵਾਲੇ ਜਾਂ ਹੋਰ ਉਹ ਬੋਲਦੇ ਹੋਣਗੇ, ਪੰਜਾਬ ਵਾਲੇ ਤਾਂ ਹਜੇ ਪੰਜਾਬੀ ਬੋਲਦੇ, ਇਹ ਤਾਂ ਪੰਜਾਬੀ 'ਚ ਖੜੇ ਆ। ਉਹ ਜਦੋਂ ਅੰਗਰੇਜ਼ੀ ਜਾਂ ਹਿੰਦੀ ਵਾਲਾ ਚੈਨਲ ਆਉਂਦਾ, ਫਿਰ ਹਿੰਦੀ ਨਿਕਲਣ ਲੱਗ ਜਾਂਦੀ, ਫਿਰ ਹਿੰਦੀ ਲਿਖਣ ਲੱਗ ਪੈਂਦੀ ਸਾਡੇ। ਇਹ ਗੱਲ ਹੈਗੀ ਆ, ਨਹੀਂ ਤਾਂ ਆਪਾਂ ਹੋਰ ਥਾਵਾਂ ਦੇ ਉੱਤੇ ਜਦੋਂ ਜਾ ਕੇ ਦੇਖਦੇ ਨਾ, ਉਹ ਆਪਣੀ ਮਾਂ ਬੋਲੀ ਛੱਡਦੇ ਨਹੀਂ ਭਾਸ਼ਾ। ਕਾਤੇ ਛੱਡਣੀ, ਪਰ ਤੁਹਾਡੇ ਕੋਲ ਹੈਗੇ ਆ ਟਰਾਂਸਲੇਟਰ, ਵਰਤ ਲਓ, ਦੱਸ ਦਿਓ ਵੀ ਕਿਸ ਕੰਮ ਨੂੰ। ਥੈਂਕ ਯੂ, ਮਿਹਰਬਾਨੀ ਕਾਲ ਦੇ ਲਈ, ਸ਼ੁਕਰੀਆ। ਅਗਲੇ ਕਾਲਰ ਨੇ ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਤੁਸੀਂ ਆਪਣਾ ਕੀ ਗੱਲ ਕਰਦੇ, ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਲਾਇਆ ਬਾਹਰੋਂ ਲਿਆ ਕੇ, ਉਹਨੂੰ ਕਿਹੜੀ ਪੰਜਾਬੀ ਆਉਂਦੀ ਹੈ? ਜਿਹੜਾ ਸੈਕਟਰੀ ਆ ਐਜੂਕੇਸ਼ਨ, ਉਹਨੂੰ ਵੀ ਨਹੀਂ ਆਉਂਦੀ ਜੀ। ਜੇ ਫੜਨਾ ਤੇ ਉਹਨੂੰ ਜਾ ਕੇ ਫੜੋ, ਇਹ ਬ੍ਰਾਂਚਾਂ ਨੂੰ ਫੜਨ ਦਾ ਕੋਈ ਲਾਭ ਨਹੀਂ ਹੋਣਾ ਜੀ। ਬਿਲਕੁਲ 90-95% ਜਿਹੜੇ ਪੰਜਾਬੀਆਂ ਨੇ ਸਕੂਲ ਖੋਲੇ ਆ ਨਾ ਵੱਡੇ, ਹਾਂਜੀ, ਉੱਥੇ ਵੀ ਪੰਜਾਬੀ, ਜਿਹੜੇ CBSE ਨਾਲ ਅਟੈਚ ਆ ਜਾਂ ICSE ਦੂਜੇ ਪੰਜਾਬ ਬੋਰਡ ਤੋਂ ਛੱਡ ਕੇ, ਸਾਰੇ ਹਿੰਦੀ ਜਾਂ ਅੰਗਰੇਜ਼ੀ ਦੀ ਗੱਲ ਕਰਦੇ ਤੇ ਹਿੰਦੀ ਪੜ੍ਹਾਉਂਦੇ, ਤੇ ਫਸਟ ਲੈਂਗੁਏਜ ਉਹਨਾਂ ਦੀ ਹਿੰਦੀ ਹੈ। ਹਾਂਜੀ, ਮੇਰੇ ਖਿਆਲ ਜੀ। ਤੇ ਤੁਸੀਂ ਵੇਖੋ, ਪੁਰਾਣੀ ਗੱਲ ਕਰਦਾ, ਅੱਜ ਤੋਂ 20-30 ਸਾਲ ਪਹਿਲਾਂ ਦੀ, 25 ਸਾਲ 30 ਸਾਲ ਹੀ ਹੋ ਗਏ ਹੋਣੇ ਇਸ ਗੱਲ ਨੂੰ ਜੀ। ਅੰਮ੍ਰਿਤਸਰ 'ਚ ਖਬਰਾਂ ਆਉਂਦੀਆਂ ਹੁੰਦੀਆਂ ਸਿਰਫ
ਸ਼ਾਮ ਨੂੰ ਕਿਹੜੀ ਹੁੰਦੀ ਕੇਬਲ, ਉਦੋਂ ਕੇਬਲ ਤਾਂ ਨਹੀਂ, ਉਦੋਂ ਹੋਰ ਉਹਨੂੰ ਕਹਿੰਦੇ ਕੇਬਲ ਹੀ ਲਾ ਲਓ ਚਲੋ। ਹਾਂਜੀ। ਤੇ ਸ੍ਰੀ ਅੰਮ੍ਰਿਤਸਰ ਸ਼ਾਮ ਨੂੰ ਖਬਰਾਂ ਆਉਣੀਆਂ ਹੁੰਦੀਆਂ ਸੀ ਤੇ ਕੇਂਦਰ ਆ ਸਿੱਖੀ ਦਾ ਉੱਥੇ ਤੁਰਾ। ਹਾਂਜੀ। ਲੋਕਲ ਉਹ ਚੈਨਲ ਚੱਲਦਾ ਹੁੰਦਾ ਸੀ, ਮੈਨੂੰ ਨਾਮ ਭੁੱਲ ਗਿਆ ਉਹਦਾ, ਖਬਰਾਂ ਉਹਨੇ ਦੇਣੀਆਂ ਹਿੰਦੀ 'ਚ। ਅਸੀਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲੇ, ਕੌਰਾ ਸਾਹਿਬ ਨੂੰ ਮਿਲੇ। ਇੱਥੇ ਕਿਹੜੇ ਹਿੰਦੀ ਅੰਮ੍ਰਿਤਸਰ 'ਚ ਸੁਣਨ ਵਾਲੇ ਇੰਨੇ ਜ਼ਿਆਦਾ ਆ ਗਏ ਵੀ ਖਬਰਾਂ ਹਿੰਦੀ ਦਿੰਦੇ ਜੇ। ਉਹ ਜੀ ਇੱਕ ਪ੍ਰੋਪੋਗੈਂਡਾ ਦੇ ਤਹਿਤ ਫਿਰ ਹੁੰਦਾ ਨਾ ਵੀ ਏਜੰਡੇ ਦੇ ਤਹਿਤ ਜਿਹੜਾ ਚੱਲ ਫਿਰ ਗਾਲੀਆਂ ਵਰਤਾਂਤ ਸਿਰਜਣਾ ਉਹਨਾਂ ਨੇ। ਖਬਰਾਂ ਲੋਕਲ ਦੇਣ ਦੇ ਤੇ ਆਂਦੇ ਨਹੀਂ ਜੀ ਇੱਥੇ ਨਾ VIP ਬੜੇ ਆਉਂਦੇ, ਫਿਰ ਉਹਨਾਂ ਵੀ ਸੁਣਨੀ ਹੁੰਦੀਆਂ। ਦੱਸੋ ਕਿਹੜੀ ਗੱਲ ਕਰੋਗੇ? VIP ਜ਼ਿਆਦਾ ਕਿ ਲੋਕ ਜ਼ਿਆਦਾ ਹੈ? ਫਿਰ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਸਾਡਾ ਮੁੱਢ ਸ਼ੁਰੂ ਹੁੰਦਾ, ਮੈਂ ਹੋਰ ਤੁਹਾਨੂੰ ਦੱਸਦਾ ਜੀ, ਪੰਜਾਬੀ ਸਕੂਲਾਂ 'ਚ ਵੀ ਪੜ੍ਹ ਲਓ, ਜਿੰਨਾ 1 2 3 4 ਜਿੰਨੀ ਗਿਣਤੀ ਕਰਦੇ ਆਪਾਂ, ਉਹ ਪੰਜਾਬੀ ਥੋੜੀ ਕਰਦੇ ਆ। ਉਹ ਤੇ ਰੋਮਨ ਲੈਂਗੁਏਜ ਹੀ ਆ। ਹਾਂਜੀ ਹਾਂਜੀ। ਅੰਕ ਜਿਹੜੇ ਇਹ ਕਦੀ ਕਿਸੇ ਨੇ ਗੱਲ ਕੀਤੀ ਹੈ? ਫੇਰ ਆ ਜਾਊਗਾ, ਪਹਿਲਾਂ ਹੁੰਦਾ ਹੈ ਜਬਰਾ ਪੰਜਾਬੀ 'ਚ ਜੀ, ਲੱਲਾ ਮੰਮਾ ਰਾਰਾ ਨੰਨਾ, ਉਹਦੇ ਮੀਨਿੰਗ ਹੀ ਬੜੇ ਗਲਤ ਹੁੰਦੇ ਸੀਗੇ ਤੇ ਫਿਰ ਉਹਨੂੰ ਅੰਗਰੇਜ਼ੀ 'ਚ ਲੈ ਗਏ ਆ। ਇਸ ਕਰਕੇ ਚਲੋ, ਮੈਂ ਸਰਦਾਰ ਲਕਸ਼ਮਣ ਸਿੰਘ ਗਿੱਲ ਮੁੱਖ ਮੰਤਰੀ ਹੋਏ ਪੰਜਾਬ ਦੇ ਜੀ, ਆਪਣੇ ਜਦੋਂ ਪੰਜਾਬ ਲੰਗੜਾ ਕੀਤਾ ਇਹਨਾਂ, ਤੇ ਉਹਨਾਂ ਬੜੇ ਸਟਰੋਂਗਲੀ ਪੰਜਾਬੀ ਲਾਗੂ ਕਰਨ ਲਈ ਜ਼ੋਰ ਲਾਇਆ ਸੀ। ਤੇ ਕਿੰਨੇ ਮੁੱਖ ਮੰਤਰੀ ਹੋ ਗਏ ਹੋਣਾ, ਮੁੱਖ ਮੰਤਰੀ ਸਾਹਿਬ ਆਂਦੇ ਪੰਜਾਬੀ ਲਾਗੂ ਹੋਣੀ ਆ। ਉਦੋਂ ਉਹ ਟਵੀਟ ਜਿਹੜਾ ਹਿੰਦੀ 'ਚ ਦੇਣ ਡੇ, ਜਿਹੜਾ ਇਹਨਾਂ ਉਹ ਕੀਤਾ ਵਾ ਡਿਬੇਟ ਜੀ ਇਕੱਲਿਆਂ। ਹਾਂਜੀ ਹਾਂਜੀ। ਤੇ ਫਿਰ ਕਿੱਥੋਂ ਤੁਸੀਂ ਦੱਸੋ? ਸਰਕਾਰਾਂ ਨੂੰ ਚੁਣਦੇ ਆਪਾਂ, ਸ਼੍ਰੋਮਣੀ ਕਮੇਟੀ ਦਾ ਸਾਡੀ ਸਿੱਖੀਜ਼ਮ ਦੀ ਵਾਰਸ ਆ। ਜੇ ਇਹਨਾਂ ਲੋਕ, ਮੈਂ ਹੁਣੇ ਵੇਖਣ ਡਿਆ, ਮੈਨੂੰ ਨਹੀਂ ਚੇਤਾ ਵੀ ਆਪਣਾ ਸਾਡਾ ਸਿੱਖਾਂ ਦਾ ਜਿਹੜਾ ਕਿੰਨੇ ਸਾਲ ਹੋ ਗਏ ਆ, ਹੁਣ ਜਿਹੜੇ ਕਾਲ ਕਰਦੇ ਆ ਨਾ, ਇਹਨਾਂ ਨੂੰ ਵੀ 1 2 ਗਿਣਤੀ ਜਿਹੜੀ ਪੰਜਾਬੀ ਗੁਰਮੁਖੀ 'ਚ ਨਹੀਂ ਪਤਾ ਹੋਣਾ ਜੀ। ਜੀ ਜੀ, ਠੀਕ ਹੈ ਜੀ ਜੀ। ਮਿਹਰਬਾਨੀ ਪ੍ਰਗਟ ਸਿੰਘ ਜੀ, ਥੈਂਕ ਯੂ ਜੀ, ਸ਼ੁਕਰੀਆ, ਧੰਨਵਾਦ। ਬਲਵਿੰਦਰ ਪਾਲ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਸਲਾ ਬੜਾ ਵੱਡਾ ਤੁਸੀਂ ਛੂ ਲਿਆ ਤੇ ਸਮਾਂ ਹੈਗਾ ਬਹੁਤ ਥੋੜਾ। ਇਸ ਮਸਲੇ ਤੇ ਤਾਂ ਤੁਸੀਂ ਰੋਜ਼ ਹੀ ਇੱਕ ਪ੍ਰੋਗਰਾਮ ਕਰ ਸਕਦੇ। ਠੀਕ ਹੈ ਜੀ। ਤੇ ਗੱਲ ਇਹ ਆ ਵੀ ਅਸੀਂ ਛੋਟੀਆਂ ਛੋਟੀਆਂ ਗੱਲਾਂ ਨਾ ਕਰੀਏ, ਆਪਾਂ ਵੱਡੀ ਗੱਲ ਕਰੀਏ। ਜਿਹੜੇ ਹਾਕਮ ਜਮਾਤ ਹੈ, ਹਾਕਮ ਜਮਾਤ ਨੇ ਆਪਣਾ ਜਿਹੜਾ ਨਿਸ਼ਾਨਾ ਤੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਇੱਛਾਵਾਂ ਨੇ, ਜਿਹੜੇ ਉਹਨਾਂ ਦੇ ਨਿਸ਼ਾਨੇ ਨੇ, ਉਹਨਾਂ ਨੇ ਲੁਕੋਏ ਨਹੀਂ ਹੈਗੇ ਬਿਲਕੁਲ ਜੀ। ਉਹ ਪੰਜਾਬ ਦੇ ਵਿੱਚ ਠੋਕ ਕੇ ਹਿੰਦੀ ਲਾਗੂ ਕਰ ਰਹੇ ਆ, ਕਿਸੇ ਕੋਲੋਂ ਪੁੱਛਦੇ ਨਹੀਂ ਪਏ। ਮੁੱਖ ਮੰਤਰੀ ਉਹਨਾਂ ਦੇ ਹੱਥਾਂ ਦੀ ਕਠਪੁਤਲੀ ਆ, ਸਿਵਾਏ ਲక్ష్మణ ਸਿੰਘ ਗਿੱਲ ਮੁੱਖ ਮੰਤਰੀ ਦੇ, ਜਿਹਨੇ ਪੰਜਾਬੀ ਠੋਕ ਕੇ ਲਾਗੂ ਕੀਤੀ ਸੀ। ਬਾਕੀ ਮੁੱਖ ਮੰਤਰੀ ਨੇ ਜਿਹੜੇ ਜਾਂ ਜਿੰਨੇ ਵੀ ਥੱਲੇ ਅਫਸਰਸ਼ਾਹੀ ਆ, ਇਹ ਸਾਰੇ ਹੀ ਕੇਂਦਰ ਦੀ ਡੀਪ ਸਟੇਟ ਦੇ ਏਜੰਟ ਨੇ, ਕਹਿ ਲਓ। ਠੀਕ ਹੈ। ਗੱਲ ਮਾਂ ਬੋਲੀ ਦੀ ਨਹੀਂ ਹੈਗੀ ਨਿਰੀ, ਇਹ ਨਿਰੀ ਮਾਂ ਬੋਲੀ ਨਹੀਂ ਹੈਗੀ, ਇਹ ਸਾਡੀ ਗੁਰੂ ਲਿਪੀ ਵੀ ਹੈ। ਜੇ ਸਾਨੂੰ ਪੰਜਾਬੀ ਨਾ ਆਈ ਤਾਂ ਗੁਰੂ ਗ੍ਰੰਥ ਸਾਹਿਬ ਕੌਣ ਪੜ੍ਹੇਗਾ? ਦਸਮ ਗ੍ਰੰਥ ਕੌਣ ਪੜ੍ਹੇਗਾ? ਗੁਟਕਾ ਸਾਹਿਬ ਕੌਣ ਪੜ੍ਹੇਗਾ? ਅੱਛਾ, ਦੂਜੀ ਗੱਲ ਇਹ, ਜਿਹੜਾ ਉਹ RSS ਸਕੂਲ ਹੈ, ਉੱਥੇ ਕੜਾ ਵੀ ਲਵਾਇਆ ਗਿਆ, ਚੁੰਨੀਆਂ ਵੀ ਲਵਾਈਆਂ ਗਈਆਂ, ਇੱਕ ਨੌਜਵਾਨ ਦੀ ਦਸਤਾਰ ਲਵਾਈ ਗਈ। ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਸਾਡੇ ਕਕਾਰ ਵੀ ਚੰਗੇ ਨਹੀਂ ਲੱਗਦੇ ਜੀ, ਤੇ ਫਿਰ ਅਸੀਂ ਕੀ ਉਡੀਕਦੇ ਪਏ ਆ? ਮੇਰਾ ਮਤਲਬ ਇਹ ਹੈ, ਇਹਦੇ ਵਿੱਚ ਮਾਪਿਆਂ ਦਾ ਵੀ ਬਰਾਬਰ ਦਾ ਦੋਸ਼ ਹੈ। ਮਾਪੇ ਵੀ ਮਤਲਬ ਆਪਣੇ ਬੱਚਿਆਂ ਨੂੰ ਨਾ ਪੰਜਾਬੀ ਸਿਖਾ ਕੇ ਰਾਜੀ ਆ, ਨਾ ਗੁਰਮੁਖੀ ਸਿਖਾ ਕੇ ਰਾਜੀ ਆ, ਅੰਗਰੇਜ਼ੀ। ਮੇਰਾ ਮਤਲਬ ਇਹ ਆ ਵੀ ਜੇ ਸਾਨੂੰ ਸਾਡੀ ਗੁਰੂ ਲਿਪੀ ਭੁੱਲ ਗਈ ਤਾਂ ਸਾਡੇ ਪੱਲੇ ਕੀ ਆ? ਸਾਡੇ ਜੀ ਬਿਲਕੁਲ ਆ ਗੁਰੂ ਗ੍ਰੰਥ ਸਾਹਿਬ ਗੁਰਦੁਆਰਿਆਂ ਵਿੱਚ ਪਏ ਹੋਏ ਨੇ, ਕਿਸੇ ਨੇ ਪੜ੍ਹਨੇ ਨਹੀਂ, ਕਿਸੇ ਨੂੰ ਸਮਝ ਨਹੀਂ ਆਉਣੇ। ਸੋ ਲਿਹਾਜ਼ਾ ਇਹ ਮਾਂ ਬੋਲੀ ਦਾ ਮਸਲਾ ਏਡਾ ਛੋਟਾ ਨਹੀਂ, ਇਹ ਬਹੁਤ ਵੱਡੀ ਨਸਲਕੁਸ਼ੀ ਹੋ ਰਹੀ ਆ ਤੇ ਅਸੀਂ ਚੋਪਾਂ, ਅਸੀਂ ਬੋਲ ਨਹੀਂ ਰਹੇ ਕਿ ਆਪਣੀ ਮਾਂ ਬੋਲੀ ਵਿਰੁੱਧ ਜਿਹੜੀ ਨਸਲਕੁਸ਼ੀ ਹੋ ਰਹੀ ਹੈ। ਜੇ ਅਸੀਂ ਨਾ ਬੋਲੇ ਤੇ ਜਾ ਕੇ ਬੰਗਾਲੀਆਂ ਨੇ ਨਹੀਂ ਬੋਲਣਾ, ਸਾਡੇ ਗੋਰਿਆਂ ਨੇ ਨਹੀਂ ਬੋਲਣਾ, ਰੰਗੀਆਂ ਨੇ ਨਹੀਂ ਬੋਲਣਾ, ਮਤਲਬ ਆਪਣੇ ਵਾਲੀ ਬੋਲਣਗੇ, ਸਾਨੂੰ ਹੀ ਬੋਲਣਾ ਪੈਣਾ। ਮੈਂ ਤੁਹਾਡਾ ਇਸ ਗੱਲੋਂ ਧੰਨਵਾਦ ਕਰਨਾ ਕਿ ਤੁਸੀਂ ਮਸਲੇ ਨੂੰ ਚੁੱਕਦੇ ਹੋ, ਸੰਗਤਾਂ ਅੱਗੇ ਪੇਸ਼ ਕਰਦੇ ਹੋ। ਸਾਨੂੰ ਇਹਦੇ ਵਾਸਤੇ ਵੱਡੇ ਇਨਕਲਾਬ ਦੀ ਲੋੜ ਹੈ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ, ਕਿਉਂਕਿ ਨਿਰੀ ਮਾਂ ਬੋਲੀ ਨਹੀਂ, ਇਹ ਨਾਲ ਗੁਰੂ ਲਿਪੀ ਵੀ ਹੈ। ਇਹ ਬਖਸ਼ਿਸ਼ ਕੀਤੀ ਹੈ ਗੁਰੂ ਅੰਗਦ ਸਾਹਿਬ ਨੇ, 10 ਗੁਰੂਆਂ ਨੇ। ਇਹ ਗੱਲ ਨਹੀਂ ਪੰਜਾਬੀ ਅੰਗਰੇਜ਼ੀ ਦੀ ਨਹੀਂ ਹੈਗੀ, ਇਹ ਗੱਲ ਬਹੁਤ ਵੱਡੀ ਹੈ, ਸਾਡੇ ਸਮਝ ਨਹੀਂ ਪੈ ਰਹੀ। ਬਿਲਕੁਲ। ਸੋ ਇਸ ਕਰਕੇ ਪੰਜਾਬੀ ਸਭ ਤੋਂ ਪਹਿਲਾਂ ਜਿਹੜੇ ਬੱਚੇ ਨੂੰ ਜ਼ਿਆਦਾ ਪੰਜਾਬੀ ਆਏਗੀ, ਉਹਨੂੰ ਹੀ ਅੰਗਰੇਜ਼ੀ ਆਏਗੀ।
ਜਿਹੜੇ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ ਉਹਨੂੰ ਅੰਗਰੇਜ਼ੀ ਵੀ ਕਦੇ ਨਹੀਂ ਆ ਸਕਦੀ, ਜੇ ਆਏਗੀ ਤਾਂ ਲੰਗੜੀ ਆਏਗੀ। ਸੋ ਮੇਰੀ ਮਾਪਿਆਂ ਨੂੰ ਬੇਨਤੀ ਆ, ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਓ, ਔਰ ਪੰਜਾਬੀ ਦੇ ਵਿਰੁੱਧ ਹੋ ਰਹੀ ਜਿਹੜੀ ਨਸਲਕੁਸ਼ੀ ਹੈ ਇਹਨੂੰ ਰੋਕਣ ਲਈ ਸੋਸ਼ਲ ਮੀਡੀਆ ਤੇ, ਰੇਡੀਓ ਸਟੇਸ਼ਨਾਂ ਤੇ ਰੌਲਾ ਪਾਓ। ਇਹ ਰੌਲਾ ਅਸੀਂ ਪਾਵਾਂਗੇ ਤਾਂ ਹੀ ਬਚੇਗੀ ਸਾਡੀ ਇਹ ਬੋਲੀ। ਜੀ ਬਿਲਕੁਲ ਬਿਲਕੁਲ। ਧੰਨਵਾਦ ਬਲਵਿੰਦਰਪਾਲ ਸਾਹਿਬ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਇਹ ਮਸਲਾ ਜੋਗਾ ਸਿੰਘ ਵਿਰਕ, ਡਾਕਟਰ ਜੋਗਾ ਸਿੰਘ ਵਿਰਕ, ਉਹਨਾਂ ਦੇ ਨਾਲ ਕਈ ਵਾਰੀ ਨਾ ਗੱਲਬਾਤ ਆਪਾਂ ਕੀਤੀ, ਇੱਥੇ ਪੇਸ਼ ਵੀ ਕੀਤੀ। ਹਾਂਜੀ, ਉਹਨਾਂ ਨੇ ਇੱਕ ਵਿਸ਼ੇਸ਼ ਅਧਿਐਨ ਜਿਹੜਾ ਉਹ ਪੇਸ਼ ਕੀਤਾ ਕਿਤਾਬ ਦੇ ਰੂਪ ਦੇ ਵਿੱਚ, ਵੀ ਜਿਹੜਾ ਜਵਾਕ ਆਪਣੀ ਮਾਂ ਬੋਲੀ ਦੇ ਵਿੱਚ ਪੜ੍ਹਾਈ ਕਰਦਾ ਆ, ਹਾਂਜੀ, ਉਹ ਅੱਜ ਦੇ ਵਿਗਿਆਨ ਨੂੰ, ਟੈਕਨੋਲੋਜੀ ਨੂੰ, ਹਿਸਾਬ ਨੂੰ, ਮੈਥਮੈਟਿਕਸ, ਸਾਇੰਸ ਤੇ ਸਾਰੀਆਂ ਚੀਜ਼ਾਂ ਨੂੰ ਸਮਝਣ ਵਿੱਚ ਜ਼ਿਆਦਾ ਸਮਰੱਥ ਹੁੰਦਾ। ਚਾਹੇ ਉਹ ਪੰਜਾਬੀ ਦਾ ਜਵਾਕ ਆ ਜੀ, ਚਾਹੇ ਉਹ ਬੰਗਾਲੀ ਦਾ ਆ, ਚਾਹੇ ਉਹ ਹਿੰਦੀ ਵਾਲਾ ਹੋਵੇ, ਚਾਹੇ ਉਹ ਫ੍ਰੈਂਚ ਵਾਲਾ ਹੋਵੇ, ਚਾਹੇ ਉਹ ਜਰਮਨ ਵਾਲਾ ਹੋਵੇ। ਇਹ ਆਪਣੇ ਵਿੱਚ ਜਿਹੜੀ ਹੀਣ ਭਾਵਨਾ ਨਾ, ਉਹਨੂੰ ਆਪਾਂ ਨੂੰ ਕੱਢਣਾ ਪੈਣਾ ਆ। ਬਿਲਕੁਲ ਇੱਕ ਦੀ ਗੱਲ ਕਿਤੇ ਨਾ ਨਿਬੜਨੀ ਬਿਲਕੁਲ। ਇਹ ਤਾਂ ਝੰਡਾ ਬਰਦਾਰ ਸਾਰਿਆਂ ਨੂੰ ਹੀ ਹੋਣਾ ਪੈਣਾ। ਹਾਂਜੀ, ਜਿੱਦਾਂ ਆਪਾਂ ਇੱਥੇ ਕਹਿੰਦੇ ਨਾ ਵੀ ਜਦੋਂ ਆਪਾਂ ਕਿਤੇ ਵੀ ਜਾਂਦੇ ਆ, ਵੀ ਆਪਾਂ ਪੰਜਾਬੀ ਦੇ, ਆਪਾਂ ਕੌਮ ਦੇ, ਆਪਾਂ ਸਿੱਖੀ ਦੇ ਜਿਹੜੇ ਐਂਬੈਸਡਰ ਬਣ ਕੇ ਤੁਰੇ ਜਾਂਦੇ ਆ, ਵੀ ਆਪਾਂ ਉਹਨੂੰ ਪੇਸ਼ ਕਰ ਰਹੇ ਆ, ਵੀ ਜੇ ਕੋਈ ਕੱਲ ਨੂੰ ਸਵਾਲ ਪੁੱਛੇ ਆਪਾਂ ਨੂੰ ਤਾਂ ਆਪਾਂ ਨੂੰ ਜਵਾਬ ਆਉਣਾ ਚਾਹੀਦਾ। ਬਿਲਕੁਲ ਉਸੇ ਤਰੀਕੇ ਦੇ ਨਾਲ ਉੱਥੇ ਲੋਕਾਂ ਨੂੰ ਇਹ ਸਮਝਣ ਦੀ ਜਿਹੜੀ ਜ਼ਰੂਰਤ ਆ। ਕਈ ਵਾਰੀ ਨਾ ਵੱਡੇ ਜਿੱਦਾਂ ਤੁਸੀਂ ਬੁੱਧੀਜੀਵੀ ਕਿਹਾ, ਉਹ ਵੀ ਕਹਿ ਦਿੰਦੇ ਆ ਵੀ ਨਹੀਂ ਜੀ, ਗੱਲਾਂ ਅੰਗਰੇਜ਼ੀ ਦੇ ਨਾਲ ਹੀ ਗੱਲ ਬਣਦੀ ਆ। ਵੀ ਉਹ ਆਈ ਥਿੰਕ ਨਰਿੰਦਰ ਸਿੰਘ ਕਪੂਰ ਨੇ ਇੱਕ ਵਾਰੀ ਏਦਾਂ ਦੀ ਜਿਹੜੀ ਗੱਲ ਕਹਿਤੀ ਸੀਗੀ ਜੀ, ਹਾਂਜੀ, ਤੇ ਉਹ ਹੁਣ ਇੱਥੇ ਆ ਕੇ ਦੇਖ ਲਓ, ਹੋਮਲੈਸ ਸਾਰੇ ਅੰਗਰੇਜ਼ੀ ਬੋਲਣ ਵਾਲੇ, ਅੰਗਰੇਜ਼ੀ ਪੜ੍ਹੇ ਲਿਖੇ ਆ। ਹੁਣ ਤੁਸੀਂ ਦੇਖ ਲਓ ਵੀ ਉਹਦੇ ਅੰਗਰੇਜ਼ੀ ਦੇ ਨਾਲ ਤਾਂ ਨਹੀਂ ਨਾ ਕੋਈ ਇਹਦਾ ਤਾਲੁਕਾਤ, ਭਾਸ਼ਾ ਦੇ ਨਾਲ ਤਾਂ ਨਹੀਂ ਨਾ ਕੋਈ ਤਾਲੁਕਾਤ ਹੁੰਦਾ। ਇਹ ਨਾ ਇੱਕ ਗਲਤ ਜਿਹੜਾ ਏਜੰਡਾ ਆ ਨਾ, ਉਹ ਤੋਰਿਆ ਹੋਇਆ ਪ੍ਰੋਪੇਗੈਂਡਾ, ਜਿਹੜਾ ਗਲਤ ਤੋਰਿਆ ਬਿਰਤਾਂਤ, ਵੀ ਜੇ ਦੂਜੀ ਬੋਲੀ, ਦੂਜੀ ਭਾਸ਼ਾ ਸਿੱਖ ਲੂੰਗੇ ਆਪਣੀ ਛੱਡ ਕੇ ਤਾਂ ਫਿਰ ਉਹ ਜ਼ਿਆਦਾ ਵਧੀਆ। ਨਹੀਂ, ਇਹ ਕਹੋ ਆਪਣੀ ਸਿੱਖ ਕੇ ਨਾਲ ਦੂਜੀ ਵੀ ਸਿੱਖ ਲਓ। ਹਾਂਜੀ, ਇਹ ਕਹਿਣਾ ਬਹੁਤ ਚੰਗਾ ਆ। ਅੱਜ ਪੰਜਾਬੀ 뮤직 ਇੰਡਸਟਰੀ ਵਰਲਡ ਦੇ ਉੱਤੇ ਰਾਜ ਕਰ ਰਹੀ ਹੈ। ਮਤਲਬ ਰੋਲਿੰਗ ਸਟੋਨ ਨੇ ਰੀਸੈਂਟ ਆਰਟੀਕਲ ਲਿਖਿਆ ਪੰਜਾਬੀ ਜਿਹੜੇ ਗਾਇਕਾਂ ਦੇ ਉੱਤੇ। ਹਾਂਜੀ, ਬਹੁਤ 5 ਉਹਦੇ 뮤직 ਦਾ ਪ੍ਰੀਮੀਅਰ ਜਿਹੜਾ ਮੈਗਜ਼ੀਨ ਆ, ਉਹ ਸਭ ਤੋਂ ਟੌਪ ਦਾ। ਮੇਰਾ ਖਿਆਲ ਹੈ ਭੁਲੇਖੇ ਦੂਰ ਕਰ ਦੂਗੀ ਆਪਣੇ ਲੋਕਾਂ ਦੇ, ਆਪਾਂ ਥੋੜਾ ਦੱਸ ਦਈਏ ਇਹਦੇ ਬਾਰੇ। ਉਸ ਵੈਬਸਾਈਟ ਨੇ ਪੰਜਾਬੀ 뮤직 ਬਾਰੇ ਲਿਖਿਆ ਕਿ ਇਹਨਾਂ ਦਾ ਮੁੰਡਾ ਇੱਕ ਨੌਜਵਾਨ ਕਰਨ ਔਜਲਾ, ਇੱਕ ਮੁੰਡਾ ਇੱਕੀ ਸੰਗੀਤਕਾਰ ਆ, ਦਿਲਜੀਤ ਦੋਸਾਂਝ ਬਾਰੇ ਲਿਖਿਆ, ਤੇ ਉਹਨਾਂ ਨੇ AP ਢਿੱਲੋਂ ਬਾਰੇ ਲਿਖਿਆ, ਸ਼ੁਭ ਬਾਰੇ ਲਿਖਿਆ, ਇੱਕ ਨੌਜਵਾਨ ਮੁਟਿਆਰ ਉਹਦੇ ਬਾਰੇ ਲਿਖਿਆ। ਉਹ ਕੋਈ ਗਾਂਧੀ ਕਰਕੇ, ਜੋਤੀ ਗਾਂਧੀ ਸ਼ਾਇਦ, ਹਾਂਜੀ ਮੇਰੇ ਨਾਮ ਪੂਰਾ ਨਹੀਂ ਯਾਦ, ਗਾਂਧੀ ਲੱਗਦਾ ਸਰਨੇਮ ਹਨਾ। ਉਹ ਕਹਿੰਦੇ ਕਿ ਇਹ ਉਹ ਲੋਕ ਨੇ ਜਿਹੜੇ ਵਰਲਡ ਦੇ ਵਿੱਚੋਂ ਕੁਛ ਨੇ, ਮਤਲਬ ਕੁਛ ਲੋਕਾਂ ਦੇ ਵਿੱਚ ਆਉਂਦੇ ਨੇ, ਆਰਟਿਸਟਾਂ ਦੇ ਵਿੱਚ। ਵਰਲਡ ਦੇ ਵਿੱਚ ਦੇਖੋ ਤੁਸੀਂ ਕਿੰਨੇ ਲੱਖ ਆਰਟਿਸਟ ਹੋਣਗੇ, ਬਿਲਕੁਲ ਕਿੰਨੇ ਲੱਖ ਗਾਣਾ ਰੋਜ਼ ਰਿਲੀਜ਼ ਹੋ ਰਿਹਾ ਦੁਨੀਆ ਦੇ ਵਿੱਚ। ਪਰ ਬਿਲਬੋਰਡ ਤੇ ਸਿੱਧੂ ਮੂਸੇਵਾਲੇ ਵਰਗੇ ਵੀ ਆ ਰਹੇ ਨੇ, ਕੋਚੇਲਾ ਚ ਦਿਲਜੀਤ ਦੋਸਾਂਝ ਵਰਗੇ ਆ ਰਹੇ ਨੇ, ਹੋਰ ਜਿੰਨੇ ਕੈਨੇਡੀਅਨ ਚਾਰਟਸ ਨੇ, ਜਿੰਨੇ ਇੰਗਲੈਂਡ ਦੇ ਚਾਰਟਸ ਨੇ, ਉਹਨਾਂ ਦੇ ਉੱਤੇ ਕਰਨ ਔਜਲਾ, AP ਢਿੱਲੋਂ, ਸ਼ੁਭ ਵਰਗੇ ਮੁੰਡੇ, ਨੌਜਵਾਨ ਮੁੰਡੇ ਕਿੰਨਾ ਛਾ ਰਹੇ ਨੇ। ਔਰ ਕਿੰਨੀ ਚੰਗੀ ਗੱਲ ਹੈ ਕਿ ਦਿਲਜੀਤ ਦੋਸਾਂਝ ਦਸਤਾਰ ਸਜਾਉਂਦੇ ਆ, ਸਿੱਧੂ ਮੂਸੇਵਾਲਾ, ਸ਼ੁਭ, ਕਿੰਨੇ ਇੰਟਰਨੈਸ਼ਨਲ ਸਟਾਰ ਨੇ। ਸਾਡਾ ਵੀ ਭੁਲੇਖਾ ਕਿ ਸ਼ਾਇਦ ਬੋਦੀਆਂ ਵਾ ਕੇ ਖੌਣੀ ਸਾਨੂੰ ਬਾਲੇ ਚੰਗੇ ਲੱਗਾਂਗੇ ਅਸੀਂ। ਸੋ ਇਹ ਹੁਣ ਤਾਂ ਦੇਖੋ ਜਿਹੜੇ ਟੌਪ ਤੇ ਉਹ ਚੰਗੀ ਗੱਲ ਆ, ਬਹੁਤ ਚੰਗੀ ਗੱਲ। ਅੱਜ ਮੁੰਡਾ ਪੱਗ ਵਾਲਾ, ਹਾਂਜੀ, ਬਿਗ ਬ੍ਰਦਰ 5ਵਾਂ ਜਿਹੜਾ ਸੀਜ਼ਨ, ਪੋਜ਼ਿਟਿਵ ਜਿਹੜੀ ਗੱਲ ਦੁਨੀਆ ਦੇ ਵੱਡੇ ਪਲੇਟਫਾਰਮਾਂ ਦੇ ਵਿੱਚੋਂ ਇੱਕ ਆ, ਤੇ ਉਹਦੇ ਵਿੱਚੋਂ ਇੱਕ ਆ ਸਰਦਾਰ ਹਨਾ। ਪਰ ਸਾਨੂੰ ਆਪ ਨੂੰ ਹੀ ਨਹੀਂ ਪਤਾ ਕਿ ਅਸੀਂ ਕੀ ਆ ਜੀ। ਆਪਾਂ ਆਪਣੇ ਆਪ ਨੂੰ ਹੀ ਮਾੜਾ ਜਿਹੜਾ ਉਹ ਹਾਂਜੀ ਸਮਝਣ ਦੇ ਵਿੱਚ ਲੱਗੇ ਹੋਏ ਆ। ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਰਾਜਕਨਵੀਰ ਸਿੰਘ ਜੀ, ਪ੍ਰਵੀਨ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਬਲਵਿੰਦਰਪਾਲ ਸਿੰਘ ਹੋਣੀ ਪਹਿਲਾਂ ਦੱਸ ਕੇ ਗਏ ਆ, ਐਕਚੁਅਲੀ ਇਹ ਜੈਨੋਸਾਈਡ ਹੀ ਹੈ। ਇੱਕ ਜੈਨੋਸਾਈਡ ਹੁੰਦਾ ਵੀ ਤੁਸੀਂ ਕਿਸੇ ਨੂੰ ਗੋਲੀ ਨਾ ਮਾਰ ਦਿੰਦਾ, ਇੱਕ ਜੈਨੋਸਾਈਡ ਹੁੰਦਾ ਵੀ ਉਹਨਾਂ ਦੀ ਜਿਹੜੀ ਮਾਂ ਭਾਸ਼ਾ ਆ, ਮਾਂ ਬੋਲੀ ਆ, ਤੇ ਉਹਨਾਂ ਦਾ ਕਲਚਰ ਜਿਹੜਾ ਆ ਉਹਨੂੰ ਖਤਮ ਕਰ ਦਿੱਤਾ ਜਾਵੇ। ਆਪਣੇ ਸਾਹਮਣੇ ਹੀ ਆਪਾਂ ਰੀਸੈਂਟਲੀ ਕਿੰਨੀਆਂ ਖਬਰਾਂ ਸਾਂਝੀਆਂ ਕੀਤੀਆਂ ਵੀ ਰੈਡ ਇੰਡੀਅਨਸ ਦੇ ਨਾਲ ਗੋਰਿਆਂ ਨੇ ਕੀ ਕੀਤਾ। ਕੈਨੇਡਾ ਦੇ ਵਿੱਚ, USA 'ਚ ਧੱਕੇ ਦੇ ਨਾਲ ਉਹਨਾਂ ਨੂੰ ਸਕੂਲਾਂ 'ਚ ਲਿਆਏ ਤਾਂ ਕਿ ਆਪਣੀ ਕਲਚਰ ਨੂੰ ਭੁੱਲ ਜਾਣ, ਭਾਸ਼ਾ ਨੂੰ ਭੁੱਲ ਜਾਣ। ਜਿਹੜੇ ਨਹੀਂ ਮੰਨਦੇ ਸੀ ਉਹ ਨਿਆਣੇ ਮਾਰ ਕੇ ਦੱਬ ਦਿੱਤੇ ਆ, ਹੁਣ ਲੱਭਦੀਆਂ ਉਹਨਾਂ ਦੇ ਫਿੰਚਰ ਆ। ਕੈਨੇਡਾ ਦੇ ਵਿੱਚ ਵੀ ਲੱਭਦੇ, ਅਮਰੀਕਾ 'ਚ ਸੇਮ ਸਿਚੁਏਸ਼ਨ ਹੁੰਦੀ ਆ। ਮੈਂ ਥੋੜੀ ਜਿਹੀ ਤੁਹਾਨੂੰ ਉਦਾਹਰਨ ਦਿੰਦਾ। ਅਮਰੀਕਾ ਦੇ ਵਿੱਚ 1978 ਤੋਂ ਪਹਿਲਾਂ ਮੈਜੋਰਟੀ ਜਿਹੜੇ ਪੱਗਾਂ ਵਾਲੇ ਬੰਦੇ, ਦਸਤਾਰਾਂ ਵਾਲੇ ਜਾਂ ਪੰਜਾਬੀ ਆਪਣੇ ਆਏ, ਤੁਸੀਂ ਦੇਖੋਗੇ ਡਾਕਟਰ ਆ ਜਾਂ ਇੰਜੀਨੀਅਰ ਆ, ਜਾਂ ਜਿਹੜੇ ਬਿਲਕੁਲ ਹੀ ਦੇਸੀ ਆਪਣੇ ਸਾਡੇ ਵਰਗੇ ਪਿੰਡਾਂ ਤੋਂ ਸਿੱਧੇ ਆ ਗਏ, ਯੂਬਾ ਸਿਟੀ ਆ ਗਿਆ, ਖੇਤੀ ਕਰਨ ਆ ਗਿਆ। ਜਿਹੜੇ 1978 ਤੋਂ ਲੈ ਕੇ 96 ਤਾਈਂ ਜਿਹੜੇ ਆਏ ਆ, ਮੇਰਾ ਏਜ ਗਰੁੱਪ ਵੀ ਆ,
ਜਿਸ ਵੇਲੇ ਮੂਵਮੈਂਟ ਜ਼ੋਰ ਤੇ ਸੀ, ਉਸ ਟਾਈਮ ਦੇ ਵੀ ਤੁਸੀਂ ਕਿਸੇ ਨੂੰ ਦੇਖ ਲਿਓ, ਕੋਈ ਵੀ ਤੁਹਾਨੂੰ ਬੰਦਾ BA BSc MA ਤੋਂ ਘੱਟ ਨਹੀਂ ਮਿਲੂਗਾ ਪੰਜਾਬੀ, ਕੋਈ ਵੀ, ਚਾਹੇ ਉਹ ਕੁੜੀ ਆ ਚਾਹੇ ਉਹ ਬੰਦਾ ਆ। 96 ਤੋਂ ਬਾਅਦ ਇਹਨਾਂ ਨੇ ਸਾਰਾ ਜਿਹੜਾ ਭੱਠਾ ਬਿਠਾ ਲਿਆ। ਸਾਰੇ ਜਿਹੜੇ ਗਵਰਨਮੈਂਟ, ਅਸੀਂ ਵੀ ਫੱਟੀ ਵਾਲੇ ਸਕੂਲ ਚੋਂ ਥੱਲੇ ਬੈਠ ਕੇ ਪੜ੍ਹ ਕੇ ਆਏ ਆ। ਹਾਂਜੀ ਹਾਂਜੀ, ਠੀਕ ਹੈ ਕਿ ਨਹੀਂ? ਤੇ ਮੈਂ PhD ਕਰਦਾ ਸੀ ਜਦ ਇੱਥੇ ਆਇਆ, ਫੱਟੀ ਵਾਲੇ ਸਕੂਲ ਤੋਂ ਵੀ ਪੜ੍ਹ ਕੇ ਆਇਆ। ਸੋ ਪ੍ਰੋਬਲਮ ਕੀ ਆ ਵੀ 96 ਤੋਂ ਬਾਅਦ ਇਹਨਾਂ ਨੇ ਜਿਹੜੇ ਇਹ ਕ੍ਰਿਸਚੀਅਨ ਸਕੂਲ, ਹੋਰ ਜਿਹੜੇ ਸਕੂਲ ਬਣਨੇ ਸ਼ੁਰੂ ਕਰਤੇ, ਤਾਂ ਕਿ ਇਹਨਾਂ ਦੀ ਜਿਹੜੀ ਗਵਰਨਮੈਂਟ ਦੇ ਜਿਹੜੇ ਸਕੂਲ ਸੀ ਉਹਨਾਂ ਦਾ ਟੋਟਲੀ ਭੱਠਾ ਬਿਠਾ ਲਿਆ ਜਾਵੇ। ਹਾਂਜੀ। ਸੋ ਹੁਣ ਤੁਸੀਂ ਦੇਖ ਲਓ ਵੀ ਜਿੰਨੇ ਕੁ ਪਿਛਲੇ 15-20 ਸਾਲਾਂ ਚ ਆਉਂਦੇ ਆ, ਕਿੰਨੇ ਕੁ ਇੱਥੇ ਮਾਸਟਰਸ ਕਰਦੇ ਆ ਜਾਂ ਕਿੰਨੀਆਂ ਕੁ ਪ੍ਰੋਫੈਸ਼ਨਲ ਜੌਬਸ ਕਰਦੇ ਆ। ਠੀਕ ਆ, ਰਾਜਸਥਾਨ ਹੁਣੀ ਗਏ ਆ, ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਆ। ਤੁਸੀਂ ਦੇਖ ਲਓ ਤੁਹਾਡੇ ਟਾਈਮ ਤੇ 4 ਜਾਂ 5 ਮੁੰਡੇ ਹੁੰਦੇ ਸੀ ਪੰਜਾਬੀ, ਬਾਕੀ ਜੇ 30 ਜਾਣਿਆਂ ਦੀ ਕਲਾਸ ਹੈ ਤਾਂ 25 ਜਾਣੇ ਸਾਊਥ ਇੰਡੀਅਨ ਹੀ ਹੁੰਦੇ ਸੀ। ਠੀਕ ਆ, ਸਾਊਥ ਇੰਡੀਆ ਦੇ ਵਿੱਚ ਤਾਂ ਨਹੀਂ ਹਿੰਦੀ ਪੜ੍ਹਾ ਰਹੇ ਨਾ, ਉੱਥੇ ਜਾਂ ਉਹਨਾਂ ਦੀ ਆਪਣੀ ਆ ਤਾਮਿਲ, ਕੰਨੜ ਜਾਂ ਇੰਗਲਿਸ਼ ਆ। ਹਾਂਜੀ ਹਾਂਜੀ। ਸੋ ਸਾਨੂੰ ਜਿਹੜੇ ਪੰਜਾਬੀ ਆ, ਅਸੀਂ ਕੀ ਕਰਦੇ ਹਾਂ, ਜਦ ਜਾਂਦੇ ਆ ਗੁਰੂ ਘਰ ਬਣਾਉਣੇ ਆ ਆਪਣੇ ਪਿੰਡਾਂ ਦੇ ਵਿੱਚ, ਵਧੀਆ ਵਧੀਆ ਬਣਾਉਣੇ ਚਾਹੀਦੇ, ਉਹ 'ਚ ਕੋਈ ਸ਼ੱਕ ਨਹੀਂ। ਜਿਹੜੇ ਸਕੂਲ ਆ ਉਹਨਾਂ ਦੀ ਬਿਲਡਿੰਗ ਬਣਾਇਆ ਨੇ ਆ, ਪਰ ਇਹ ਨਹੀਂ ਦੇਖਦੇ ਆਪਾਂ ਵੀ ਉਹ ਸਕੂਲਾਂ ਦੇ ਵਿੱਚ ਜਿਹੜੇ ਗਵਰਨਮੈਂਟ ਦੇ ਏਮਪਲਾਈ ਟੀਚਰ ਆ, ਉਹਨਾਂ ਦੀ ਅੱਜ ਦੀ ਡੇਟ 'ਚ 70-70, 80-80 ਹਜ਼ਾਰ ਰੁਪਈਆ ਮਹੀਨੇ ਦੀ ਤਨਖਾਹ ਹੈ। ਹਾਂਜੀ। ਜਿਹੜੇ ਪ੍ਰਾਈਵੇਟ ਸਕੂਲ ਆ, ਜਿਹੜੇ ਆ ਲੇਡੀ ਫਾਤਮਾ, ਉਹ ਜਿਹੜੇ ਸਕੂਲ ਆ, ਉਹਨਾਂ 'ਚ ਤਾਂ 10-10 ਹਜ਼ਾਰ, 15-15 ਹਜ਼ਾਰ ਮਸੀਂ, ਉਹ ਵੀ ਕੱਚੇ। ਸੋ ਆਪਾਂ ਗੌਰਮੈਂਟ ਦੇ ਸਕੂਲਾਂ 'ਚ ਜਿਹੜੇ ਟੀਚਰ ਆ ਉਹਨਾਂ ਦੇ ਪਿੱਛੇ ਕਿਉਂ ਨਹੀਂ ਹੁੰਦੇ ਹੈਗੇ? ਉਹਨਾਂ ਨੂੰ ਕਹੋ ਭਾਈ ਆਪਣੇ ਨਿਆਣੇ ਅਸੀਂ ਇੱਥੇ ਪੜ੍ਹਾਉਣੇ ਆ, ਪਿੰਡਾਂ ਦੇ ਸਕੂਲਾਂ 'ਚ ਪੜ੍ਹਾਉਣੇ ਆ। ਅਸੀਂ ਵੀ 6ਵੀਂ ਤੇ ਇੰਗਲਿਸ਼ ਪੜ੍ਹਨੀ ਸਿੱਖੀ ਸੀ। ਠੀਕ ਹੈ ਕਿ ਨਹੀਂ? ਸੋ ਜੇ ਆਪਣੇ ਇਹ ਵੀ ਉੱਥੇ ਓਵਰਟਾਈਮ ਲਾਓ, ਉੱਥੇ ਜਿਹੜੇ ਟੀਚਰ ਬਹੁਤ ਸਾਰੇ ਰਿਟਾਇਰ ਹੋਏ ਆ, ਫੌਜੀ ਜਿਹੜੇ ਆਪਣੇ ਬੰਦੇ ਜਿਹੜੇ ਆ ਫੌਜ ਚੋਂ ਆਉਂਦੇ, ਉਹ ਰਿਟਾਇਰ ਹੋਏ ਆ, ਬਹੁਤ ਸਾਰੇ ਪ੍ਰੋਫੈਸ਼ਨਲ ਪਿੰਡਾਂ 'ਚ ਰਿਟਾਇਰ ਹੋ ਕੇ ਆ ਜਾਂਦੇ ਆ, ਬਹੁਤ ਸਾਰੇ ਵਲੰਟੀਅਰ ਕਰਨਾ ਚਾਹੁੰਦੇ ਹੈਗੇ ਆ। ਸੋ ਇਹ ਸਾਨੂੰ ਜਿਹੜਾ ਨਾ ਫੋਕਸ ਰੱਖਣਾ ਚਾਹੀਦਾ, ਤੇ ਪੰਜਾਬੀ ਦਾ ਪੂਰਾ ਜਿਹੜਾ ਆ ਸਾਨੂੰ ਰੌਲਾ ਪਾਉਣਾ ਚਾਹੀਦਾ। ਬੜਾ ਅਨਫੋਰਚੂਨੇਟ ਪਾਰਟ ਆ ਵੀ ਆਪਾਂ ਅਮਰੀਕਾ, ਕੈਨੇਡਾ, ਬਾਹਰਲੇ ਮੁਲਕਾਂ 'ਚ ਬਹੁਤ ਸਾਰੀਆਂ ਪੰਜਾਬੀ ਸਾਹਿਤ ਸਭਾਵਾਂ ਆ, ਆਰਗੇਨਾਈਜੇਸ਼ਨਸ ਆ, ਪ੍ਰੋਗਰਾਮ ਵੀ ਕਰਦੀਆਂ, ਪਰ ਮੈਨੂੰ ਨਹੀਂ ਲੱਗਾ ਵੀ ਅੱਜ ਦੀ ਡੇਟ 'ਚ ਜਿੱਦਣ ਦਾ ਲੱਖੇ ਸਹਾਣੇ ਨੇ ਰੌਲਾ ਪਾਇਆ ਆ ਤੇ ਕਿਸੇ ਨੇ ਕੋਈ ਸਟੇਟਮੈਂਟ ਵੀ ਜਾਰੀ ਕੀਤੀ ਹੋਵੇ। ਹਾਂਜੀ ਹਾਂਜੀ, ਬਿਲਕੁਲ। ਇਹ ਸਾਨੂੰ ਉਹਨਾਂ ਦਾ ਪੁਰਾਣੇ ਜਿਹੜੇ ਜੋ ਕੁਝ ਵਾਪਰਿਆ ਉਹਨਾਂ ਦਾ ਕੀ ਮਨਾਉਣ ਦਾ ਜਿਹੜਾ ਹੱਕ ਆ, ਜੇ ਸਾਡੀਆਂ ਅੱਖਾਂ ਦੇ ਸਾਹਮਣੇ ਜਿਹੜਾ ਕਤਲੇਆਮ ਹੋ ਰਿਹਾ ਉਹਦੇ ਬਾਰੇ ਨਹੀਂ ਅਸੀਂ ਬੋਲਦੇ ਹੈਗੇ, ਚੁੱਪ ਰਹਿ ਜਾਂਗੇ। ਧੰਨਵਾਦ ਜੀ। ਇਹ ਵੀ ਸਾਨੂੰ ਚਾਹੀਦਾ, ਜਿੰਨੇ ਵੀ ਜਿਹੜੇ ਪੰਜਾਬੀ, ਦੇਖੋ ਬਾਹਰ ਅਖਬਾਰਾਂ ਵੀ ਆ, ਰੇਡੀਓ ਸਟੇਸ਼ਨ ਵੀ ਆ, ਸਾਰਾ ਕੁਝ ਆ। ਸੋ ਸਾਨੂੰ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਪ੍ਰਫੁੱਲਤ ਕਰਨਾ ਚਾਹੀਦਾ, ਸਾਰਿਆਂ ਨੂੰ ਉੱਥੇ ਰੌਲਾ ਪਾਉਣਾ ਚਾਹੀਦਾ ਵੀ ਭਾਈ ਤੁਸੀਂ ਨਾ ਵੀ ਇੰਗਲਿਸ਼ ਆਉਂਦੀ ਹੋਵੇ, ਪੰਜਾਬੀ ਆਉਂਦੀ, ਤੇ ਵੀ ਅਮਰੀਕਾ ਆ ਜਾਏ ਤਾਂ ਤੁਸੀਂ ਸਿੱਖ ਲੈਣੀ 6 ਮਹੀਨਿਆਂ 'ਚ, ਕੋਈ ਫਰਕ ਨਹੀਂ ਪੈਂਦਾ। ਪਰ ਆਪਣੀ ਮਾਂ ਭਾਸ਼ਾ ਜਿਹੜੀ ਆ, ਮਾਂ ਬੋਲੀ ਆ, ਉਹਦੇ ਨਾਲ ਜ਼ਰੂਰ ਜੁੜੋ। ਉੱਥੇ ਤਾਂ ਤੇ ਪੰਜਾਬ 'ਚ ਕਾਹਤੇ ਹੁੰਦਾ, ਸਾਊਥ ਇੰਡੀਆ 'ਚ ਕਾਹਤੇ ਨਹੀਂ ਹੁੰਦਾ? ਸਾਊਥ ਇੰਡੀਆ 'ਚ ਵੀ ਬਹੁਤ ਕ੍ਰਿਸਚੀਅਨ ਸਕੂਲ ਆ, ਕੇਰਲਾ 'ਚ ਤਾਂ ਹੈ ਸਾਰੇ ਕ੍ਰਿਸਚੀਅਨ ਸਕੂਲ, ਪਰ ਮਲਿਆਲਮ ਹਿੰਦੀ ਪੜ੍ਹਾਉਂਦੇ ਉਹ। ਸੋ ਇਹ ਸਰਕਾਰਾਂ ਦੀ ਜ਼ਰੂਰ ਚਾਲ ਨਾਕਾਮੀ ਆ, ਇਹ ਬੜਾ ਅਨਫੋਰਚੂਨੇਟ ਪਾਰਟ ਆ। ਭਗਵੰਤ ਮਾਨ ਖੁਦ ਪੰਜਾਬੀ ਆਰਟਿਸਟ ਹੋਣ ਦੇ ਬਾਵਜੂਦ ਵੀ ਏਡਾ ਤਕੜਾ ਜਿਹੜਾ ਸਟੈਂਡ ਨਹੀਂ ਲੈ ਰਿਹਾ ਹੈਗਾ, ਇਹ ਉਹਨਾਂ ਨੂੰ ਲੈਣਾ ਚਾਹੀਦਾ ਹੈਗਾ। ਤੇ ਆਪਾਂ ਨੂੰ ਜਿਹੜਾ ਜਿੱਥੇ ਵੀ ਪੰਜਾਬੀ ਵਸਦਾ ਆ, ਇਹ ਪੰਜਾਬ ਦੇ ਨਾਲ ਕਿਤੇ ਧੱਕਾ ਹੋ ਰਿਹਾ, ਖੜਨਾ ਚਾਹੀਦਾ ਆ। ਇਹੀ ਸਾਡਾ ਜਿਹੜਾ ਫਰਜ਼ ਹੈਗਾ। ਜੀ ਜੀ ਜੀ, ਸ਼ੁਕਰੀਆ ਸ਼ੁਕਰੀਆ, ਧੰਨਵਾਦ, ਮਿਹਰਬਾਨੀ। ਕੁਇਕਲੀ ਇੱਕ ਬ੍ਰੇਕ ਲੈਣੀ ਆਪਾਂ, ਗੱਲਬਾਤ ਨੂੰ ਆਪਾਂ ਜਾਰੀ ਰੱਖਣਾ। ਛੋਟੀ ਜੀ ਇੱਕ ਬ੍ਰੇਕ ਆ, ਬ੍ਰੇਕ ਦੇ ਪਾਰ ਆਪਾਂ ਗੱਲਬਾਤ ਨੂੰ ਜਾਰੀ ਰੱਖਾਂ। ਸੌਰੀ, ਮਾਫੀ ਚਾਹੁੰਦੇ ਆ ਪ੍ਰਵੀਨ ਜੀ, ਗੱਲਬਾਤ ਨੂੰ ਆਪਾਂ ਜਾਰੀ ਰੱਖਦੇ ਹਾਂ ਇੱਕ ਛੋਟੀ ਜੀ ਵਿਗਿਆਪਨ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਮਾਂ ਬੋਲੀ ਦੇ ਬਾਰੇ। ਸਾਡੇ ਆਪਣੇ ਖਿੱਤੇ ਦੇ ਵਿੱਚ, ਸਾਡੇ ਆਪਣੇ ਪੰਜਾਬ ਦੇ ਵਿੱਚ ਮਾਂ ਬੋਲੀ ਪੰਜਾਬੀ ਦੇ ਨਾਲ ਜਿਹੜਾ ਧਰੋਹ ਕਮਾਇਆ ਜਾ ਰਿਹਾ ਉਸ ਬਾਬਤ ਗੱਲਬਾਤ ਕਰ ਰਹੇ ਹਾਂ। ਕੁਝ ਕਾਲਰਸ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਾਂਗੇ। ਸਭ ਤੋਂ ਪਹਿਲਾਂ ਨਾਲ ਜੁੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਧੰਨਵਾਦ ਜੀ। ਜੀ ਆਇਆਂ ਨੂੰ। ਆਪਾਂ ਕਾਲਰ ਲੈਨੇ ਆ, ਫਿਰ ਆਪਾਂ ਵੀ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਨਾਲ ਕਰਾਂਗੇ। ਸਨੀ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਇਹ ਭਾਜੀ ਪਹਿਲੇ ਦਿਨ ਤੋਂ ਪੰਜਾਬੀਆਂ ਨਾਲ ਏਦਾਂ ਹੀ ਕਰਦੇ ਆ ਰਹੇ ਆ। ਇਹਨੇ ਪੰਜਾਬੀ ਜਣੀ ਖਤਮ ਹੀ ਕਰਨਾ ਚਾਹੁੰਦੇ ਆ ਇਹ ਜੀ। ਹੁਣ ਜਿਹੜਾ ਕੋਈ ਆਵਾਜ਼ ਚੱਕਦਾ, ਤੁਸੀਂ ਦੇਖ ਲਓ, ਲੱਖਾ ਸਧਾਣਾ ਬੋਲਿਆ, ਮੁੜ ਕੇ ਉਹਨੂੰ ਅੰਦਰ ਸਿੱਟਦਾ ਨਹੀਂ। ਹਾਂਜੀ, ਹਾਂ, ਕਿਸੇ ਨੂੰ ਬੋਲਣੇ ਨਹੀਂ ਦਿੰਦੇ ਹੈਗੇ ਜਿਹੜਾ ਮਾੜੇ। ਜੀ ਜੀ ਜੀ। ਸੋ ਬਿਲਕੁਲ ਸਨੀ ਜੀ, ਗੱਲ ਤਾਂ ਇਹੀ ਹੈ ਜੀ ਕਿ ਜਿਹੜਾ ਵੀ ਬੋਲਦਾ, ਜਿਹੜਾ ਵੀ ਝੰਡਾ ਪ੍ਰਦਾਰ ਬਣਦਾ, ਜਿਹੜਾ ਵੀ ਆਵਾਜ਼ ਚੁੱਕਦਾ, ਉਹਨੂੰ ਸਰਕਾਰਾਂ ਸੈੱਟ ਹੀ ਲੈਂਦੀਆਂ। ਮਾਫੀ ਚਾਹੁੰਦੇ, ਉਹਨਾਂ ਦੀ ਕਾਲ ਡ੍ਰੌਪ ਹੋ ਗਈ ਆ ਤੇ ਤੁਸੀਂ ਸਨੀ ਜੀ ਪਲੀਜ਼ ਦੁਬਾਰਾ ਜਿਹੜੀ ਉਹ ਮੁੜ ਕੇ ਦੁਬਾਰਾ ਕਾਲ ਕਰ ਲਿਓ। ਅਗਲੇ ਕਾਲਰ ਨੇ ਰਿੱਕੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਮੌਜੂਦਾ ਮਸਲਾ ਹੈ ਜੀ, ਇਹਦੇ ਬਾਰੇ ਤਾਂ ਸਾਰੇ ਵਿਦਵਾਨ ਦੱਸ ਹੀ ਰਹੇ ਨੇ, ਸਾਰੇ ਸਰੋਤੇ ਦੱਸ ਹੀ ਰਹੇ ਨੇ ਜੀ। ਮੈਂ ਇੱਕ ਤੁਹਾਨੂੰ ਥੋੜੀ ਜਿਹੀ ਪੁਰਾਣੀ ਗੱਲ ਦੱਸਣਾ ਚਾਹੁੰਦਾ, ਕਿਉਂਕਿ ਆਮ ਮੇਰੇ ਵਰਗੇ ਬੰਦੇ ਦੀ ਗੱਲ ਹੋਵੇ ਤਾਂ ਸ਼ਾਇਦ ਬੰਦੇ ਨੂੰ ਸਮਝ ਨਹੀਂ ਆਉਂਦੀ। ਇੱਕ ਵੱਡੇ ਬੰਦਿਆਂ ਦੀ ਮੈਂ ਥੋੜੀ ਗੱਲ ਸੁਣਾਉਣ ਲੱਗਿਆ ਜੀ ਜੀ। ਬਹੁਤ ਥੋੜੇ ਸ਼ਬਦਾਂ ਚ ਦੱਸਾਂਗਾ। ਮੈਂ ਜੀ ਪੇਸ਼ੇ ਤੋਂ ਮੈਂ ਲਾਇਬ੍ਰੇਰੀਅਨ ਆ। ਮੈਂ ਪੰਜਾਬ ਦੇ ਵਿੱਚ ਲਾਇਬ੍ਰੇਰੀ 'ਚ ਜੌਬ ਕਰਦਾ ਸੀ ਤੇ ਜਦੋਂ ਕਿਤੇ ਕੋਈ ਵਿਹਲਾ ਸਮਾਂ ਹੋਣਾ, ਮੈਂ ਕੋਈ ਕਿਤਾਬ ਚੁੱਕਣੀ ਤੇ ਪੜ੍ਹਨੀ। ਹਾਂਜੀ, ਠੀਕ ਹੈ। ਉਸ ਹੁਣ ਇੱਕ ਗਾਣਾ ਵੀ ਆਇਆ ਸੀ ਪਿੱਛੇ ਜੇ, ਉਹਦੇ ਕਰਕੇ ਮੈਨੂੰ ਕੋਈ ਗੱਲ ਯਾਦ ਆ ਗਈ। ਉਹਦੇ ਵਿੱਚ ਉਹ ਇੱਕ ਲਾਈਨ ਉਹਦੇ, ਨਾ ਹੀ ਮੈਂ ਗਾਇਕ ਬਾਰੇ, ਨਾ ਹੀ ਮੈਂ ਲੇਖਕ ਬਾਰੇ, ਮੈਂ ਸਿਰਫ ਉਹ ਬੰਦੇ ਬਾਰੇ ਗੱਲ ਕਰਨਾ ਚਾਹੁੰਦਾ। ਉਹਦੇ ਵਿੱਚ ਗਾਣਾ ਆਇਆ, ਜਦੋਂ ਨਾਟਕਾਂ 'ਚ ਲੈਣੀ ਹੈ ਤੂੰ ਭਾਗ ਜੱਟੀ ਹੈ, ਜਿੱਦਾਂ ਬੰਬੇ ਵਾਲਾ ਸਾਨੀ ਬਲਰਾਜ ਜੱਟੀ ਹੈ। ਉਹ ਜਿਹੜਾ ਬਲਰਾਜ ਸਾਨੀ ਬਾਰੇ ਜੀ ਮੈਂ ਪੜ੍ਹਨ ਲੱਗ ਗਿਆ। ਉਹ ਕਹਿੰਦੇ ਜੀ ਉਹਦੇ ਬਾਰੇ ਇੱਕ ਕਿਤਾਬ ਹੈ ਜੀ, ਉਹ ਮੈਂ ਜਦੋਂ ਲਾਇਬ੍ਰੇਰੀ 'ਚ ਪੜ੍ਹੀ। ਲਾਇਬ੍ਰੇਰੀ ਦੇ ਵਿੱਚ ਬਹੁਤ ਪੁਸਤਕ ਭੰਡਾਰ, ਬਹੁਤ ਜ਼ਿਆਦਾ ਪੁਰਾਣਾ ਕਾਲਜ। ਹਾਂਜੀ, ਠੀਕ ਹੈ। ਪੜ੍ਹੀ ਜੀ, ਉਹਦੇ ਵਿੱਚ ਦੱਸਿਆ ਕਿ ਉਹ ਨਾ ਬਹੁਤ ਵਧੀਆ ਹਿੰਦੀ ਦੇ ਵਿੱਚ ਲਿਖਦੇ ਸੀ। ਬਹੁਤ ਆਪਾਂ ਹੁਣ ਵੀ ਜਾਣਦੇ ਹਾਂ ਕਿ ਉਹਨਾਂ ਦੀਆਂ ਬਹੁਤ ਸਨਮੌਰ ਰਚਨਾਵਾਂ ਨੇ। ਹਾਂਜੀ, ਤੇ ਉਹਨਾਂ ਦਾ ਨਾਮ ਹੈ ਪੂਰਾ। ਉਹ ਸਾਰੀਆਂ ਆਪਣੀਆਂ ਰਚਨਾਵਾਂ ਲੈ ਕੇ ਗਏ ਰਵਿੰਦਰ ਨਾਥ ਟੈਗੋਰ ਕੋਲ ਬੰਗਾਲ ਦੇ ਵਿੱਚ, ਕੋਈ ਸਭਾ ਦੇ ਵਿੱਚ। ਜਦੋਂ ਉਹਨਾਂ ਨੇ ਉਹਨਾਂ ਦੀ ਰਵਿੰਦਰ ਨਾਥ ਟੈਗੋਰ ਦੇ ਮਨ ਦੇ ਵਿੱਚ ਪਹਿਲਾਂ ਹੀ ਉਹਨਾਂ ਦੇ ਬਾਰੇ ਛਪ ਚੁੱਕਿਆ ਸੀ ਕਿ ਬਹੁਤ ਵਧੀਆ ਇੱਕ ਲੇਖਕ ਹੈ ਜਿਹੜਾ ਕਿ ਨਵੇਂ ਸਮੇਂ ਦਾ, ਉਸ ਸਮੇਂ। ਠੀਕ ਹੈ। ਤੇ ਉਹ ਉਹਨਾਂ ਨੂੰ ਉਹ ਵੀ ਮਿਲਣਾ ਚਾਹੁੰਦੇ ਸੀ। ਚਲੋ ਉਹਨਾਂ ਨੂੰ ਜਾ ਕੇ ਉਹਨਾਂ ਨੇ ਕੋਈ ਰਚਨਾ ਦਿੱਤੀ ਤੇ ਉਹਨਾਂ ਨੇ ਪੜ੍ਹਨੀ ਸ਼ੁਰੂ ਕਰੀ। ਪੜ੍ਹ ਕੇ ਉਹ ਕਹਿੰਦੇ, ਉਹਨਾਂ ਨੇ ਕਿਹਾ ਵੀ ਇਹ ਹਿੰਦੀ ਦੇ ਵਿੱਚ ਤੁਹਾਡੀ ਲਿਖੀ ਹੈ, ਪਰ ਤੁਸੀਂ ਤਾਂ ਪੰਜਾਬੀ ਹੋ। ਤੁਸੀਂ ਪੰਜਾਬੀ ਹੋ। ਉਹ ਕਹਿੰਦੇ ਕਿ ਮੈਂ ਨਾ ਜੀ ਪੰਜਾਬੀ ਤੇ ਇੱਕ ਸੈਕੰਡ ਲੈਂਗੁਏਜ ਹੈ। ਪੰਜਾਬੀ ਜੇ ਮੈਂ ਲਿਖਾਂਗਾ ਤੇ ਮੇਰੇ ਨਾ ਵਿਚਾਰ ਖੁੱਲ ਕੇ ਦੱਸ ਨਹੀਂ ਸਕਦਾ ਮੈਂ। ਅੱਛਾ। ਰਵਿੰਦਰ ਨਾਥ ਟੈਗੋਰ ਨੇ ਜਦੋਂ ਇਹ ਗੱਲ ਸੁਣੀ, ਉਹਨਾਂ ਨੇ ਉਹਦਾ ਜਿਹੜਾ ਪੜ੍ਹ ਰਹੇ ਸੀ ਉਹ ਛੱਡ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਇੱਕ ਬੰਗਾਲੀ ਆ, ਮੈਂ ਬੰਗਾਲੀ ਭਾਸ਼ਾ ਦੇ ਵਿੱਚ ਲਿਖਦਾ ਤੇ ਜਿੰਨੇ ਪੜ੍ਹਨਾ ਹੁੰਦਾ ਉਹਨੂੰ ਤਰਜਮਾ ਕਰਕੇ ਪੜ੍ਹ ਲੈਂਦਾ। ਸਹੀ ਹੈ, ਸਹੀ। ਮੈਂ ਉਹਨੂੰ ਪਹਿਲ ਦਿੰਦਾ ਤੇ ਤੁਸੀਂ ਪੰਜਾਬੀ ਹੋ ਕੇ ਪੰਜਾਬੀ ਬਾਰੇ ਇਹ ਗੱਲ ਬੋਲਦੇ ਹੋ ਤੇ ਮੈਂ ਸਿਰਫ ਤੁਹਾਡੇ ਤੋਂ ਇੱਕੋ ਹੀ ਸਵਾਲ ਪੁੱਛਣਾ ਕਿ ਤੁਸੀਂ ਬਾਬੇ ਨਾਨਕ ਤੋਂ ਵੀ ਵੱਡੇ ਹੋ ਗਏ ਹੋ, ਜਿਨ੍ਹਾਂ ਨੇ ਸ੍ਰਿਸ਼ਟੀ ਦਾ ਤੁਹਾਨੂੰ ਪਤਾ ਕਿ ਸਭ ਕੁਝ ਹੀ ਬਿਆਨ ਕਰ ਦਿੱਤਾ ਵੀ ਤੁਸੀਂ ਉਹਨਾਂ ਤੋਂ ਵੱਡੇ ਹੋ। ਹਾਂਜੀ। ਇਸ ਗੱਲ ਤੋਂ ਬਾਅਦ ਜਿਹੜਾ ਲੇਖਕ ਹੈ ਉਹਨੇ ਲਿਖਿਆ ਕਿ ਜਿਹੜਾ ਰਵਿੰਦਰ ਨਾਥ ਟੈਗੋਰ ਦੇ ਮਨ ਦੇ ਵਿੱਚ ਉਹਨਾਂ ਲਈ ਇੱਜ਼ਤ ਸੀ, ਉਹ ਕਿਸੇ ਤਰ੍ਹਾਂ ਭੁੰਜੇ ਪੈ ਚੁੱਕੀ ਸੀ ਜੀ। ਤੇ ਉਹ ਬਲਰਾਜ ਸਾਹਨੀ ਉੱਥੋਂ ਇੱਕ ਬੜਾ ਵੱਡਾ ਲੈਸਨ ਲੈ ਕੇ ਮੁੜੇ ਕਿ ਏਦਾਂ ਨਹੀਂ ਚੱਲਣਾ। ਜਦੋਂ ਇਹ ਹੁਣ ਅੱਜ ਦੇ ਸਮੇਂ ਦੇ ਵਿੱਚ ਵੀ ਜੇ ਅਸੀਂ ਆਪਣਾ ਮੂਲ ਗਵਾ ਦਾਂਗੇ ਤਾਂ ਅਸੀਂ ਫਿਰ ਕਾਸੇ ਜੋਗੇ ਨਹੀਂ, ਫਿਰ ਸਾਡੀ ਬੇਇੱਜ਼ਤੀ ਕੀ ਸਾਰਾ ਅਸੀਂ ਬਿਲਕੁਲ ਹੀ ਖਤਮ ਹੀ ਹੋ ਜਾਵਾਂਗੇ। ਸਾਰਿਆਂ ਨੂੰ ਇਹੀ ਹੈ ਕਿ ਅਸੀਂ ਸਿੱਖੀ ਇੱਥੇ ਆਏ ਆ, ਸਾਨੂੰ ਬੋਲਣੀ ਪੈਂਦੀ ਹੈ ਬੇਸ਼ੱਕ, ਪਰ ਜੋ ਸਾਡਾ ਮੂਲ ਹੈ ਉਹ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪ ਜਾਂ ਜਿੱਥੇ ਵੀ ਸਾਨੂੰ ਲੱਗਦਾ ਉੱਥੇ ਅਸੀਂ ਉਹ ਚੀਜ਼ ਨੂੰ ਵਰਤੀਏ। ਚੰਗਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਧੰਨਵਾਦ। ਆਪਣੇ ਅਗਲੇ ਕਾਲਰ ਨੇ ਰਮਨ ਜੀ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਨਾਂ ਵੀਰ ਜੀ ਨੂੰ। ਹਾਂਜੀ, ਬਹੁਤ ਸੋਹਣਾ ਟੌਪਿਕ ਲੈ ਕੇ ਆਏ ਹੋ ਤੁਸੀਂ। ਮੈਂ ਵੀ ਸੁਣਦੀ ਪਈ ਸੀਗੀ ਤਾਂ ਦੈਟਸ ਵੈਰੀ ਟਰੂ ਹੈ ਨਾ ਕਿ ਇੱਕ ਤਾਂ ਸਾਡੀ ਬੋਲੀ ਆ, ਇੱਕ ਤਾਂ ਇੱਕ ਪਲਾਨ ਸੀਗਾ ਕਿ ਹੈ ਨਾ ਇਟਸ ਕਾਈਂਡ ਆਫ ਜੈਨੋਸਾਈਡ ਹੀ ਸੀਗਾ ਬੋਲੀ ਤੋਂ। ਪਰ ਬਹੁਤ ਜ਼ਰੂਰੀ ਗੱਲ ਹੈ ਕਿ ਸਾਡੀ ਗੁਰੂ ਨਾਲ ਸਾਂਝ ਵੀ ਇਸੇ ਬੋਲੀ ਕਰਕੇ ਆ। ਰਾਈਟ। ਜੇ ਸਾਡੇ ਬੱਚੇ ਪੰਜਾਬੀ ਨਹੀਂ ਸਿੱਖਣਗੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੱਦਾਂ ਪੜ੍ਹਨਗੇ, ਹੈ ਨਾ। ਸੋ
ਬਹੁਤ ਹੈਰਾਨੀ ਹੋਈ। ਮੈਂ ਵੀ ਉਹ ਦੇਖਿਆ ਸੀਗਾ ਜਿਹੜਾ ਉਹ ਐਪੀਸੋਡ ਹੋਇਆ ਕਿ ਉਹ ਸਕੂਲ 'ਚ ਕਿੱਦਾਂ ਪੰਜਾਬੀ ਪੜ੍ਹਾਉਂਦੇ ਹੀ ਨਹੀਂ ਆ, ਹਨਾ। ਹਾਂਜੀ। ਤੋ ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਵੀ ਕਨਵੈਂਟ ਸਕੂਲ ਜਦੋਂ ਮੈਂ ਪੜ੍ਹੀ ਸੀਗੀ ਉੱਥੇ, ਤਾਂ ਮੈਨੂੰ ਯਾਦ ਹੈ ਕਿ ਸਾਨੂੰ 5ਵੀਂ 'ਚ ਬਹੁਤ ਪੰਜਾਬੀ ਤੇ ਹਿੰਦੀ ਲਾਈ ਸੀਗੀ। ਤਾਂ ਉਦੋਂ ਦੋਵੇਂ ਲਾਈਆਂ ਸੀ, ਇਹ ਨਹੀਂ ਸੀ ਕਿ ਪੰਜਾਬੀ ਬਿਲਕੁਲ ਨਹੀਂ ਸੀ ਲਾਈ, ਹਨਾ। ਤੋ ਉੱਥੋਂ ਥੋੜਾ ਬਹੁਤ ਮਤਲਬ 10ਵੀਂ ਤੱਕ ਆਂਦੇ ਤੁਸੀਂ ਲਿਖਣੀ ਪੜ੍ਹਨੀ ਆ ਗਈ ਸੀਗੀ, ਹਨਾ। ਐਸੇਸ ਵਗੈਰਾ ਲਿਖ ਲੈਂਦੇ ਸੀਗੇ। ਤੇ ਆਈ ਡੋਂਟ ਥਿੰਕ ਕਿ ਬਹੁਤੀ ਪੋਇਟਰੀ ਵਗੈਰਾ ਪੜ੍ਹਾਈ ਸੀ, ਪਰ ਮੈਨੂੰ ਯਾਦ ਹੈ ਕਿ ਜਦੋਂ ਤੁਸੀਂ ਕਾਲਜ ਜਾਂਦੇ ਸੀਗੇ ਉਦੋਂ ਤੁਹਾਨੂੰ ਸੱਭਿਆਚਾਰ ਹੁੰਦਾ ਸੀਗਾ ਪੰਜਾਬੀ, ਉਸੇ ਪੜ੍ਹਨਾ ਪੈਂਦਾ ਸੀ 11ਵੀਂ 12ਵੀਂ 'ਚ, ਹਨਾ। ਉਹਦੇ ਤੋਂ ਥੋੜਾ ਜਿਹਾ ਐਕਸਪੋਜ਼ਰ ਮਿਲਿਆ। ਲਾਈਕ ਉਹੀ, ਜੇ ਬੱਚਿਆਂ ਨੂੰ ਪੰਜਾਬੀ ਨਹੀਂ ਆਊਗੀ, ਆਪਣੇ ਸੱਭਿਆਚਾਰ, ਜਿਹੜੇ ਸਾਡੇ ਰਾਈਟਰਸ ਨੇ ਸਾਰੇ ਜਿਨ੍ਹਾਂ ਨੇ ਪੰਜਾਬੀ ਲਿਖਿਆ ਆ, ਹਨਾ, ਜਿੱਦਾਂ ਜਿਹੜੇ ਵੀ ਹੈਗੇ ਆ ਕਿ ਬਾਬਾ ਬੁੱਲੇ ਸ਼ਾਹ, ਲਾਈਕ ਸਾਰਿਆਂ ਨੂੰ ਬੱਚੇ ਪੜ੍ਹਨ, ਮਤਲਬ ਪਤਾ ਕਿੱਦਾਂ ਚੱਲੂਗਾ, ਉਹਨਾਂ ਦੀਆਂ ਲਿਖਤਾਂ ਬਾਰੇ ਕਿੱਦਾਂ ਪਤਾ ਚੱਲੂਗਾ। ਐਂਡ ਮੈਂ ਵੀ ਜਿਹੜੀ ਰਵਿੰਦਰਨਾਥ ਟੈਗੋਰ ਵਾਲੀ ਦੱਸ ਕੇ ਗਏ, ਮੈਂ ਵੀ ਇਹ ਗੱਲ ਸੁਣੀ ਸੀ ਕਿ ਜਿਹੜਾ ਬੰਦਾ ਜੇ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਹੈ, ਤੁਸੀਂ ਆਪਣੇ ਆਪ ਨੂੰ ਬੈਸਟ ਐਕਸਪ੍ਰੈਸ ਆਪਣੀ ਮਾਂ ਬੋਲੀ 'ਚ ਹੀ ਕਰ ਸਕਦੇ ਹੋ। ਤੇ ਨਹੀਂ, ਇਹ ਤਾਂ ਸਪਸ਼ਟ ਹੀ ਹੈ ਜੀ। ਹੁਣ ਜਦੋਂ ਆਪਾਂ ਇੱਕ ਦੂਜੇ ਨਾਲ ਗੱਲ ਕਰਦੇ ਆ, ਜੇ ਕਿਸੇ ਨੂੰ ਚੰਗਾ ਕਹਿਣਾ ਜਾਂ ਕਿਸੇ ਨੂੰ ਮੰਦਾ ਵੀ ਕਹਿਣਾ, ਸਭ ਤੋਂ ਪਹਿਲਾਂ ਆਪਾਂ ਪੰਜਾਬੀ 'ਚ ਹੀ ਸੋਚਦੇ ਆ, ਫਿਰ ਉਹਦਾ ਤਰਜਮਾ ਕਰਕੇ ਗਾਂ ਜਿਹੜਾ ਕਿਸੇ ਨੂੰ ਦੱਸਣਾ ਹੁੰਦਾ, ਜੇ ਕੋਈ ਹੋਰ ਭਾਸ਼ਾ ਬੋਲੀ ਵਾਲਾ ਹੁੰਦਾ ਆ। ਅਸਲੀ ਭਾਵਨਾ ਜਿਹੜੀ ਭਾਵ ਆ ਨਾ, ਉਹ ਫਿਰ ਤੁਹਾਨੂੰ ਆਪਣੀ ਮਾਂ ਬੋਲੀ ਦੇ ਵਿੱਚ ਹੀ ਜਿਹੜੇ ਉਹ ਨਿਕਲਦੇ ਆ। ਜੀ ਜੀ। ਹਾਂਜੀ, ਇੱਕ ਮੇਰਾ ਖਿਆਲ ਇੱਕ ਹੈਗਾ ਵੀ ਆ, ਅਕਬਰ ਦੇ ਕੋਲ ਇੱਕ ਬੰਦਾ ਆਂਦਾ ਜਿਹਨੂੰ ਪਤਾ ਨਹੀਂ ਕਿੰਨੀਆਂ ਕੁ ਭਾਸ਼ਾਵਾਂ ਆਉਂਦੀਆਂ ਨੇ, ਹਨਾ। ਸੋ ਉਹ ਬੀਰਬਲ ਨੂੰ ਕਹਿੰਦਾ ਕਿ ਪਤਾ ਲਾ ਕਿ ਇਹਦੀ ਮਾਂ ਬੋਲੀ ਕਿਹੜੀ, ਕਿ ਮਾਂ ਬੋਲੀ ਤਾਂ ਇਹਦੀ ਇੱਕ ਹੀ ਹੋਊਗੀ ਨਾ, ਰਾਈਟ, ਕਿ ਬਾਕੀ ਤਾਂ ਇਹਨੇ ਸਿੱਖੀਆਂ ਹੋਣੀਆਂ ਆ। ਉਹ ਪਤਾ ਹੀ ਨਹੀਂ ਲੱਗਦਾ। ਫਿਰ ਬੀਰਬਲ ਕੀ ਕਰਦਾ ਹੈ, ਉਹ ਜਦੋਂ ਸੁੱਤਾ ਹੁੰਦਾ ਹੈ ਨਾ, ਉੱਤੇ ਬਾਲਟੀ ਦੀ ਪਾਣੀ ਪਾ ਦਿੰਦਾ ਆ, ਹਨਾ। ਉਹ ਇੱਕਦਮ ਉੱਠਦਾ ਆ ਤੇ ਆਪਣੀ ਜਿਹੜੀ ਬੋਲੀ ਉਹ ਬੋਲਦਾ ਹੈ, ਜਿਹਦੇ ਚੋਂ ਗਾਲਾਂ ਕੱਢਦਾ ਹੈ, ਜੋ ਵੀ ਬੋਲਦਾ, ਕਹਿੰਦਾ ਆਈ ਦੀ ਮਾਂ ਬੋਲੀ ਹੈ, ਰਾਈਟ। ਮਾਂ ਬੋਲੀ ਜੀ, ਏਦਾਂ ਪਤਾ ਲੱਗਦਾ। ਚਲੋ, ਥੈਂਕ ਯੂ ਭੈਣ ਜੀ। ਹਾਂਜੀ, ਬਾਕੀ ਇੱਕ ਗੱਲ ਹੋਰ ਮੈਂ ਕਹਿਣੀ ਸੀ, ਮੈਨੂੰ ਇੱਕ ਨਾ ਮੂਵੀ ਵੀ, ਮੇਰਾ ਖਿਆਲ ਆਟੇ ਦੀ ਚਿੜੀ ਆ, ਉਹਦੇ ਦਾ ਵੀ ਇੱਕ ਸੀਨ ਯਾਦ ਆਇਆ ਤੁਹਾਡੀ ਗੱਲ ਸੁਣ ਕੇ। ਉਹਦੇ ਚੋਂ ਕਹਿੰਦਾ ਸੀ, ਬੱਚਾ ਕਹਿੰਦਾ ਸੀ ਕਿ ਮੇਰਾ ਖਿਆਲ ਕੈਨੇਡਾ ਦੀ ਸਰੀ, ਉਹਦੇ ਚ ਪੰਜਾਬੀ ਦਾ ਸਟਰੀਟ ਦਾ ਨਾਂ ਥੱਲੇ ਲਿਖਿਆ ਹੁੰਦਾ, ਉੱਤੇ ਅੰਗਰੇਜ਼ੀ ਲਿਖੀ ਹੁੰਦੀ, ਥੱਲੇ ਪੰਜਾਬੀ। ਤੇ ਆਪਣੇ ਦਾਦੇ ਨੂੰ ਕਹਿੰਦਾ ਕਿ ਇਹ ਕਿਉਂ? ਉਹ ਕਹਿੰਦਾ ਕਿ ਚੱਲ ਮੈਂ ਤੈਨੂੰ ਪੰਜਾਬ ਲੈ ਕੇ ਜਾਊਂਗਾ, ਉੱਥੇ ਸਾਡੀ ਬਾਦਸ਼ਾਹੀ ਆ, ਉੱਥੇ ਸਾਡੀ ਭਾਸ਼ਾ ਉੱਤੇ ਲਿਖੀ ਹੋਣੀ ਆ ਤੇ ਅੰਗਰੇਜ਼ੀ ਥੱਲੇ ਲਿਖੀ ਹੋਣੀ ਆ, ਬਟ ਉਹ ਟਰੂ ਨਹੀਂ ਹੈਗਾ ਪੰਜਾਬ 'ਚ, ਰਾਈਟ। ਸਾਨੂੰ ਵੀ ਪਤਾ ਆ। ਸੋ ਹੁਣ ਜੇ ਲੱਖਾ ਸਿਧਾਣਾ ਨੇ ਚੁੱਕਿਆ ਆ ਕੰਮ, ਤਾਂ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ। ਪੰਜਾਬੀ ਨੂੰ ਜਿਹੜਾ ਉਹਦਾ ਹੱਕ ਮਿਲਦਾ ਆ, ਬਣਦਾ ਆ, ਉਹਨੂੰ ਮਿਲਣਾ ਚਾਹੀਦਾ ਹੈ, ਉਹਦੀ ਜਿਹੜੀ ਬਾਦਸ਼ਾਹੀ ਆ, ਹਨਾ। ਧੰਨਵਾਦ ਜੀ। ਹਾਂਜੀ, ਸ਼ੁਕਰੀਆ ਜੀ, ਧੰਨਵਾਦ। ਹੱਕ ਕੀ ਆ ਜੀ, ਮਤਲਬ ਹੱਕ ਕੀ ਮਿਲਣਾ ਚਾਹੀਦਾ, ਦੂਜਿਆਂ ਨੂੰ ਇਹ ਵੀ ਹਾਂ ਚਲੋ ਉਹਨਾਂ ਨੂੰ ਵੀ ਨਾਲ ਮੌਕਾ ਦਿਓ, ਉਹ ਠੀਕ ਆ, ਪਰ ਇਹ ਜਿਹੜੀ ਹੈਗੀ ਚੀਜ਼ ਪਹਿਲਾਂ ਮੁੱਖ ਤੌਰ ਤੇ ਇਹ ਰਹਿਣੀ ਚਾਹੀਦੀ, ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਆ। ਕਈ ਵਾਰੀ ਨਾ ਤੁਹਾਨੂੰ ਮੌਕਾ ਮਿਲਦਾ, ਜਿੱਦਾਂ ਬਲਵਿੰਦਰ ਕੌਰ ਜੀ ਵੀ ਕਹਿ ਕੇ ਗਏ ਨਾ, ਬੁੱਲੇ ਸ਼ਾਹ ਦੀ ਇਹਨਾਂ ਨੇ ਗੱਲ ਕੀਤੀ, ਹੋਰ ਬਥੇਰੇ ਰਾਈਟਰ ਨੇ, ਚੜ੍ਹਦੇ ਵਾਲੇ ਪਾਸੇ ਵੀ, ਲਹਿੰਦੇ ਵਾਲੇ ਪਾਸੇ ਵੀ। ਇਹ ਸਮੱਸਿਆ ਦੋਨੋਂ ਪਾਸੇ ਆ। ਇੱਕ ਪਾਸੇ ਜਿਹੜਾ ਹਿੰਦੀ ਦਾ ਨਾਂ ਲਾ ਕੇ ਉਹ ਥੋਪੀ ਜਾ ਰਹੀ ਆ, ਦੂਜੇ ਪਾਸੇ ਉਰਦੂ ਥੋਪਿਆ ਜਿਹੜਾ ਉਹ ਥੋਪਿਆ ਜਾ ਰਿਹਾ। ਸਮੱਸਿਆ ਪ੍ਰਵੀਨ ਜੀ ਤੇ ਜਿੰਨੇ ਵੀ ਸਾਡੇ ਸੁਣਨ ਵਾਲੇ ਸਰੋਤੇ, ਜਿਹੜੀ ਆਪਾਂ ਦੇਖ ਰਹੇ ਆ ਨਾ, ਆਪਾਂ ਲੱਗੇ ਆ ਵੀ ਕਿਹੜੇ ਰਾਈਟਰ ਨੇ ਕਿੰਨੀਆਂ ਕਿਤਾਬਾਂ ਲਿਖਤੀਆਂ। ਆਪਾਂ ਇਹ ਦੱਸਣ 'ਚ ਲੱਗੇ ਆ, ਹਾਂਜੀ ਫਲਾਣੇ ਨੇ 10 ਲਿਖਤੀਆਂ, 20 ਲਿਖਤੀਆਂ, 30 ਲਿਖਤੀਆਂ। ਪੜ੍ਹਨ ਵਾਲੇ ਕਿੰਨੇ ਕਾ ਭਾਈ? ਪਾਠਕ ਹੈਗੇ ਆ ਤੁਹਾਡੇ ਕੋਲ? ਹਾਂਜੀ, ਬਿਲਕੁਲ। ਵੀ ਕੋਈ ਚੀਜ਼ ਜਿਹੜੀ ਉਹ ਰਹਿ ਗਈ ਆ, ਤੁਸੀਂ ਆਪ ਹੀ ਪੜ੍ਹਨੀ ਆ ਲਿਖ ਕੇ। ਕਿਹਦੇ ਵਾਸਤੇ ਕਰ ਰਹੇ? ਉਹਨਾਂ ਵਾਸਤੇ ਤੁਸੀਂ ਕਰ ਕੀ ਰਹੇ ਆ? ਜਦੋਂ ਤੁਸੀਂ ਕਿਤੇ ਸੰਮੇਲਨ ਤੇ ਜਾਂਦੇ ਨਾ, ਇਹਨਾਂ ਦੇ ਕਿਸੇ ਵੀ ਤੇ ਵੀ ਚਲੇ ਜਾਓ, ਤੁਹਾਨੂੰ ਕਈਆਂ ਨੂੰ ਮੌਕਾ ਮਿਲਿਆ ਹੋਣਾ, ਕਈ ਵਾਰੀ ਤੁਸੀਂ ਉਹਦੇ ਵਿੱਚ ਆਪ ਹੁੰਦੇ ਆ, ਜਾਂ ਕਈ ਵਾਰੀ ਐਜ਼ ਏ ਸਰੋਤੇ ਤੁਸੀਂ ਸੁਣ ਦੇਖਣ ਦੇ ਲਈ ਜਾਂਦੇ ਆ। ਬਹੁਤਾ ਨਾ ਉੱਥੇ ਜਿਹੜਾ ਪ੍ਰਭਾਵ ਪੈਂਦਾ ਆ, ਉਹ ਏਦਾਂ ਦਾ ਪ੍ਰਭਾਵ ਪੈਂਦਾ, ਪ੍ਰਵੀਨ ਤੂੰ ਬਹੁਤ ਵਧੀਆ ਲਿਖਦਾ, ਅੱਛਾ ਬੱਲੇ ਬੱਲੇ ਕਰਾਤੀ ਆ, ਬਸ ਏਦਾਂ ਹੀ ਚੜ੍ਹਦੀ ਕਲਾ। ਠੀਕ ਹੈ। ਜਦੋਂ ਪ੍ਰਵੀਨ ਨੇ ਸਟੇਜ ਤੇ ਕਰਨਾ, ਰਾਜ ਤੂੰ ਬਹੁਤ ਵਧੀਆ ਲਿਖਦਾ, ਪਰ ਤੂੰ ਇੱਕ ਦੂਜੇ ਦੀ ਬਸ ਇੱਕ ਦੂਜੇ ਦੀ ਪਿੱਠ ਖੁਰਕਣ ਦੇ ਵਿੱਚ ਲੱਗੇ ਆ। ਪੰਜਾਬੀ ਨੂੰ ਕਿੱਦਾਂ ਉਹਦਾ ਫੈਲਾਅ ਕੀਤਾ ਜਾਵੇ, ਜਾਂ ਉਹਨੂੰ ਕਿਹੜੇ ਏਜੰਡੇ ਤਹਿਤ ਖਤਮ ਕੀਤਾ ਜਾਵੇ, ਇੱਥੇ ਤੱਕ ਕਿ ਪ੍ਰਵੀਨ ਜੀ ਸਮੱਸਿਆ ਦੇਖੋ ਕਿੱਡੀ ਵੱਡੀ ਆ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਬੋਲਣ ਵਾਲੇ ਸਮਝਣ ਵਾਲੇ ਪੰਜਾਬੀ ਆ।
ਹੁਣ ਕਿਉਂਕਿ ਦੋਨੋਂ ਵੱਖੋ ਵੱਖਰੇ ਢੰਗ ਨਾਲ ਲਿਖੀ ਜਾਂਦੀ ਆ। ਹਾਂਜੀ। ਊੜੇ ਐੜੇ ਵਾਲਿਆਂ ਨੂੰ ਉਹ ਨਹੀਂ ਸਮਝਾਈ ਜਾ ਰਹੀ, ਹਾਂਜੀ। ਜਿਹੜੇ ਉਧਰਲੇ ਪਾਸੇ ਵਾਲਿਆਂ ਨੂੰ ਇਹ ਨਹੀਂ ਕਰਾਈ ਜਾ ਰਹੀ। ਹਾਂਜੀ। ਇੱਕ ਥਾਂ ਤੇ ਮੈਂ ਗਿਆ ਤੇ ਮੈਂ ਉਹਨਾਂ ਨੂੰ ਇਹ ਪੁੱਛਿਆ ਜਦੋਂ ਸਵਾਲ, ਹਾਂਜੀ। ਕਹਿੰਦੇ ਅਸੀਂ ਤਾਂ ਉਧਰਲੇ ਪਾਸੇ ਜਾ ਆਉਂਦੇ ਆ, ਜਿਹੜੇ ਭਾਰਤ ਵਾਲੇ ਉਹ ਦੂਜਿਆਂ ਨੂੰ ਇੱਧਰ ਆਉਣ ਨਹੀਂ ਦਿੰਦੇ। ਅੱਛਾ। ਉਹ ਛੱਡੋ, ਹੁਣ ਜਦੋਂ ਅਮਰੀਕਾ ਚ ਜਾਂ ਹੋਰ ਮੁਲਕਾਂ ਚ, ਉੱਥੇ ਤਾਂ ਸਾਂਝੇ ਤੌਰ ਤੇ ਹੋ ਸਕਦੇ ਆ ਨਾ, ਉੱਥੇ ਤਾਂ ਇਕੱਠੇ ਹੋਣੇ ਚਾਹੀਦੇ ਆ। ਹਾਂਜੀ ਹਾਂਜੀ। ਦੇਖੋ ਕਿੰਨਾ ਸਾਹਿਤ ਇੱਕ ਦੂਜੇ ਦਾ ਆਪਾਂ ਖੁੰਝ ਜਾਵਾਂਗੇ। ਹਾਂ ਬਿਲਕੁਲ। ਆਪਾਂ ਉਹ ਰਹਿ ਜਾਊਗਾ। ਇਹ ਇੱਕ ਡਿਫਰੈਂਟ ਇਸ ਦਾ ਪਾਰਟ ਆਫ ਜਿਹੜਾ ਉਸ ਦਾ ਅਗਲਾ ਜਿਹੜਾ ਹਿੱਸੇ ਦੇ ਵਿੱਚ, ਜਿੱਦਾਂ ਕਹ ਲਓ ਵੀ ਅੱਗੇ ABC ਹੁੰਦਾ ਨਾ, ਊੜਾ ਐੜਾ ਈੜੀ ਆ, ਕਹ ਲਓ ਵੀ ਉਹਦੇ ਅੰਡਰ ਇਹ ਆ, ਉਹਦੇ ਹੇਠਾਂ ਜਿਹੜਾ ਇਸ ਤਰੀਕੇ ਨਾਲ ਹੁੰਦਾ ਹੈ। ਸੋ ਆਪਾਂ ਨੂੰ ਬਹੁਤ ਜ਼ਰੂਰੀ ਆ ਵੀ ਭਾਈ ਇਸ ਨੂੰ ਬੜੀ ਸੁਹਿਰਦਤਾ ਦੇ ਨਾਲ ਜਿਹੜਾ ਉਹ ਸੋਚੀਏ। ਤੁਸੀਂ ਵੱਖ-ਵੱਖ ਅਦਾਰਿਆਂ ਦੇ ਉੱਤੇ, ਵੱਖ-ਵੱਖ ਸੰਸਥਾਵਾਂ ਦੇ ਉੱਤੇ ਦੋਸ਼ ਮੜ ਸਕਦੇ ਆ, ਨਿੱਤ ਆਏ ਦਿਨ ਰੋਜ਼ ਆਉਂਦੇ ਕਈ ਸਾਲਾਂ ਤੱਕ ਮੜਦੇ ਰਹੋਗੇ। ਹਾਂਜੀ ਹਾਂਜੀ। ਆਪਣੇ ਪੱਧਰ ਦੇ ਉੱਤੇ ਕੀ ਤਬਦੀਲੀਆਂ ਕਰ ਰਹੇ ਆ, ਬਿਲਕੁਲ ਉਹ ਵੀ ਦੇਖ ਲਓ। ਜੀ ਜੀ। ਉਹ ਬਹੁਤ ਜ਼ਿਆਦਾ ਜਿਹੜੀਆਂ ਉਹ ਜ਼ਰੂਰੀ ਆ। ਹਾਂਜੀ। ਇਹ ਜੇ ਆਪਾਂ ਨਹੀਂ ਕਰਾਂਗੇ, ਹਾਂ ਮਾੜੀ ਮੋਟੀ ਕੱਲੀ ਸਤਿ ਸ੍ਰੀ ਅਕਾਲ ਬੁਲਾਉਣ ਜੋਗਾ ਆਪਾਂ ਨਿਆਣਿਆਂ ਨੂੰ ਜਿਹੜਾ ਉਹ ਸਿਖਾ ਰਹੇ ਆ, ਹਾਂਜੀ, ਉੱਥੇ ਆਪਾਂ ਫਿਰ ਫੇਲ ਹੋ ਜਾਵਾਂਗੇ। ਇਹ ਬੜੀ ਇੱਕ ਮੁਸ਼ਕਲ ਜਿਹੜੀ ਉਹ ਆਊਗੀ ਬਾਹਰਲਿਆਂ ਨੂੰ, ਜਿਹੜੀ ਤਾਂ ਆਪਣੇ ਤੱਕ ਦੀ ਜਿਹੜੀ ਜਨਰੇਸ਼ਨ ਆ, ਜਿਹੜੀ ਇਹ ਪੀੜ੍ਹੀ ਆ, ਉਹ ਤਾਂ ਇਸ ਦਰਦ ਨੂੰ ਸਮਝ ਰਹੀ ਆ। ਜਿਹੜੇ ਇੱਥੇ ਦੇ ਜੰਮੇ ਆ ਉਹਨਾਂ ਨੂੰ ਨਹੀਂ ਉਹ ਦਰਦ ਹੈਗਾ। ਬਿਲਕੁਲ। ਇਹ ਆਪਾਂ ਨੂੰ ਮੰਨਣਾ ਪੈਣਾ, ਇਹ ਕੌੜਾ ਸੱਚ ਆ ਅਮਰੀਕਾ ਦਾ, ਕੈਨੇਡਾ ਦਾ, ਬਾਹਰਲੇ ਮੁਲਕਾਂ ਦਾ। ਉਹਨਾਂ ਨੇ ਆਪਸ ਚ ਗੱਲ ਕਰਨੀ ਆ, ਉਹਨਾਂ ਨੇ ਅੰਗਰੇਜ਼ੀ ਚ ਹੀ ਕਰਨੀ ਆ, ਕਿਉਂਕਿ ਉਹਨਾਂ ਨੂੰ ਸਕੂਲ ਦੇ ਵਿੱਚ ਸ਼ੁਰੂਆਤੀ ਦੌਰ ਤੋਂ ਹੀ ਉਹੀ ਚੀਜ਼ ਸਿਖਾਈ ਜਾ ਰਹੀ ਆ। ਇਹ ਆਪਾਂ ਨੂੰ ਹੀ ਜ਼ੋਰ ਲਾਉਣਾ ਪੈਣਾ। ਆਪਾਂ ਝੁਕ ਜਾਂਦੇ ਆ ਫਿਰ। ਇਹਦੇ ਵਿੱਚ ਮੈਂ ਵੀ ਸ਼ਾਮਲ ਆ, ਹੋ ਸਕਦਾ ਹੋਰ ਵੀ ਬਹੁਤ ਸਾਰੇ ਇਦਾਂ ਦੇ ਮਾਪੇ ਹੋਣਗੇ ਜਿਹੜੇ ਕਹਿੰਦੇ ਹੋਣ। ਕੋਸ਼ਿਸ਼ ਆਪਣੇ ਵੱਲੋਂ ਤੁਸੀਂ ਕਰਦੇ ਰਹਿਣਾ, ਜਿੱਦਣ ਹਾਰ ਮੰਨ ਲਈ ਉਦਣ ਖਤਮ ਹੋ ਜਾਣਾ ਸਾਰਾ ਕੁਝ। ਜੀ ਬਿਲਕੁਲ। ਤੇ ਕਈ ਜਿਹੜੇ ਝੰਡਾ ਬਰਦਾਰ ਨੇ ਪੰਜਾਬੀ ਦੇ, ਉਹਨਾਂ ਨੂੰ ਜਦੋਂ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਆ, ਜਦੋਂ ਉਹਨਾਂ ਨੂੰ ਕਹੀਦਾ ਕਿ ਬਈ ਆਪਾਂ ਲਾਮਬੰਦੀ ਕਰੀਏ ਜਾਂ ਆਪਾਂ ਕਰੀਏ, ਤਾਂ ਉਹ ਸੰਘਰਸ਼ ਤੋਂ ਟਾਲਾ ਵੱਢਦੇ ਆ। ਸਟੇਜਾਂ ਤੇ ਗੱਲਾਂ ਕਰਨੀਆਂ ਸੰਘਰਸ਼ ਯੋਧਿਆਂ ਦੀਆਂ, ਤੇ ਆਪਣੇ ਆਪ ਨੂੰ ਪੇਸ਼ ਕਰਨਾ ਕਿ ਅਸੀਂ ਤਾਂ ਆਏ ਆ ਤੇ ਅਸੀਂ ਤਾਂ ਉਹ ਹੈ। ਪਰ ਜਦੋਂ ਇਹਨਾਂ ਚੀਜ਼ਾਂ ਖਾਤਰ ਸੰਘਰਸ਼ ਦੀ ਲੋੜ ਹੁੰਦੀ ਹੈ, ਉਦੋਂ ਨਹੀਂ ਜੀ, ਉਦੋਂ ਸਾਡਾ ਕੰਫਰਟ ਜ਼ੋਨ ਭੰਗ ਹੁੰਦਾ, ਉਦੋਂ ਨਹੀਂ ਅਸੀਂ ਖੜ ਸਕਦੇ। ਫਿਰ ਤੁਸੀਂ ਕਾਹਦੇ ਝੰਡਾ ਬਰਦਾਰ ਆ? ਫਿਰ ਤੁਸੀਂ ਕਾਹਦੀਆਂ ਜਿਹੜੀਆਂ ਅਹੁਦੇ ਨੇ, ਪੋਸਟਾਂ ਨੇ, ਉਹ ਕਾਹਦੇ ਵਾਸਤੇ ਆ ਜਦੋਂ ਤੁਸੀਂ ਕੁਝ ਕਰ ਹੀ ਨਹੀਂ ਸਕਦੇ? ਔਰ ਦੂਜੀ ਅਹਿਮ ਗੱਲ ਇਹ ਹੈ ਕਿ 2014-15 ਦੇ ਵਿੱਚ ਜਦੋਂ ਪੰਜਾਬੀ ਮਾਂ ਬੋਲੀ, ਜਦੋਂ ਪੰਜਾਬ ਦੇ ਵਿੱਚ ਲਗਾਤਾਰ ਧੜਾ-ਧੜ ਹਾਈਵੇਜ਼ ਦੀ ਉਸਾਰੀ ਕੀਤੀ ਜਾ ਰਹੀ ਸੀ, ਤਾਂ ਉਦੋਂ ਹਾਈਵੇਜ਼ ਉੱਤੇ ਪੰਜਾਬੀ ਭਾਸ਼ਾ ਜਿਹੜੀ ਸਾਡੀ ਮਾਂ ਬੋਲੀ ਹੈ, ਉਹਨੂੰ ਤੀਜੇ ਨੰਬਰ ਤੇ ਲਿਖਿਆ ਗਿਆ ਸੀਗਾ। ਪਹਿਲੇ ਨੰਬਰ ਤੇ ਹਿੰਦੀ, ਦੂਜੇ ਨੰਬਰ ਤੇ ਅੰਗਰੇਜ਼ੀ ਤੇ ਤੀਜੇ ਨੰਬਰ ਤੇ ਪੰਜਾਬੀ। ਉਦੋਂ ਜਿਹੜਾ ਸਾਡਾ ਜਾਂ ਮੇਰਾ ਕਹਿ ਲਓ ਕਿ ਇੰਡੀਵਿਜੂਅਲ ਤੌਰ ਤੇ ਸ਼ੁਰੂਆਤੀ ਦੌਰ ਦੇ ਵਿੱਚ ਇਤਰਾਜ਼ ਜਾਂ ਕਹਿ ਲਓ ਕਿ ਕਾਰਨ ਇਹ ਸੀਗਾ ਵੀ ਜੇਕਰ ਦੱਖਣ ਦੇ ਵਿੱਚ ਉਹ ਲੋਕ ਪਹਿਲਾਂ ਆਪਣੀ ਭਾਸ਼ਾ ਲਿਖਦੇ ਆ, ਮਲਿਆਲਮ ਲਿਖਦੇ ਆ, ਤੇਲਗੂ ਲਿਖਦੇ ਆ, ਕੰਨੜ ਲਿਖਦੇ, ਤੇ ਉੱਥੇ ਵੀ ਤਾਂ NHI ਹੈ ਨਾ, ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ, ਇੱਥੇ ਵੀ NHI ਹੈ। ਲੰਘਣਾ ਤੇ ਇੱਥੋਂ ਦੇ ਲੋਕਾਂ ਨੇ ਆ ਜ਼ਿਆਦਾ। ਹਾਂਜੀ, ਲੰਘਣਾ ਤਾਂ ਇੱਥੋਂ ਦੇ ਲੋਕਾਂ ਨੇ ਆ, ਉਹਨਾਂ ਨੇ ਜ਼ਿਆਦਾ ਫੇਰਾ ਤੋਰਾ ਕਰਨਾ ਉਹਨਾਂ ਸੜਕਾਂ ਤੇ। ਜ਼ਮੀਨਾਂ ਸਾਡੀਆਂ ਮੱਲੀਆਂ ਤੁਸੀਂ, ਸਾਡਾ ਪੰਜਾਬ ਹੈ, ਸਾਡੀ ਮਾਂ ਬੋਲੀ ਨਹੀਂ ਤੁਸੀਂ ਕਹਿਣਾ ਤੀਜੇ ਨੰਬਰ ਤੇ ਢਹਿ ਖਰਤਾਂ ਕੋਈ ਨਹੀਂ ਤਾਂ ਉਤਲੇ ਅੰਗਰੇਜ਼ੀ ਨਾਲੇ ਗਲਤ ਮਲਤ। ਹਾਂਜੀ, ਨਾਲੇ ਗਲਤ ਮਲਤ, ਉਹਨਾਂ ਦਾ ਉਚਾਰਨ ਤੱਕ ਸਹੀ ਨਹੀਂ ਸੀ। ਆਪਣੇ ਅਗਲੇ ਜਿਹੜੇ ਕਾਲਰ ਨੇ ਜਗਜੀਤ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੰਜਾਬੀ ਰੇਡੀਓ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਜੀ, ਤੁਸੀਂ ਬਹੁਤ ਸੋਹਣਾ ਮੁੱਦਾ ਚੱਕਿਆ ਜੀ ਪੰਜਾਬੀ ਬੋਲੀ ਦਾ। ਮੈਂ ਤਾਂ ਇਹੀ ਬੇਨਤੀ ਕਰਾਂਗਾ ਵੀ ਰੋਜ਼ 1 ਘੰਟਾ ਇਸ ਤੇ ਜ਼ਰੂਰ ਵਿਚਾਰ ਹੋਣੀ ਚਾਹੀਦੀ ਹੈ ਜੀ। ਥੈਂਕ ਯੂ ਜੀ। ਤੇ ਬਲਵਿੰਦਰ ਭੈਣ ਜੀ ਵੀ ਬੋਲ ਕੇ ਗਏ ਆ, ਖਾਲਸਾ ਜੀ ਵੀ ਬੋਲ ਕੇ ਗਏ ਆ, ਸਾਰੇ ਰੇਡੀਓ ਟੀਮ ਬੋਲਿਆ। ਤੇ ਮੈਂ ਪ੍ਰਵੀਨ ਜੀ ਬਾਰੇ ਗੱਲ ਕਰਦਾ, ਇਹਨਾਂ ਨੇ ਇੱਕ ਪੰਜਾਬੀ ਬੱਚੇ ਦਾ ਇੰਟਰਵਿਊ ਕੀਤਾ ਸੀ, ਬਹੁਤ ਸੋਹਣਾ ਜੀ। ਬਿਲਕੁਲ ਸਰਕਾਰੀ ਸਕੂਲ ਦੇ ਬੱਚੇ ਸੀਗੇ। ਹਾਂਜੀ। ਤੇ ਮੈਂ ਤਾਂ ਕਹਿੰਦਾ ਇਸ ਤਰ੍ਹਾਂ ਇੰਟਰਵਿਊ ਹੋਣੇ ਚਾਹੀਦੇ ਸਰਕਾਰੀ ਸਕੂਲਾਂ 'ਚ ਜਾ ਕੇ, ਉਹਨਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਨੂੰ ਵੱਧ ਤੋਂ ਵੱਧ ਅਪਰੋਚ ਕਰਨਾ ਚਾਹੀਦਾ ਵੀ ਜਿਨ੍ਹਾਂ ਦਾ ਪੂਰਾ ਸੋਹਣਾ ਸਟੈਂਡ ਹੋਣਾ ਚਾਹੀਦਾ ਜੀ। ਜਦੋਂ ਆਪਾਂ ਇੰਗਲਿਸ਼ ਸਾਰੇ ਪ੍ਰਚਾਰ ਹੀ ਇੰਗਲਿਸ਼ ਦਾ ਹੋਈ ਜਾਂਦਾ ਤੇ ਪੰਜਾਬੀ ਦਾ ਪ੍ਰਚਾਰ ਤਾਂ ਆਪੇ ਘਟ ਜਾਣਾ ਜੀ। ਜੀ। ਇਸ ਕਰਕੇ ਮੈਂ ਤਾਂ ਇਹ ਵਧਾਈ ਦਿੰਦਾ ਜੀ, ਬਹੁਤ ਸੋਹਣਾ ਮੁੱਦਾ ਚੁੱਕਿਆ, ਪਰ ਰੋਜ਼ ਹੋਣਾ ਚਾਹੀਦਾ, 1 ਘੰਟਾ ਇੱਥੇ ਜ਼ਰੂਰ ਗੱਲ ਹੋਣੀ ਚਾਹੀਦੀ ਹੈ। ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਨ ਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਾਹਿਗੁਰੂ ਖਾਲਸਾ ਜੀ ਫਤਿਹ। ਸੌਰੀ ਸਤਿ ਸ਼੍ਰੀ ਅਕਾਲ, ਆਪ ਉਹ ਹੈ ਨਹੀਂ ਇਹਨਾਂ ਕੋਲ। ਚਲੋ ਤਾਂ ਵੀਰ ਜੀ ਮੈਂ ਆਉਣੇ ਯਾਰ ਰਾਈਟ ਜੀ। ਹਾਂਜੀ
ਆਪਣਾ ਪੰਜਾਬੀ ਦਾ ਚੱਲਦਾ ਸੀ, ਮੈਨੂੰ ਫੋਨ ਕਾਲ ਆ ਗਈ ਵਿੱਚ, ਮੈਂ ਤਾਂ ਲੇਟ ਹੋ ਗਿਆ। ਪਰ ਮੈਂ ਤੁਹਾਡੇ ਨਾਲ ਇੱਕ ਸਾਂਝਾ ਕਰਨਾ ਚਾਹੁੰਦਾ। ਇੱਕ ਤਾਂ ਜਿਵੇਂ ਇੱਕ ਦਿਨ ਅੱਗੇ ਆਪਾਂ ਗੱਲ ਕੀਤੀ ਸੀ ਫਤਿਹ ਵਾਲੀ ਸਾਂਝ, ਜਿਹੜੀ ਵੀ ਤੁਸੀਂ ਬੋਲਦੇ ਆ ਪੰਜਾਬੀ ਦੇ ਵਿੱਚ, ਜੋ ਵੀ ਤੁਸੀਂ ਕਹਿਣਾ ਚਾਹੁੰਦੇ ਆਪਦੇ ਬੱਚਿਆਂ ਨਾਲ ਉਹ ਜੋੜੋ। ਕਿਉਂਕਿ ਜਿਹੜੀ ਆਪਣੀ ਤਾਂ ਲਗਭਗ, ਮੇਰੀ ਤਾਂ ਮੈਂ ਅੱਧੀ ਕਹਿ ਸਕਦਾ ਕਿਉਂਕਿ ਮੈਂ 40 ਦਾ ਹੋ ਚੱਲਿਆ, ਅੱਧੀ ਕੁ ਲੰਘ ਗਈ ਹੈ, ਅੱਧੀ ਕੁ ਰਹਿ ਗਈ ਹੈ। ਪਰ ਰੌਲਾ ਤਾਂ ਆਪਣਾ ਨੈਕਸਟ ਦਾ ਪੈ ਰਿਹਾ ਨਾ, ਕਿਉਂਕਿ ਬੱਚਿਆਂ ਨੂੰ ਨਹੀਂ ਪਤਾ। ਹਾਂਜੀ, ਬੱਚਿਆਂ ਦੇ ਮੂੰਹ 'ਚ ਕਿਵੇਂ ਪਾਉਣੀ ਆ। ਬੱਚਿਆਂ ਨੂੰ ਮੈਂ ਤਾਂ ਫਤਿਹ ਤੋਂ ਸਟਾਰਟ ਕੀਤਾ, ਮਹਾਰਾਜ ਦੀ ਕਿਰਪਾ। ਫਿਰ ਉਸ ਤੋਂ ਬਾਅਦ ਜਿਹੜੀ ਗੱਲ ਹੈਗੀ ਆ ਹੁਣ, ਉਸ ਤੋਂ ਬਾਅਦ ਅੱਗੇ ਫਿਰ ਕੀ ਹੋਇਆ, ਇੱਕ ਦਿਨ ਆਪਣਾ ਮਾਤਾ ਸੁਰਿੰਦਰ ਕੌਰ ਜੀ ਕਰਦੇ ਹੁੰਦੇ ਪ੍ਰੋਗਰਾਮ, ਉਹਨਾਂ ਨੇ ਵੈਸੀ ਗੱਲ ਕੀਤੀ ਸ਼ਾਇਦ ਪਿਛਲੇ ਸਾਲ ਸ਼ਾਇਦ, ਤਾਂ ਆਪਾਂ ਉਸ ਚੀਜ਼ ਨੂੰ ਮਤਲਬ ਪਾਲਿਆ ਦਿਮਾਗ ਦੇ ਵਿੱਚ। ਜਿਹੜੀ ਪੰਜਾਬੀ ਹੈ, ਪੰਜਾਬੀ ਜਿਹੜਾ ਟੈਕਸਟ ਕਰਨਾ ਨਾ ਬੱਚਿਆਂ ਨਾਲ, ਮੈਂ ਤਾਂ ਹਮੇਸ਼ਾ ਪੰਜਾਬੀ ਲਿਖਦਾ ਜੀ ਸਾਰਿਆਂ ਨਾਲ ਹੀ। ਜਿਹੜਾ ਟੈਕਸਟ ਵੀ ਕਰਨਾ, ਜਦੋਂ ਵੀ ਪੁੱਛਣਾ ਕਰਨਾ, ਉਹ ਪੰਜਾਬੀ ਦੇ ਵਿੱਚ ਕਰਨਾ, ਠੀਕ ਹੈ। ਫਿਰ ਇਹਦੇ ਨਾਲ ਕੀ ਹੁੰਦਾ, ਉਹ ਪੜ੍ਹਨਾ ਸ਼ੁਰੂ ਕਰਦੇ ਆ ਵੀ ਮੈਨੂੰ ਸਮਝ ਨਹੀਂ ਆਈ। ਪੰਜਾਬੀ ਸਕੂਲ 'ਚ ਵੀ ਇੱਥੇ ਪਾਏ ਆ ਤੇ ਪਲੱਸ ਆਪ ਵੀ ਕਰਦੇ ਆ। ਫਿਰ ਪੰਜਾਬੀ ਦੇ ਵਿੱਚ ਹੀ ਗੱਲ ਕਰਨੀ ਆ। ਫਿਰ ਜਿਹੜੇ ਨੰਬਰ, ਹੁਣ ਨੰਬਰ ਨਹੀਂ ਪੰਜਾਬੀ ਦੇ ਵਿੱਚ ਆਉਂਦੇ ਉਹਨਾਂ ਨੂੰ, ਵੀ 18 ਕਿ 19 ਆ ਕਿ 69 ਆ ਕਿ 99 ਆ ਕਿੰਨੇ ਆ, ਉਹ ਵੀ ਉਹਨਾਂ ਨੂੰ ਦੱਸੀ ਜਾਂਦੇ ਆ, ਦੱਸੀ ਜਾਈਦੇ ਨਾਲ ਦੀ ਨਾਲ ਵੀ ਆਹ ਪੈਸੇ ਕਿੰਨੇ ਬਣਿਆ, ਏਦਾਂ। ਮਤਲਬ ਇਹ ਤਾਂ ਮਾਂ ਪਿਓ ਦੀ ਡਿਊਟੀ ਆ ਵੀਰ ਜੀ। ਕਿਸੇ ਨੇ ਕੁਛ ਨਹੀਂ ਕਰਨਾ, ਕੋਈ ਸਰਕਾਰ ਨਹੀਂ, ਕੋਈ ਕੁਛ ਨਹੀਂ ਗਾ। ਜਿੰਨਾ ਚਿਰ ਤੁਸੀਂ ਆਪਦੇ ਆਪ, ਹੁਣ ਉੱਥੇ ਪਿੱਛੇ ਜਿਹੜਾ ਮੁੱਦਾ ਚੱਲੀ ਜਾਂਦਾ, ਲੱਖੇ ਹੋਣੀ ਬੋਲੇ, ਕਿਸੇ ਦਾ ਕੋਈ ਕਸੂਰ ਨਹੀਂ, ਮਾਪੇ ਦਾ ਕਸੂਰ ਆ ਸਾਰਾ। ਜੀ ਧੰਨਵਾਦ ਜੀ। ਆਪਣਾ ਜੇ ਆਪਾਂ ਧੰਨਵਾਦ ਤੁਹਾਡਾ ਕਾਲ ਲੈਣ ਵਾਸਤੇ, ਬਹੁਤ ਸੋਹਣਾ ਮੁੱਦਾ ਤੇ ਗੱਲਬਾਤ ਹੋਣੀ ਚਾਹੀਦੀ। ਪਰ ਮਾਂ ਪਿਓ ਮੋਹਰੀ ਆ ਹਰੇਕ ਚੀਜ਼ ਦੇ ਵਿੱਚ। ਜੇ ਮਾਂ ਪਿਓ ਜੋ ਚਾਹਣਗੇ ਬੱਚਾ ਉਹੋ ਜਿਹਾ ਬਣ ਸਕਦਾ। ਜੀ ਸ਼ੁਕਰੀਆ ਹਾਂਜੀ, ਓਕੇ ਵੀਰ ਜੀ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਬਿਲਕੁਲ ਐਗਰੀ ਕਰਦੀ ਹਾਂ ਵੀਰ ਜੀ ਜਿਹੜੇ ਪਹਿਲਾਂ ਆਏ ਨੇ, ਹਰਮਨ ਵੀਰ ਜੀ। ਇਹ ਜਿਹੜੀ ਸ਼ੁਰੂਆਤ ਹੈ ਤਾਂ ਆਪਣੇ ਘਰ ਤੋਂ ਹੋਣੀ ਚਾਹੀਦੀ ਆ। ਜੇ ਅਸੀਂ ਆਪਣੇ ਘਰ ਤੋਂ ਹੀ ਸ਼ੁਰੂਆਤ ਕਰਾਂਗੇ ਤਾਂ ਫਿਰ ਹੀ ਅਸੀਂ ਬੱਚਿਆਂ ਨੂੰ ਇਸ ਰਾਹੇ ਪਾ ਸਕਦੇ ਹਾਂ। ਹੁਣ ਛੋਟੀ ਜਿਹੀ ਐਗਜ਼ਾਮਪਲ ਆ, ਮੈਂ ਇੱਥੋਂ ਸੀਐਟਲ ਤੋਂ ਕਾਲ ਕਰ ਰਹੀ ਹਾਂ। ਯੂਨੀਵਰਸਿਟੀ ਨਗਰ ਕੀਰਤਨ ਤੇ ਗਏ ਸੀ, ਜਿੰਨੇ ਆਪਣਾ ਰਸ਼, ਭੀੜ ਭੜੱਕਾ ਸਟਾਲਾਂ ਤੇ ਦੇਖਿਆ, ਉਹਨਾਂ ਭੀੜ ਭੜੱਕਾ ਅਸੀਂ ਜਿੱਥੇ ਵੀ ਕਿਸੇ ਵੀਰ ਨੇ, ਭਾਵੇਂ ਉਹ 1984 ਦਾ ਮੁੱਦਾ ਸੀ, ਭਾਵੇਂ ਉਹ ਖਾਲਿਸਤਾਨ ਦਾ ਮੁੱਦਾ ਸੀ, ਹਨਾ, ਕਿਤੇ ਵੀ ਉੱਥੇ ਮੈਂ ਉਹਨਾਂ ਭੀੜ ਭੜੱਕਾ ਨਹੀਂ ਦੇਖਿਆ। ਹਨਾ, ਉਹਨਾਂ ਨੇ ਇੱਕ 1984 ਤੇ ਜਿੰਨੇ ਵੀ ਸ਼ਹੀਦ ਹੋਏ ਸੀ ਉਹਨਾਂ ਦੇ ਬਾਰੇ ਪੰਜਾਬੀ ਚ ਲਿਖ ਕੇ, ਇੰਗਲਿਸ਼ ਚ ਲਿਖ ਕੇ ਬੱਚਿਆਂ ਨੂੰ ਲਾਇਆ ਹੋਇਆ ਸੀਗਾ ਕਿ ਆਓ ਇਹਨਾਂ ਨੂੰ ਪੜ੍ਹੋ ਕਿ ਕਿੱਦਾਂ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਸੀਗੀਆਂ ਤੇ ਅਸੀਂ ਅੱਜ ਕਿੱਥੇ ਆ, ਤੇ ਉਹਨਾਂ ਚ ਕਿੰਨੀ ਮਤਲਬ ਕਿ ਤਾਕਤ ਸੀਗੀ ਤੇ ਕਿੰਨੀ ਦ੍ਰਿੜਤਾ ਸੀਗੀ ਕਿ ਆਪਣੇ ਮਤਲਬ ਕਿ ਪੰਜਾਬੀ ਨੇ, ਇਹ ਨਹੀਂ ਹੈਗੇ ਕਿ ਅਸੀਂ ਬਸ ਜਾਈਏ ਉੱਥੇ ਪਕੌੜੇ ਖਾਈਏ ਤੇ ਜਲੇਬੀਆਂ ਖਾਈਏ ਤੇ ਘਰ ਨੂੰ ਆ ਜਾਈਏ। ਸਾਡਾ ਪਤਾ ਨਹੀਂ ਦਿਮਾਗ ਅੱਜ ਕੱਲ੍ਹ ਇਹੋ ਹੀ ਆ ਕਿ ਹਾਂਜੀ ਉੱਥੇ ਜੀ ਸਟਾਲ ਲੱਗੇ ਨੇ, ਉੱਥੇ ਜੀ ਖਾਣ ਨੂੰ ਬਹੁਤ ਕੁਛ ਆ, ਪਰ ਇਹ ਜਿਹੜਾ ਆ ਇਹ ਤੁਸੀਂ ਆਪਣੇ ਬੱਚਿਆਂ ਨੂੰ ਦੱਸਣਾ ਆ ਕਿ ਪਲੀਜ਼ ਆਹ ਚੀਜ਼ਾਂ ਵੀ ਉਹਨਾਂ ਨੇ ਸਾਨੂੰ ਸਿੱਖਣ ਨੂੰ ਦਿੱਤੀਆਂ। ਉੱਥੇ ਲੈ ਕੇ ਜਾਓ ਬੱਚਿਆਂ ਨੂੰ, ਉਹਨਾਂ ਨੂੰ ਕਹੋ ਕਿ ਇਹਨਾਂ ਨੂੰ ਪੜ੍ਹੋ ਕਿ ਇਹਨਾਂ ਨੇ ਕਿੱਦਾਂ ਸਾਡੇ ਵਾਸਤੇ ਇੰਨਾ ਕੁਛ ਕੀਤਾ ਹੈ ਜਿਨ੍ਹਾਂ ਦੇ ਅਸੀਂ ਰਿਣੀ ਆ। ਤੇ ਬਸ ਵੀਰ ਜੀ ਮੈਂ ਇਹੋ ਕਹਿਣਾ ਸੀ। ਧੰਨਵਾਦ ਜੀ। ਹਾਂਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਹਰਮੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਧੰਨਵਾਦ ਤੁਹਾਡਾ ਜੀ ਕਾਲ ਲੈਣ ਲਈ। ਤੇ ਮੈਂ ਸਿਰਫ ਇੱਕ ਬਹੁਤ ਬੇਨਤੀ ਕਰਨਾ ਚਾਹੁੰਦਾ ਸਾਰੇ ਜੋ ਇਸ ਟਾਈਮ ਸੁਣ ਰਹੇ ਆ ਕਿ ਇਸ ਮੁੱਦੇ ਨਾਲ ਰਿਲੇਟਡ ਹੈ, ਮੈਂ ਥੋੜਾ ਜਿਹਾ ਇਹਦੀ ਜੜ ਤੇ ਜਾਣਾ ਚਾਹੁੰਦਾ ਵਾ ਕਿ ਬੱਚਿਆਂ ਨੂੰ ਗੁਰਮੁਖੀ ਤੇ ਮਤਲਬ ਗੱਲ ਹੈ ਵੀ ਜਿਨ੍ਹਾਂ ਦੀ ਸਾਰੀ ਦੇਣ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਸਾਰੀ ਉੱਥੋਂ ਹੀ ਆ ਨਾ ਜੀ ਚੱਲ ਰਿਹਾ ਸਾਰਾ। ਤੇ ਮੈਂ ਉੱਥੇ ਥੋੜਾ ਜਿਹਾ ਧਿਆਨ ਲੈ ਕੇ ਜਾਣਾ ਚਾਹੁੰਦਾ ਵਾ ਕਿ ਇੱਕ ਜਿੱਦਾਂ ਹੈ ਨਾ ਆਪਣੇ ਬੱਚੇ, ਹੁਣ ਮਹਾਰਾਜ ਜੀ ਦਾ ਗੁਰਪੁਰਬ ਆ ਰਿਹਾ ਵਾ ਤੇ ਆਪਾਂ ਆਪਣੇ ਆਪ ਨੂੰ ਪੁੱਛੀਏ ਸਾਡੇ ਘਰਾਂ 'ਚ ਕਿੰਨਾ ਕੁ ਚਾਅ ਆ ਉਸ ਚੀਜ਼ ਦਾ। ਦੇਖੋ ਬੋਲੀ ਆ ਹਰ ਚੀਜ਼ ਦਾ, ਇਹ ਚਾਅ ਪਿਆਰ ਤਾਂ ਬਣਦਾ ਇੱਕ ਲਾਈਫ ਦੇ ਨਾਲ, ਸਾਰਾ ਆਪਣੇ ਸੱਭਿਆਚਾਰ ਨਾਲ, ਆਪਣੀ ਜੜ੍ਹਾਂ ਨਾਲ ਜਦ ਸੰਬੰਧ ਬਣਦਾ, ਬੋਲੀ ਆਪਣੇ ਆਪ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਨਾ, ਤੇ ਉਹ ਵੀ ਜ਼ਰੂਰੀ ਹੈ। ਸੋ ਹੁਣ ਗੁਰੂ ਨਾਨਕ ਸਾਹਿਬ ਦਾ ਪੁਰਬ ਆ ਰਿਹਾ, ਅਸੀਂ ਜਿੱਦਾਂ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਿੰਨੀ ਸਿੱਖ ਨਾਮਲੇਵਾ ਗੁਰੂ ਨਾਨਕ ਨਾਮਲੇਵਾ ਸੰਗਤ ਆ ਉਹ ਆਪਣੇ ਘਰਾਂ ਤੇ ਸਾਰਾ ਨਵੰਬਰ ਦਾ ਮਹੀਨਾ ਹੁਣ ਦਿੱਤਾ ਤੇ ਲੰਘ ਗਿਆ, ਵੈਸੇ ਹੀ ਲਾਈਟਾਂ ਲਾਉਣ, ਆਪਣਾ ਜਗਮਗ ਹੋਵੇ, ਕ੍ਰਿਸਮਸ ਹੁੰਦੀ ਆ, ਸਭ ਕੁਛ ਹੁੰਦੀ ਆ। ਦੇਖੋ ਆਪਣੇ ਨਿਆਣਿਆਂ ਨੂੰ ਉਹਨਾਂ ਦਾ ਚਾਅ ਜ਼ਿਆਦਾ ਚੜ੍ਹਦਾ ਤੇ ਕਿਉਂ ਨਾ ਚੜ੍ਹੇ, ਕਿਉਂਕਿ ਉਹਨਾਂ ਨੂੰ ਹੈ ਨਾ ਐਕਸਾਈਟਿੰਗ ਲੱਗਦਾ ਕੁਛ ਹੋ ਰਿਹਾ। ਆਪਾਂ ਕੀ ਕਰਦੇ ਹਾਂ, ਆਪਾਂ ਮੱਥਾ ਟੇਕ ਕੇ ਕੰਮਾਂ ਨੂੰ ਚੱਲ ਜਾਂਦੇ ਹਾਂ, ਠੀਕ ਹੈ ਨਾ। ਤੇ ਅਖੰਡ ਪਾਠ ਸਾਹਿਬ ਦੇ ਆਪਾਂ ਜਨਮ ਦਿਨ ਤੇ ਵੀ ਰੱਖਦੇ ਹਾਂ,
ਬੱਚਿਆਂ ਦੇ। ਪਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆਇਆ, ਆਪ ਨਿਰੰਕਾਰ ਧਰਤੀ ਤੇ ਜਿੱਦਾਂ ਉਹਨਾਂ ਨੇ ਚਰਨ ਪਾਏ ਆ, ਤੇ ਆਪਾਂ ਨੂੰ ਕਿੰਨੀ ਕੁ ਖੁਸ਼ੀ ਹੈ ਉਸ ਚੀਜ਼ ਦੀ, ਕਿੰਨਾ ਕੁ ਸ਼ੁਕਰਾਨਾ ਆ। ਤੇ ਆਪਾਂ ਸਾਰਾ ਲਾਈਟਾਂ ਲਾਈਏ। ਈਵਨ 27 ਤਰੀਕ ਨੂੰ ਹਰ ਕੰਮ ਤੇ ਹਿਊਮਨ ਰਿਸੋਰਸ ਦੀ ਪਾਲਿਸੀ ਹੁੰਦੀ ਹੈ, ਤੁਸੀਂ ਰਿਲੀਜੀਅਸ ਆਬਜ਼ਰਵੇਸ਼ਨ ਦੀ ਛੁੱਟੀ ਲੈ ਸਕਦੇ ਆ, ਛੁੱਟੀ ਲਓ, ਬੱਚਿਆਂ ਨੂੰ ਸਕੂਲੋਂ ਛੁੱਟੀ ਕਰਾਓ, ਘਰੇ ਰੱਖੋ, ਉਹਨਾਂ ਨਾਲ ਗੱਲਬਾਤ ਕਰੋ, ਦੱਸੋ ਉਹਨਾਂ ਨੂੰ, ਕੋਈ ਤੋਹਫੇ ਦਿਓ, ਗਿਫਟ ਦਿਓ ਉਹਨਾਂ ਨੂੰ, ਵੀ ਮਹਾਰਾਜ ਦਾ ਪੁਰਬ ਹੈ, ਲੈ ਪੁੱਤਰਾ ਤੈਨੂੰ ਆਹ ਨਾ ਤੋਹਫੇ ਦਿੱਤੇ, ਅਗਲਿਆਂ ਨੂੰ ਪਤਾ ਲੱਗੇ ਵੀ ਮਹਾਰਾਜ ਦਾ ਪੁਰਬ ਆ ਰਿਹਾ, ਸਾਨੂੰ ਚੀਜ਼ਾਂ ਮਿਲਣੀਆਂ, ਸਭ ਕੁਝ ਕਰਨਾ। ਕਿੱਦਾਂ ਨਹੀਂ ਬੱਚੇ ਐਕਸਾਈਟਡ ਹੋਣਗੇ, ਇਸੇ ਤਰੀਕੇ ਦੇ ਨਾਲ ਹੀ ਜੋੜਨਾ ਪੈਂਦਾ ਜੀ। ਬਿਲਕੁਲ ਹਾਂਜੀ। ਸੋ ਇਹ ਮੇਰੀ ਜ਼ਰੂਰੀ ਬੇਨਤੀ। ਜਿਹੜੇ ਦੂਸਰਾ ਬੱਚਿਆਂ ਦਾ ਜਿਹੜਾ ਆਪਾਂ ਕਹਿੰਦੇ ਵੀ ਸਿਰਫ ਲਿਜਾ ਕੇ ਉਹਨਾਂ ਨੂੰ ਕਹੋ ਪੜ੍ਹੋ ਪੜ੍ਹੋ, ਏਦਾਂ ਨਹੀਂ ਜੀ। ਮਹਾਰਾਜ ਜੀ ਨੇ ਜੀਵਨ ਜਾਚ ਸਿਖਾਈ ਆ, ਇਹ ਤਾਂ ਧਰਮ ਤੋਂ ਪਰੇ ਦੀਆਂ ਗੱਲਾਂ ਨੇ। ਮਹਾਰਾਜ ਨੇ ਜੀਵਨ ਜਾਚ ਸਿਖਾਈ ਆ, ਸੰਗਤ 'ਚ ਲੈ ਕੇ ਜਾਓ ਬੱਚਿਆਂ ਨੂੰ, ਸੰਗਤ ਕਰਨਗੇ, ਸੰਗਤ 'ਚ ਸਭ ਕੁਝ ਮਿਲ ਜਾਣਾ ਜੀ। ਸ਼ੁਕਰੀਆ, ਮਿਹਰਬਾਨੀ ਹਰਮੀਤ ਜੀ, ਬਹੁਤ ਵਧੀਆ ਸੁਝਾਅ। ਧੰਨਵਾਦ ਆਪਣੇ ਜਿਹੜੇ ਸੁਝਾਅ ਤੁਸੀਂ ਜਿਹੜੇ ਪੇਸ਼ ਕੀਤੇ। ਜਿਹੜੀ ਆਪਾਂ ਜੇ ਗੱਲ ਮਾਂ ਬੋਲੀ ਦੀ ਜਿੱਦਾਂ ਆਪਾਂ ਕਰੀਏ ਵੀ ਪੰਜਾਬੀ ਦੇ ਨਾਲ ਜੋ ਕੁਛ ਚੱਲ ਰਿਹਾ, ਕਿਉਂਕਿ ਇਹ ਇੱਕ ਇਸ਼ੂ ਇੱਕ ਦੇ ਨਾਲ ਹੱਲ ਹੋਣ ਵਾਲਾ ਨਹੀਂ। ਹਾਂਜੀ, ਇਹ ਕਈ ਚੀਜ਼ਾਂ ਦਾ ਮੇਲ ਹੋ ਜਾਂਦਾ ਹੈ, ਉਦੋਂ ਇਕੱਠਾ ਹੋ ਕੇ ਇਸ ਤਰੀਕੇ ਦੇ ਨਾਲ ਚੱਲਦਾ ਆ। ਸੋ ਅੱਜ ਅਸੀਂ ਥੋੜਾ ਜਿਹਾ ਵਕਤ ਵੱਧ ਲੈ ਲਿਆ, ਤੇ ਬਲਵਿੰਦਰ ਕੌਰ ਜੀ ਦਾ ਧੰਨਵਾਦ, ਉਹਨਾਂ ਦੇ ਪ੍ਰੋਗਰਾਮ ਦੇ ਵਿੱਚੋਂ ਸਮੇਂ ਦੇ ਵਿੱਚੋਂ ਜਿਹੜਾ ਆਪਾਂ ਸਮਾਂ ਜਿਹੜਾ ਉਹ ਦਿੱਤਾ ਆ। ਸੋ ਪੰਜਾਬ ਦੀ ਧਰਤੀ ਤੇ ਪੰਜਾਬੀ ਬੋਲੀ ਦੇ ਨਾਲ ਜਿਹੜਾ ਵਿਤਕਰਾ ਹੋ ਰਿਹਾ ਆ, ਮੈਂ ਦੇਖਿਆ ਵੀ ਐਬਸਫੋਰਡ BC ਦੀ ਜਿਹੜੀ ਪੰਜਾਬੀ ਸਾਹਿਤ ਸਭਾ ਆ, ਉਹਨਾਂ ਵੱਲੋਂ ਇੱਕ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਵੀ ਇਹ ਵਿਤਕਰਾ ਠੀਕ ਨਹੀਂ ਆ। ਇਹ ਜੋ ਕਰ ਰਹੇ ਆ ਇਹ ਟੋਟਲੀ ਮਾੜੀ ਗੱਲ ਆ। ਸਗੋਂ ਏਦਾਂ ਦੇ ਹੋਰ ਹੋਣ, ਬਾਕੀ ਥਾਵਾਂ ਦੇ ਉੱਤੇ ਵੀ ਹੋਣ, ਤਾਂ ਇੱਕ ਬਹੁਤ ਚੰਗਾ ਵਧੀਆ ਉਪਰਾਲਾ ਜਿਹੜਾ ਹੋਊਗਾ। ਇਹ ਹੁਣ ਚਲੋ ਨਾ ਅਸੀਂ ਕਿਸੇ ਦਾ ਕੀ ਲੈਣਾ, ਬਹੁਤ ਸਾਰੀਆਂ ਸਭਾਵਾਂ ਏਦਾਂ ਬਣੀਆਂ ਸਾਹਿਤ ਦੇ ਨਾਲ ਸੰਬੰਧਿਤ। ਏਦਾਂ ਹੀ ਕੁਛ ਵਰੇ ਪਹਿਲਾਂ ਸਾਹਿਤ ਪੰਜਾਬੀ ਦਾ ਏਦਾਂ ਹੀ ਚੱਲ ਰਿਹਾ ਸੀਗਾ, ਮਸਲਾ ਬਣਿਆ ਸੀਗਾ। ਜਦੋਂ ਉਹਨਾਂ ਨੂੰ ਕਾਲ ਕੀਤੀ, ਅੱਗੋਂ ਪਤਾ ਕੀ ਕਹਿੰਦੇ, ਕਹਿੰਦੇ ਹੁਣ ਅਸੀਂ ਸੜਕਾਂ ਤੇ ਬਹਿ ਜਾਈਏ। ਅੱਛਾ, ਦੇਖ ਲਓ। ਉਹ ਪੰਜਾਬੀ ਜਿਹੜੀਆਂ ਸਾਹਿਤ ਦੀਆਂ ਸਭਾਵਾਂ ਆ, ਉਹਨਾਂ ਦੇ ਵਿੱਚੋਂ ਕੋਈ ਇੱਕ ਆ। ਅੱਛਾ, ਕਿਸੇ ਥਾਂ ਦੇ ਉੱਤੇ ਹੁਣ ਗੱਲਾਂ ਕਰਨੀਆਂ ਸੰਘਰਸ਼ਾਂ ਦੀਆਂ, ਗੱਲਾਂ ਕਰਨੀਆਂ ਸੰਘਰਸ਼ੀਲਾਂ ਦੀਆਂ, ਉਦਾਹਰਨਾਂ ਦੇਣੀਆਂ ਯੋਧਿਆਂ ਦੀਆਂ, ਤੇ ਕਹਿੰਦੇ ਹੁਣ ਅਸੀਂ ਸੜਕਾਂ ਤੇ ਚਲੇ ਜਾਈਏ। ਫਿਰ ਕਿੰਨਾ ਨੇ ਜਾਣਾ ਸੰਘਰਸ਼? ਸੋਫੇ ਤੇ ਬਹਿ ਕੇ ਨਾਲ ਦੇ ਉਹੀ ਜਿਹੜੀ ਗੱਲ ਵੀ ਭਗਤ ਸਿੰਘ ਜੰਮੇ ਗਵਾਂਢੀਆਂ ਘਰ। ਹਾਂਜੀ, ਉਹੀ ਗੱਲ ਨਾ। ਹੁਣ ਏਦਾਂ ਦੇ ਜਦੋਂ ਵਿਚਾਰਧਾਰਾ ਲੈ ਕੇ ਤੁਸੀਂ ਉਹ ਜਿਹੜੀਆਂ ਸਾਹਿਤ ਨੂੰ ਜਿਹੜੀਆਂ ਪ੍ਰਫੁੱਲਤ ਕਰਨ ਵਾਲੀਆਂ ਸਭਾਵਾਂ ਬਣਾਈਆਂ ਹੋਣਗੀਆਂ, ਉਹਨਾਂ ਦੇ ਜਿਹੜੇ ਅਹੁਦੇਦਾਰ ਏਦਾਂ ਦੇ ਹੋਣਗੇ, ਤੇ ਅੱਗੇ ਉਹਨਾਂ ਨੇ ਕੀ ਕਰਨਾ। ਤੁਸੀਂ ਦੇਖ ਲਿਓ, ਜਦੋਂ ਕਿਸੇ ਵੀ ਤੁਸੀਂ ਏਦਾਂ ਦੀ ਸਭਾ ਤੇ ਜਾਂਦੇ ਆ, ਸਾਹਿਤਕ ਮਿਲਣੀ ਕਹਿ ਲਓ ਜਾਂ ਕੁਛ ਵੀ ਆ, ਉੱਥੇ ਏਦਾਂ ਦੇ ਕਿੰਨੀਆਂ ਕੌਣ ਗੱਲਾਂ ਕਰ ਰਿਹਾ। ਕੋਈ ਵੀ ਏਦਾਂ ਦਾ ਕੋਈ ਮਤਾ ਨਹੀਂ, ਕੋਈ ਵੀ ਏਦਾਂ ਦੀ ਕੋਈ ਗੱਲ ਨਹੀਂ ਵੀ ਭਾਈ ਉੱਥੇ ਆ ਜੋ ਹੋ ਰਿਹਾ ਉਹ ਮਾੜਾ ਆ। ਉਹ ਹਰ ਇੱਕ ਜਾਣਾ ਆਪੋ ਆਪਣੇ ਦੇ ਵਿੱਚ ਜਿਹੜਾ ਉਹ ਲੱਗਾ ਆ ਮਜ਼ੇ 'ਚ ਆ। ਤੂੰ ਵਧੀਆ ਲਿਖਦਾ, ਮੈਂ ਵਧੀਆ ਲਿਖਦਾ, ਚਲੋ ਖਾਓ ਪਕੌੜੇ ਤੇ ਚਲੀਏ ਘਰ ਨੂੰ। ਕਦੇ ਸਾਊਥ ਵਾਲਿਆਂ ਨੂੰ ਕਾਪੀ ਕਰਕੇ ਦੇਖੋ, ਪ੍ਰਕਾਸ਼ ਰਾਜ ਵਰਗੇ ਉਹਨਾਂ ਦੇ ਕੋਲੇ ਬੰਦੇ ਇੰਨੇ, ਉਹਨੂੰ ਨੈਸ਼ਨਲ ਜਿਹੜਾ ਉੱਥੇ ਦਾ ਰਾਸ਼ਟਰੀ ਮੀਡੀਆ ਹੈ ਭਾਰਤ ਦਾ, ਵੇਲੇ ਵੇਲੇ ਉਹਨੂੰ ਸੱਦ ਲੈਂਦਾ। ਉਹਨੂੰ ਬੜਾ ਕਹਿੰਦੇ ਵੀ ਲੈ ਵੀ ਉਹ ਨਾ ਜਿਹੜੇ ਪੱਤਰਕਾਰ ਬਣੇ, ਉਹ ਕਹਿੰਦੇ ਮੈਂ ਦੱਬਦਾ ਇਹਨੂੰ, ਇਹ ਵੇਖਦੇ ਆ। ਉਹ ਅਗਰ ਫਿਰ ਅਗਲਾ ਚੋਟੀ ਦਾ ਜਵਾਬ ਦਿੰਦਾ। ਇਹ ਹੁੰਦਾ ਭਾਸ਼ਾ ਨਾਲ ਪਿਆਰ, ਆਪਦੇ ਖਿੱਤੇ ਨਾਲ ਪਿਆਰ। ਇਹ ਨਹੀਂ ਹੁੰਦਾ ਕਿ ਬਈ ਉਹਦੇ ਮਿਲ ਗਏ ਤੇ ਭੁੱਲ ਜਾਓ ਹੁਣ ਸਾਰਾ ਕੁਝ, ਸੰਘਰਸ਼ ਕਰਨ, ਲੋਕ ਕਰਨ ਸਾਨੂੰ। ਏਦਾਂ ਨਹੀਂ, ਸਾਰੇ ਕਹਿੰਦੇ ਜੇ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ। ਮੈਨੂੰ ਲੱਗਦਾ ਵੀ ਚਲੋ ਆਪਾਂ ਤਾਂ ਰਾਜਕਾਰਨ ਵੀ ਜੀ ਕਿੱਡੀ ਹੈਸੀਅਤ ਹੈ, ਨਹੀਂ ਆਪਾਂ ਥੋੜੀ ਸੇਵਾ ਕਰ ਰਹੇ ਹੋ, ਪੰਜਾਬੀ ਮਾਂ ਬੋਲੀ ਕਰਕੇ ਸਾਡੀ ਰੋਜੀ ਰੋਟੀ ਚੱਲ ਰਹੀ ਹੈ। ਆਪਾਂ ਜਿਹੜੇ ਵੀ, ਜੇ ਆਪਾਂ ਮੰਨ ਲਓ ਆਪਣੇ ਆਪ ਨੂੰ ਉੱਥੇ ਵੀ ਰੱਖੀਏ, ਜਿਹੜਾ ਤੁਸੀਂ ਕਿਹਾ ਕਿ ਮੈਂ ਕਿ ਸੜਕ ਤੇ ਬੈਠਾ ਹੋਣਾ, ਸਾਨੂੰ ਤਾਂ ਕੋਈ ਸ਼ੰਭੂ ਬਾਦ ਵੀ ਨਹੀਂ ਜਾਣਦਾ ਹੋਣਾ, ਸਾਨੂੰ ਤਾਂ ਕੋਈ ਡੱਬ ਵਾਲੀ ਟੱਪ ਕੇ ਜਾਣਦਾ ਵੀ ਨਹੀਂ ਹੋਣਾ। ਪ੍ਰਕਾਸ਼ ਰਾਜ ਵਰਗਿਆਂ ਨੂੰ, ਰਜਨੀਕਾਂਤ ਵਰਗਿਆਂ ਨੂੰ, ਉਹਨਾਂ ਲੋਕਾਂ ਨੂੰ ਤਾਂ ਕਿੰਨੇ ਮਿਲੀਅਨ ਦੇ ਵਿੱਚ ਫੋਲੋਅਰ ਹੈ। ਫਿਰ ਉਹ ਤਾਂ ਕਹਿ ਦੇਣ ਕਿ ਯਾਰ ਸਾਡੇ ਲੋਕ ਲੜਨ ਸੰਘਰਸ਼, ਅਸੀਂ ਤਾਂ ਬੈਠੇ। ਅਗਲੇ ਬੋਲਦੇ ਆ ਇੱਥੋਂ ਤੱਕ ਜ਼ਮੀਰ ਜਾਗਦਾ, ਹਾਂਜੀ, ਉਹਨਾਂ ਦੇ ਕਰਦੇ ਆ ਕੰਮ। ਬਿਲਕੁਲ, ਉਹਨਾਂ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਬੈਠੇ ਤੇ ਗੱਲ ਕਹੀ ਸੀ, ਹਿੰਦੀ ਸਾਡੇ ਤੇ ਥੋਪੋ ਨਾ। ਬਿਲਕੁਲ, ਤੇ ਉਹਨਾਂ ਦੇ ਜਿਗਰਾ ਚਾਹੀਦਾ। ਉਹਨਾਂ ਦੇ ਲੋਕ ਜਦੋਂ ਮੂਵਮੈਂਟਾਂ ਚੱਲਦੀਆਂ ਆਪਦੇ ਅਵਾਰਡ ਤੱਕ ਮੋੜ ਦਿੰਦੇ ਆ, ਤੇ ਸਾਡੇ ਅਵਾਰਡ ਤੱਕ ਦੇਖ ਲਓ ਤੁਸੀਂ ਕੀ ਕੁਛ ਕਰਨ ਤੱਕ ਜਾਂਦੇ। ਅਸੀਂ ਅਵਾਰਡ ਖਾਤਰ ਸਾਡੀਆਂ ਅਪਰੋਚਾਂ ਕੀ ਨੇ, ਤੇ ਉਹਨਾਂ ਨੂੰ ਮਿਲੇ ਹੋਏ ਆ ਉਹ ਮੋੜ ਰਹੇ ਨੇ ਆਪਦੇ।
ਆਪਣਿਆਂ ਨੇ ਵੀ ਉਦੋਂ ਕੁਝ ਮੋੜੇ ਸੀ। ਹਾਂਜੀ, ਆਪਣੇ ਚ ਕਈਆਂ ਨੇ ਮੋੜ। ਚੰਗੀ ਗੱਲ ਆ, ਚੰਗੀ ਗੱਲ। ਇਹ ਜਿਹੜੀ ਚੀਜ਼ ਕਰਨਗੇ ਤਾਂ ਜਿਹੜੀ ਉਹ ਚੰਗੀ ਗੱਲ ਆ। ਬਾਕੀ ਇਹ ਮਸਲਾ ਰਾਤੋਂ ਰਾਤ ਨਹੀਂ ਹੱਲ ਹੋਣ ਵਾਲਾ, ਇਹ ਲੰਬੀ ਲੜਾਈ ਆ। ਉਦਾਂ ਹੀ ਜਿੱਦਾਂ ਹੋਰ ਬਹੁਤ ਸਾਰੇ ਸੰਘਰਸ਼ ਜਿਹੜੇ ਉੱਥੇ ਚੱਲ ਰਹੇ। ਬਿਲਕੁਲ। ਤੇ ਆਪਾਂ ਅੱਖਾਂ ਨਾ ਮੀਟੀ ਰੱਖੀਏ, ਕੰਨ ਨਾ ਬੰਦ ਕਰੀ ਰੱਖੀਏ। ਇਹ ਨਾ ਕਹੀਏ ਵੀ ਯਾਰ ਇਹ ਤਾਂ ਕਮਲਾ ਆ ਤੇ ਇਦਾਂ ਆ ਤੇ ਉਦਾਂ ਆ, ਇਹਨੂੰ ਹੋਰ ਕੋਈ ਕੰਮ ਨਹੀਂ ਆ, ਖਬਰਾਂ 'ਚ ਰਹਿਣਾ ਚਾਹੁੰਦੇ ਆ, ਇਹ ਹੈ ਉਹ ਹੈ। ਇਹ ਨਹੀਂ ਹੈ ਗੱਲ। ਇਹ ਮੁੱਦੇ ਲੰਮੇ ਸਮੇਂ ਬਾਅਦ ਜਾ ਕੇ ਪਤਾ ਲੱਗਦੇ ਹੁੰਦੇ ਵੀ ਇਹਦਾ ਅਸਰ ਕੀ ਹੋ ਰਿਹਾ, ਤੇ ਉਹ ਆਪਣੇ ਸਾਹਮਣੇ ਆ, ਸਿੱਟੇ ਆ। ਇਹ ਅੱਜ ਦੇ ਨਹੀਂ ਚੱਲ ਰਿਹਾ, ਇਹ ਕਾਦਾ ਚੱਲ ਰਿਹਾ। ਸਾਡੇ ਸਕੂਲਾਂ ਚੋਂ ਕੜੇ ਤੱਕ ਲੈਣ ਲੱਗ ਪਏ। ਹੋਰ ਅਸੀਂ ਕੀ ਉਡੀਕ ਰਹੇ ਹਾਂ? ਪੱਗਾਂ ਵਾਲਿਆਂ ਨੂੰ ਕਿੱਦਾਂ ਕਰਦੇ ਆ, ਚੁੰਨੀਆਂ ਨਹੀਂ ਲੈ ਕੇ ਜਾਣੀਆਂ। ਕੜਾ ਲੱਥਣਾ ਤਾਂ ਆਮ ਹੀ ਹੋ ਗਈ। ਸ਼੍ਰੀ ਸਾਹਿਬ ਪਾ ਕੇ ਨਹੀਂ ਜਾ ਸਕਦੇ। ਇਹ ਚੀਜ਼ਾਂ ਕਿੰਨੀਆਂ ਖਬਰਾਂ ਆਉਣ ਲੱਗ ਗਈਆਂ। ਕਦੀ ਕਿਸੇ ਦੀ ਹੁੰਦੀ ਸੀ ਏਦਾਂ ਹਿੰਮਤ? ਏਦਾਂ ਦੀ ਕੋਈ ਚੀਜ਼ ਜਿਹੜੀ ਉਹ ਕਰੇ। ਅਗਲੇ ਕਹਿੰਦੇ ਵੀ ਨਹੀਂ ਜੀ ਹੁਣ ਸਾਡਾ ਰਾਜ। ਹਾਂਜੀ, ਤੇ ਸਾਡਾ ਸਿਰਫ ਪੰਜਾਬੀਆਂ ਦੇ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਵੀ ਜਿਹੜਾ ਬੰਦਾ ਮੁੱਦਾ ਚੱਕ ਰਿਹਾ ਉਹਨੇ ਆਹ ਤਰੀਕਾ ਨਹੀਂ ਅਪਣਾਉਣਾ ਸੀ, ਉਹਨੇ ਆਹ ਕਰਨਾ ਸੀ। ਬਸ ਅਸੀਂ ਉਹਦਾ ਤਰੀਕਾ ਉਹਦੇ ਲੱਭੀ ਆ ਵੀ ਮੈਂ ਜੇ ਉਲਟ ਹੋ ਕੇ ਤੇ ਮੈਂ ਜਿਹੜੇ ਵਿਰੋਧੀ ਆ ਉਹਨਾਂ ਦੀ ਜਿਹੜਾ ਲਵਾਂ, ਸਮਰਥਨ ਲਵਾਂ ਉਹਨਾਂ ਦਾ। ਬਸ ਚਲੋ ਜੀ। ਭਾਸ਼ਾ ਐਕਟ ਨੂੰ ਨਾਲੇ ਕੀ ਕਰੀਏ ਫਿਰ ਪ੍ਰਵੀਨ ਜੀ? ਹਾਂਜੀ, ਉਹ ਪੜ ਕੇ ਕੀ ਕਰਨਾ ਹੁਣ? ਜਿਵੇਂ ਲੋਹੜੀ ਆਉਣ ਵਾਲੀ ਆ, ਕਾਪੀਆਂ ਨਹੀਂ ਸੀ ਸਾਡੀਆਂ, ਮਤਲਬ ਉਹੀ ਕੰਮ ਕਰਨ ਵਾਲੀ। ਕਿੰਨੀ ਵਾਰੀ ਕਹਿ ਹਟੇ, ਕਿੰਨਾ ਕੁਝ ਹੋ ਹਟਿਆ। ਕੋਰਟਾਂ ਅਦਾਲਤਾਂ ਨੇ ਵੀ ਕਹਿ ਦਿੱਤਾ, ਸਾਰਾ ਕੁਝ ਹੋ ਗਿਆ, ਪਰ ਆਪਾਂ ਕਰਨਾ ਕਰਾਉਣਾ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਾਂਦੇ ਜਾਂਦੇ ਆਪਾਂ ਸਮਾਂ ਹੋਰ ਲੈ ਲੈਨੇ 2 ਮਿੰਟ। ਤੁਹਾਡੀ ਗੱਡੀ ਦਾ ਇੰਜਨ ਖਰਾਬ ਹੈ, ਤੁਸੀਂ ਬਾਹਰੋਂ ਬਾਰੀਆਂ ਪੇਂਟ ਕਰ ਦਿਓਗੇ, ਕੀ ਗੱਡੀ ਚੱਲ ਪੂਗੀ? ਨਾ ਜੀ ਨਾ। ਸਾਡੇ ਸਕੂਲਾਂ 'ਚ ਸਾਡੀ ਆਉਣ ਵਾਲੀ ਨਸਲ ਨੂੰ ਹਿੰਦੀ ਥੋਪੀ ਜਾ ਰਹੀ ਹੈ, ਉਹਨਾਂ ਨੂੰ ਮਾਂ ਬੋਲੀ ਤੋਂ ਦੂਰ ਕੀਤਾ ਜਾ ਰਿਹਾ, ਤੇ ਅਸੀਂ ਦੁਕਾਨਾਂ ਦੀ ਹੋਰਡਿੰਗ ਬਦਲਾ ਰਹੇ ਹਾਂ ਕਿ ਇਹ ਗੱਲ ਚੱਲ ਜੂਗੀ? ਕੀ ਸਾਡੇ ਨੋਟੀਫਿਕੇਸ਼ਨ ਵੀ ਪੰਜਾਬੀ 'ਚ ਆ ਰਹੇ ਆ? ਕਿ ਸਾਡੇ ਡੀਸੀ ਦਫ਼ਤਰਾਂ ਦੇ ਵਿੱਚ ਸਾਡੀ ਤਾਂ ਅਦਾਲਤੀ ਭਾਸ਼ਾ, ਸਾਡਾ ਤਾਂ ਵਿਚਾਰਾ ਕੋਈ ਮਾਤੜ ਬੰਦੇ ਨੂੰ ਉਹਨੂੰ ਜੇ ਜੱਜ ਕਹਿਣਾ ਤੈਨੂੰ 6 ਮਹੀਨਿਆਂ ਦੀ ਕੈਦ, ਉਹਦਾ ਵਿਚਾਰਾ ਜੱਜਮੈਂਟ ਨਹੀਂ ਪੜ੍ਹ ਸਕਦਾ। ਜੀ ਸਹੀ ਗੱਲ, ਸਹੀ ਗੱਲ। ਸੋ ਬਹੁਤ ਮੁੱਦੇ ਨੇ, ਇਹ ਲਗਾਤਾਰ ਕੰਟੀਨਿਊਸਲੀ ਆਪਾਂ ਕਰਾਂਗੇ, ਕਰਦੇ ਰਵਾਂਗੇ। ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।